ਤੁਹਾਨੂੰ ਇਹ 5-7 ਗੱਲਾਂ ਕਿਹੜੀਆਂ ਲੱਗਦੀਆਂ ਜਿਨ੍ਹਾਂ ਤੇ ਬਹੁਤ ਇਮੀਡੀਏਟਲੀ ਕੰਮ ਹੋਣ ਦੀ ਲੋੜ ਹੈ, ਜਿਹੜੀਆਂ ਇਸ ਟਾਈਮ ਪੰਜਾਬ ਦਾ ਏਜੰਡਾ ਹੋਣ? ਤੁਹਾਨੂੰ ਲੱਗਦਾ ਕਿਸੇ ਸੋਸ਼ਲ ਪੋਲੀਟੀਕਲ ਮੂਵਮੈਂਟ ਤੋਂ ਬਿਨਾਂ ਜੋ ਤੁਸੀਂ ਕੁਝ ਕਹਿਤਾ ਇਹ ਹੋ ਸਕਦਾ ਗਾ? ਕੋਈ ਮਤਲਬ ਰਿਫਾਰਮਿਸਟ ਚੀਜ਼ਾਂ ਦੇ ਨਾਲ, ਜਾਂ ਕੋਈ ਬੰਦੇ ਕਹਿਣ ਲਿਖਣ ਬੋਲਣ, ਉਹ ਤਾਂ ਬੋਲੇ ਹੀ ਜਾ ਰਿਹਾ, ਲਿਖੇ ਹੀ ਜਾ ਰਿਹਾ, ਜਾਂ ਬਹੁਤ ਸਾਰਾ ਤੁਹਾਨੂੰ ਲੱਗਦਾ ਐ ਇਹ ਹੋ ਕਿਵੇਂ ਸਕਦਾ ਗਾ? ਮੰਨ ਸਕਦੀਆਂ ਨੇ ਸਰਕਾਰਾਂ? ਇਹਦਾ ਮਤਲਬ ਹੁਣ ਜਿਵੇਂ ਇਹ ਅੰਦੋਲਨ ਨੇ ਇੱਕ ਗੱਲ ਕਰਤੀ ਹੈ ਕਿ ਹਾਰ ਲੈ ਕੇ ਨਹੀਂ ਖੜਨਾ, ਲੀਡਰਾਂ ਦੀ ਸਵਾਲ ਲੈ ਕੇ ਖੜਨਾ। ਹਰੇਕ ਪਿੰਡ ਦੇ ਵਿੱਚ ਲੀਡਰ ਜਾਣੋ ਝਿਜਕਦਾ, 200 ਬੰਦਾ ਖੜਾ ਹੁੰਦਾ, ਹੁਣ ਪਹਿਲਾਂ ਤਾਂ 200 ਲਾਈਨ 'ਚ ਖੜਾ ਹੁੰਦਾ ਸੀ, ਮੇਰਾ ਹਾਰ ਪਈ, ਹੁਣ ਉਹ ਸਵਾਲ ਲੈ ਕੇ ਖੜਦਾ। ਇਹ ਲੀਹੋਂ ਜਦੋਂ ਲਿਆ ਪੰਜਾਬ ਬਿਮਾਰ ਹੋਇਆ, ਕਦੋਂ ਹੋਇਆ ਗਾ? ਕਦੋਂ ਪੰਜਾਬ ਦੀ ਹਾਲਤ ਤੁਹਾਨੂੰ ਲੱਗਦਾ ਬਿਹਤਰ ਸੀਗੀ? ਕਦੋਂ ਇੰਨੀ ਜ਼ਿਆਦਾ ਵਿਗੜ ਗਈ ਹਾਲਤ? ਪੰਜਾਬ ਨੂੰ ਸੰਬੋਧਿਤ ਹੋਣ ਵਾਲੀਆਂ ਧਿਰਾਂ ਸੀ ਜਿਨ੍ਹਾਂ ਦਾ ਪੰਜਾਬ 'ਤੇ ਕਲੇਮ ਸੀ, ਖੱਬੇ ਪੱਖੀ, ਸੱਜੇ ਪੱਖੀ, ਕੇਂਦਰਵਾਦੀ ਧਿਰਾਂ, ਉਹਨਾਂ ਦਾ ਫੇਲਿਅਰ ਮੰਨਦੇ ਹੋ ਤੁਸੀਂ? ਇਹ ਸਾਰੇ ਦੇ ਪਿੱਛੇ ਉਹਨਾਂ ਦਾ ਹੀ ਫੇਲਿਅਰ ਆ? ਉਹਨਾਂ ਨੇ ਤਾਂ ਇਸ ਗੱਲ ਨੂੰ ਟਰੈਕ 'ਤੇ ਲੈ ਕੇ ਆਉਣਾ ਸੀ, ਜਾਂ ਉਹ ਫਿਰ ਨਹੀਂ ਆ ਸਕਦਾ ਸੀ, ਉਹਨਾਂ ਦਾ ਕੋਈ ਕਸੂਰ ਨਹੀਂ? ਉਹਨੂੰ ਜਿਹੜੀ ਖੱਬੀ ਧਿਰ ਨੇ ਦੇਖਿਆ ਉਸ ਐਂਗਲ ਨੂੰ, ਮੇਰਾ ਖਿਆਲ ਉਸ ਅੰਦੋਲਨ, ਉਹ ਕਿਸੇ ਨਾ ਕਿਸੇ ਰੂਪ 'ਚ ਠੀਕ ਪਰਸਪੈਕਟਿਵ 'ਚ ਨਹੀਂ ਦੇਖਿਆ ਉਹਨੂੰ। ਇਹਨਾਂ ਨੇ ਧਾਰਮਿਕ ਫੰਡਾਮੈਂਟਲਿਜ਼ਮ ਦੇ ਤੌਰ 'ਤੇ ਹੀ ਇਕੱਲਾ ਦੇਖਿਆ ਉਹਨੂੰ, ਐਜ ਏ ਪੰਜਾਬ ਦੀ ਨੀਡ। ਹਾਲਾਂਕਿ ਉੱਥੇ ਜੋਤੀ ਬਾਸੂ ਇਹ ਕਹਿ ਰਹੇ ਸੀ ਉੱਥੇ, ਤੇ ਇਹ ਕੇਰਲਾ ਦੇ ਵਿੱਚ ਵੀ ਕਾਮਰੇਡ CPM ਇਹ ਕਹਿ ਰਹੇ ਸੀ ਰਾਜਾਂ ਨੂੰ ਵੱਧ ਅਧਿਕਾਰ ਚਾਹੀਦੇ ਨੇ ਇੱਕ ਜ਼ਮਾਨੇ ਦੇ ਵਿੱਚ। ਇਹ ਵੀ ਤਾਂ ਰਾਜਾਂ ਨੂੰ ਵੱਧ ਅਧਿਕਾਰ ਦੀ ਉਹ ਗੱਲ ਸੀ ਨਾ ਬੇਸਿਕਲੀ। ਜਾਂ ਮੁੱਖ ਧਾਰਾ ਦੀਆਂ ਪਾਰਟੀਆਂ ਨੇ ਸਾਡੀਆਂ, ਜਾਂ ਕੋਈ ਅਲਟਰਨੇਟਿਵ ਨੇ, ਬਦਲਵੀਆਂ ਧਿਰਾਂ ਕਹਿੰਦੇ, ਉਹ ਸਾਰਿਆਂ ਦੀ ਗੱਲ ਕਰਦੇ ਹਾਂ ਆਪਾਂ, ਚਾਹੇ ਉਹ ਲੈਫਟ ਹੋਣ, ਰਾਈਟ ਹੋਣ, ਸੈਂਟਰ ਹੋਣ, ਉਹ ਕੋਈ ਪੰਜਾਬ ਦਾ ਏਜੰਡਾ ਲੈ ਕੇ ਸੀਰੀਅਸ ਨੇ, ਕੰਮ ਕਰ ਰਹੀਆਂ ਨੇ, ਉਹ ਇਕੱਠੀਆਂ ਕੰਮ ਕਰ ਸਕਦੀਆਂ ਨੇ, ਜਾਂ ਹੋ ਰਿਹਾ ਹੈਗਾ? ਵੀ ਮਾੜਾ ਜਿਹਾ ਕੋਈ ਲਾਜੀਕਲ ਕਰੇ, ਉਹ ਕਹਿੰਦੇ ਵੀ ਇਹ ਮਾਰਕਸਵਾਦ ਦਾ ਗਦਾਰ ਹੈ, ਜਿਵੇਂ ਧਰਮ ਕਹਿੰਦਾ ਉਵੇਂ। ਤੁਸੀਂ ਇੱਕ ਨਵਾਂ ਧਰਮ ਥੋੜ੍ਹੀ ਖੜਾ ਕਰ ਲਓਗੇ ਨਾ, ਨਵੀਆਂ ਧਰਮ ਦੀਆਂ ਚੀਜ਼ਾਂ ਤੁਸੀਂ ਜੇ ਰੈਸ਼ਨਲ ਹੋ, ਜੇ ਵਿਗਿਆਨਕ ਹੋ, ਤਾਂ ਤੁਸੀਂ ਬਾਕੀ ਚੀਜ਼ਾਂ ਨੂੰ ਉਵੇਂ ਔਨ ਕਰੋਗੇ, ਉਵੇਂ ਚਰਚਾ ਕਰੋਗੇ। ਨਵਾਂ ਹੁਣ ਜਿਸ ਤਰ੍ਹਾਂ ਦਾ ਨਵਾਂ ਇੱਕ ਦੌਰ ਆਇਆ ਹੈਗਾ, ਉਹਨੂੰ ਜਿਹੜੀਆਂ ਵੀ ਧਿਰਾਂ ਪੰਜਾਬ ਦੇ ਉੱਤੇ ਕਲੇਮ ਆ, ਜਿਨ੍ਹਾਂ ਦਾ ਦਾਅਵਾ ਪੰਜਾਬ ਨੂੰ ਬਦਲਣ ਦਾ, ਉਹ ਇਹਦੇ ਨਾਲ ਉਸ ਲੈਵਲ 'ਤੇ ਮੈਚ ਕਰ ਰਹੀਆਂ ਨੇ? ਜਾਂ ਜੇ ਨਹੀਂ ਬਦਲ ਰਿਹਾ, ਜਿਹੜਾ ਮੈਂ ਤੁਹਾਡੇ ਤੋਂ ਪੁੱਛ ਰਿਹਾ ਸੀ ਕਿਉਂ ਨਹੀਂ ਬਦਲ ਰਿਹਾ, ਜਿਹੜਾ ਇੱਕ ਆ ਨਾ ਕਿ ਆਪਾਂ ਬਹੁਤ ਸਾਲਾਂ ਤੋਂ ਪ੍ਰੈਕਟਿਸ 'ਚ ਨੇ ਬਹੁਤ ਸਾਰੀਆਂ ਧਿਰਾਂ, ਕਿਉਂ ਨਹੀਂ ਉਹ ਚੀਜ਼ਾਂ ਸ਼ੇਪ ਲੈ ਰਹੀਆਂ ਜਿਨ੍ਹਾਂ ਨੂੰ ਉਹ ਦਿਵਾਉਣਾ ਚਾਹੁੰਦੇ ਨੇ ਸ਼ੇਪ? ਪੱਲਬਾਜੀ ਹੁੰਦੀ ਹੈ ਨਾ, ਤਾਂ ਇਹਦੇ 'ਚੋਂ ਲੱਗਦਾ ਕਿ ਨਾਨ ਸੀਰੀਅਸ ਪੋਲੀਟੀਸ਼ੀਅਨ ਸਾਨੂੰ ਮਿਲਿਆ ਹੋਇਆ, ਕੋਈ ਸੀਰੀਅਸ ਪੋਲੀਟੀਸ਼ੀਅਨ ਉਸ ਲੈਵਲ 'ਤੇ ਨਹੀਂ ਹੈ। ਜਿਹੜਾ ਨਿਊ ਮੀਡੀਆ ਆਇਆ ਹੈਗਾ, ਇਹਨੇ ਵੀ ਗੜਬੜ ਕਰਤੀ। ਹਰ ਬੰਦੇ ਨੂੰ ਲੱਗਦਾ ਮੈਂ ਗਿਆਨੀ ਹਾਂ, ਹਰ ਬੰਦੇ ਨੂੰ ਲੱਗਦਾ ਮੈਂ ਐਕਟਰ ਹਾਂ, ਹਰ ਬੰਦੇ ਨੂੰ ਲੱਗਦਾ ਮੇਰੀ ਇੱਕ ਆਇਡੈਂਟੀਟੀ ਆ, ਹਰ ਬੰਦੇ ਨੂੰ ਲੱਗਦਾ ਜਿਹੜਾ ਮਾਈਕ ਚੱਕ ਲੈਂਦਾ ਮੈਂ ਪੱਤਰਕਾਰ ਹਾਂ। ਤਾਂ ਆਰਗੂਮੈਂਟ ਕਰਨ ਵਾਲੇ ਤਾਂ ਕਹਿੰਦੇ ਕਿ ਡੈਮੋਕ੍ਰੇਸੀ ਦਾ ਕੋਈ ਚੀਜ਼ ਨਹੀਂ ਹੁੰਦੀ, ਨਾ ਕਦੇ ਬੰਦਾ ਡੈਮੋਕ੍ਰੇਟਿਕ ਹੁੰਦਾ, ਨਾ ਕਦੇ ਇੰਸਟੀਟਿਊਸ਼ਨ ਹੁੰਦੇ ਨੇ। ਇਹ ਤਾਂ ਇੱਕ ਕਹਿਣ ਦੀ ਗੱਲ ਹੈਗਾ, ਇੱਕ ਵੈਸਟਰਨ ਥਾਟ ਸੀ, ਤੁਹਾਨੂੰ ਜਾ ਦਿੱਤਾ ਗਿਆ ਪੂਰੀ ਦੁਨੀਆ ਨੂੰ। ਜੇ ਸਿੱਖ ਫਿਲਾਸਫੀ ਦੀ ਮੈਂ ਗੱਲ ਕਰਾਂ, ਗੁਰੂ ਨੇ ਪੰਜ ਪ੍ਰਧਾਨੀ ਦਾ ਕਨਸੈਪਟ ਦਿੱਤਾ, ਪੰਜ ਪਿਆਰਿਆਂ। ਜੇ ਚਮਕੌਰ ਦੀ ਗੜੀ 'ਚ ਗੁਰੂ ਲੜ ਰਿਹਾ ਤੇ ਉਹਨੂੰ ਨਹੀਂ ਲੱਗ ਰਿਹਾ ਇਹ ਗੱਲ ਕਿ ਮੈਂ ਨਹੀਂ ਜਾਣਾ, ਮੈਂ ਇੱਥੇ ਲੜਨਾ ਚਾਹੁੰਦਾ, ਤੇ ਜੇ ਜਿੰਨੇ ਬੰਦੇ ਉੱਥੇ ਮੌਜੂਦ ਨੇ ਪੰਜ ਪਿਆਰੇ ਹੋ ਕੇ ਕਹਿੰਦੇ ਤੁਹਾਨੂੰ ਜਾਣਾ ਪਏਗਾ ਤੇ ਇਹ ਸਾਡਾ ਹੁਕਮ ਹੈ, ਤਾਂ ਗੁਰੂ ਨੂੰ ਮੰਨ ਕੇ ਅੱਗੇ ਪਏ। ਸਾਡੇ ਵਾਲੇ ਹੁਨਰਮੰਦ ਬੰਦਿਆਂ ਨੂੰ ਧੱਕਾ ਮਾਰ ਰਹੇ ਨੇ, ਜਾਓ ਉਜੜ ਜਾਓ, ਜਿੱਥੇ ਮਰਜ਼ੀ ਜਾਓ, ਸਾਡੇ ਕੋਲ ਤੁਹਾਡੇ ਲਈ ਕੁਛ। ਜਿਹੜਾ ਵੈਸਟਰਨ ਥਾਟ ਆਇਆ, ਇਹ ਰਵਾਇਤ ਸਿੱਖਾਂ 'ਚ ਵੀ ਇਹ ਕਿਹਾ ਜਾਂਦਾ, ਰਵਾਇਤ ਵਾਲਾ ਵੀ ਵੈਸਟਰਨ ਥਾਟ ਨੇ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਆਲੋਚਨਾ ਹੁੰਦੀ ਹੈ, ਹੈ ਨਾ। ਮਾਰਕਸਿਜ਼ਮ ਦੇ ਅੰਦਰ ਵੀ ਨਿਊ ਮਾਰਕਸਿਸਟ ਪੈਦਾ ਹੋ ਗਏ, ਜਿਹੜੇ ਚੀਜ਼ਾਂ ਦੀ ਵਿਆਖਿਆ ਹੋਰ ਤਰ੍ਹਾਂ ਕਰ ਰਹੇ, ਉਹਦੀ ਬਹੁਤ ਵੱਡੀ ਆਲੋਚਨਾ ਅੱਗੇ। ਪੋਸਟ ਮਾਡਰਨਿਜ਼ਮ ਉਹਦੀ ਇੱਕ ਪੂਰਾ ਕ੍ਰਿਟੀਕ ਹੈਗਾ ਮਾਡਰਨਿਟੀ ਦਾ, ਕਿ ਆਧੁਨਿਕਤਾ ਨੇ ਤਾਂ ਬੇੜਾ ਗਰਕ ਕਰਤਾ ਦੁਨੀਆ ਦਾ। ਗੁਰੂ ਗ੍ਰੰਥ ਸਾਹਿਬ ਉਦੋਂ ਤੋਂ ਆਧੁਨਿਕਤਾ ਦੀ ਜਿਹੜੀ ਗੱਲ ਕਰਦਾ, ਜਿਹੜੀਆਂ ਗੱਲਾਂ ਅਜੇ ਵੀ ਨਹੀਂ ਅਸੀਂ ਕਰ ਰਹੇ, ਜਿਹੜੀਆਂ ਗੱਲਾਂ ਈਵਨ ਯੂਰਪ ਨਹੀਂ ਬਹੁਤ ਚੀਜ਼ਾਂ ਦੇ ਵਿੱਚ ਕਰ ਰਿਹਾ। ਸਾਡੀ ਗੌਰਮੈਂਟ ਭਾਵੇਂ ਹੋਵੇ, ਸਾਡਾ ਕੋਈ ਬੁੱਧੀ ਨਹੀਂ, ਉਹ ਨਾਰਮਲੀ ਨਕਲ ਜ਼ਿਆਦਾ ਕਰਨ ਲੱਗੇ। ਓਰੀਜਨਲ ਰਿਸਰਚ ਅਸੀਂ ਬਹੁਤ ਘੱਟ ਕਰਤੀ ਕਿ ਸਾਡੇ 'ਚੋਂ ਵੀ ਅਸੀਂ ਕੀ ਕਰ ਸਕਦੇ ਹਾਂ, ਕਿਸ ਲੈਵਲ ਦੀ ਗੱਲ ਕਰ ਸਕਦੇ ਹਾਂ। ਪਰ ਇਹ ਵੀ ਤਾਂ ਇੱਕ ਗੱਲ ਕਰਨੀ ਪਏਗੀ ਨਾ, ਜੇ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਕਿੰਨਾ ਕੁ ਪੁਰਾਣਾ, ਜੇ ਫਰਾਂਸੀਸੀ ਆ ਕੇ ਤੇ ਬਾਕੀ ਦੇ ਵੈਸਟ ਦੇ ਲੋਕ ਆ ਕੇ ਇੱਥੇ ਨੌਕਰੀਆਂ ਕਰਦੇ ਨੇ, ਇਹਦਾ ਮਤਲਬ ਇੱਥੇ ਕੋਈ ਪ੍ਰਬੰਧ ਜਾਂ ਇੱਥੇ ਕੋਈ ਦੌਲਤ ਜਾਂ ਇੱਥੇ ਕੋਈ ਉਹ ਸਮਰੱਥਾ ਜ਼ਿਆਦਾ ਹੋਣੀ ਹੈ ਮੁਕਾਬਲਤਨ। ਮੈਨੂੰ ਲੱਗਦਾ ਕਿ ਹੌਲੀ ਹੌਲੀ ਇੱਕ ਡਾਇਰੈਕਸ਼ਨ ਤਾਂ ਬਣੀ ਹੈ, ਥੋੜ੍ਹੀ ਡਾਇਰੈਕਸ਼ਨ ਐ ਨਹੀਂ ਕਿ ਕਿਹੜੀ ਧਿਰ ਨੇ ਬਣਾਤੀ, ਮੈਨੂੰ ਲੱਗਦਾ ਡਾਇਰੈਕਸ਼ਨ ਕਿਸਾਨ ਅੰਦੋਲਨ ਨੇ ਬਣਾਈ। ਕਿਸਾਨ ਅੰਦੋਲਨ ਨੇ ਸੁਭਾਵਿਕ ਤਰੀਕੇ ਨਾਲ ਹੀ ਕੀ ਗੱਲ ਕੀਤੀ, ਜਿਹੜੀ ਨਿਸ਼ਾਨਦੇਹੀ ਕੀਤੀ ਹੈ ਪ੍ਰੋਬਲਮ ਦੀ, ਉਹ ਕਾਫੀ ਸਟੀਕ ਕੀਤੀ ਹੈ। ਨੰਬਰ 1 ਤਾਂ ਉਹਨੇ ਕੀ ਕੀਤਾ, ਉਹ ਇਹ ਕਹਿ ਰਿਹਾ ਕਿ ਸਾਡੀ ਲੜਾਈ ਕਾਰਪੋਰੇਟ ਡਿਵੈਲਪਮੈਂਟ ਦੇ ਮਾਡਲ ਨਾਲ, ਇਹਦਾ ਮਤਲਬ ਵੱਡੀ ਲੜਾਈ ਹੈ ਦੁਨੀਆ ਜਿਹੜੀ ਗਲੋਬਲ ਲੈਵਲ 'ਤੇ, ਚਾਹੇ ਨੌਮ ਚਮਸਕੀ ਹੋਵੇ, ਚਾਹੇ ਬਾਕੀ ਲੋਕ ਹੋਣ, ਕਿ ਬੀਕਨ ਆਫ ਲਾਈਟ ਹਾਊਸ ਹੈ ਜਿਹੜਾ, ਇਹ ਸਾਰਾ ਕੁਝ
ਔਰ ਚਾਨਣ ਮੁਨਾਰੇ ਦਾ ਕੰਮ ਕਰ ਰਹੇ ਆ ਕਨਸੈਪਟ ਦੇ ਤੌਰ 'ਤੇ ਬਾਕੀ ਲੋਕ ਕਹਿੰਦੇ ਸੀ ਪਰ ਉਹ ਆਪੋ ਆਪਣਾ ਸੀ, ਉਹ ਜਚਾ ਨਹੀਂ ਪਾਏ ਲੋਕਾਂ ਤੱਕ। ਮਤਲਬ ਇੰਨੀ ਕੱਲਾ ਕੱਲਾ ਹੁਣ ਘਰ ਘਰ ਜਾ ਕੇ ਕਿਸਾਨ ਵੀ ਇਹ ਕਹਿੰਦਾ ਵੀ ਇਹ ਕਾਰਪੋਰੇਟ ਹੈ, ਅਡਾਨੀ ਹੈ, ਅੰਬਾਨੀ ਹੈ, ਫਲਾਨਾ ਤਿਮਕਾ, ਉਹਨਾਂ ਦੇ ਇੱਕ ਜਹਨ ਦਾ ਹਿੱਸਾ ਬਣ ਗਿਆ, ਚੇਤਨਾ ਦਾ ਹਿੱਸਾ ਬਣ ਗਿਆ। ਸਾਡੀਆਂ ਯੂਨੀਵਰਸਿਟੀਆਂ, ਸਾਡੇ ਬੁੱਧੀਜੀਵੀ, ਸਾਡਾ ਸਰਕਾਰਾਂ ਕੀ ਕਰਦੀਆਂ ਸੀ ਹੁਣ ਤੱਕ, ਕਿਸ ਲੈਵਲ ਦੇ ਬੰਦੇ ਅਸੀਂ ਪੈਦਾ ਕਰਨੇ ਸੀ, ਕਿਉਂ ਹੁਣ ਪੈਦਾ ਕਰਨੇ ਛੱਡ ਗਏ ਹਾਂ? ਇਹ ਬਹੁਤ ਵੱਡਾ ਕੁਐਸਚਨ ਹੈ। ਜੇ ਪੰਜਾਬ ਦੇ ਵੀ ਏਜੰਡੇ ਦੀ ਅਸੀਂ ਗੱਲ ਕਰਦੇ, ਬਹੁਤ ਬੜਾ ਕੁਐਸਚਨ ਹੈ ਸਾਡੇ ਸਾਹਮਣੇ ਕਿ ਅਸੀਂ ਪੰਜਾਬ ਨੂੰ ਦੇਖਦੇ ਹੋਏ ਇਹਦੇ ਭਵਿੱਖ ਦੀ ਸਿਰਜਣਾ ਕਿਸ ਲੈਵਲ ਤੇ, ਸਾਡਾ ਆਈਡੀਅਲ ਕੀ ਹੋਏਗਾ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਪੰਜਾਬ ਬਿਮਾਰ ਹੈ। ਜਿਵੇਂ ਰੇਲ ਪਟੜੀ ਤੋਂ ਲੈ ਜਾਂਦੀ ਹੈ, ਪੰਜਾਬ ਪਟੜੀ ਤੋਂ ਲਿਆ ਹੋਇਆ ਹੈ। ਪੰਜਾਬ ਦੇ ਬਹੁਤ ਸਾਰੇ ਮੁੱਦੇ ਨੇ। ਆਰਥਿਕ ਤੌਰ ਤੇ ਪੰਜਾਬ ਤੇ ਬਹੁਤ ਵੱਡਾ ਕਰਜ਼ਾ, ਸਿਹਤ ਦੇ ਮਸਲੇ ਨੇ, ਸਿੱਖਿਆ ਦੇ ਮਸਲੇ ਨੇ। ਅੱਜ ਅਸੀਂ ਏਜੰਡਾ ਪੰਜਾਬ ਪ੍ਰੋਗਰਾਮ 'ਚ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਦੇ ਨਾਲ। ਪੰਜਾਬ ਦਾ ਏਜੰਡਾ ਕੀ ਹੋਵੇ, ਪੰਜਾਬ ਦਾ ਏਜੰਡਾ ਕੀ ਸੀ, ਜਾਂ ਪੰਜਾਬ ਦਾ ਕੋਈ ਏਜੰਡਾ ਹੈ, ਕਿਹੜੇ ਏਜੰਡੇ ਦੇ ਜ਼ਰੀਏ ਪੰਜਾਬ ਅੱਗੇ ਵਧੇਗਾ, ਵਾਇਆ ਪੰਜਾਬ ਏਜੰਡਾ ਪੰਜਾਬ ਕਿੱਥੇ ਜਾ ਸਕਦਾ। ਗੱਲਬਾਤ ਸ਼ੁਰੂ ਕਰਦੇ ਹਾਂ। ਸਵਾਗਤ ਹੈ ਹਮੀਰ ਜੀ। ਸ਼ੁਕਰੀਆ ਹਮੀਰ ਜੀ, ਸਭ ਤੋਂ ਪਹਿਲਾ ਸਵਾਲ ਤਾਂ ਇਹੀ ਕਿ ਪੰਜਾਬ ਦਾ ਕੋਈ ਏਜੰਡਾ ਸੀ, ਕੀ ਪੰਜਾਬ ਦਾ ਕੋਈ ਏਜੰਡਾ ਹੈ, ਜਾਂ ਪੰਜਾਬ ਦਾ ਏਜੰਡਾ ਕੀ ਹੋਣਾ ਚਾਹੀਦਾ? ਪੰਜਾਬ ਦਾ ਏਜੰਡਾ ਅਸਲ ਦੇ ਵਿੱਚ ਏਜੰਡੇ ਦੇ ਮੁੱਦੇ ਤਾਂ ਉੱਭਰਦੇ ਰਹੇ ਬਹੁਤ, ਜਿਨ੍ਹਾਂ ਨੂੰ ਐਡਰੈਸ ਕਰਨਾ ਚਾਹੀਦਾ ਸੀ, ਪਰ ਕਿਉਂਕਿ ਸਾਡੀ ਸਿਆਸਤ ਕੇਵਲ ਵੋਟ ਤੋਂ ਵੋਟ ਤੱਕ ਸੀਮਤ ਹੋ ਗਈ ਹੈ ਕਿ ਵੋਟਾਂ ਕਿਵੇਂ ਲੈਣੀਆਂ ਨੇ, ਉਹ ਏਜੰਡਾ ਇਸ ਪਰਸਪੈਕਟਿਵ 'ਚ ਨਹੀਂ ਆ ਰਿਹਾ, ਇਸ ਸੰਦਰਭ 'ਚ ਨਹੀਂ ਕਦੇ ਦੇਖਿਆ ਗਿਆ ਕਿ ਇਹਦਾ ਲੰਮੇ ਸਮੇਂ ਦੇ ਸਾਡੀ ਡਾਇਰੈਕਸ਼ਨ ਕੀ ਹੈ, ਕਿੱਧਰ ਜਾ ਸਕਦੇ ਹਾਂ, ਔਰ ਥੋੜ੍ਹੇ ਸਮੇਂ 'ਚ ਅਸੀਂ ਕੀ ਕਰ ਸਕਦੇ ਹਾਂ। ਦਿਸ਼ਾਹੀਣ ਹੋ ਗਿਆ ਪੰਜਾਬ ਦਾ ਸਾਰਾ ਕੰਮ। ਜੇਕਰ ਅਸੀਂ ਪਹਿਲੀਆਂ ਇਲੈਕਸ਼ਨਾਂ ਦੀ ਗੱਲ ਕਰੀਏ 2017 ਜਾਂ ਉਦੋਂ ਪੁਰਾਣਾ ਸੈਟਅਪ ਦੇ ਵਿੱਚ, ਤਾਂ ਜਿਹੋ ਜਿਹੇ ਵਾਅਦੇ ਪਾਰਟੀਆਂ ਕਰਦੀਆਂ ਨੇ ਉਹਨੂੰ ਤੁਸੀਂ ਪੰਜਾਬ ਦਾ ਏਜੰਡਾ ਨਹੀਂ ਕਹਿ ਸਕਦੇ, ਉਹਨੂੰ ਤੁਸੀਂ ਵੋਟ ਦਾ ਏਜੰਡਾ ਕਹਿ ਸਕਦੇ ਹੋ ਕਿ ਪਾਰਟੀ ਸੱਤਾ 'ਚ ਕਿਵੇਂ ਆਵੇ। ਜਿਵੇਂ ਸਭ ਕੁਝ ਤੁਸੀਂ ਕਹਿਤਾ ਵੀ ਬਿਨਾਂ ਹੀ ਗੱਲ ਤੋਂ, ਫਿਰ ਬਾਅਦ ਦੇ ਵਿੱਚ ਆ ਕੇ ਕਿ ਸਮੁੱਚਾ ਕਰਜ਼ਾ ਅਸੀਂ ਮਾਫ ਕਰਾਂਗੇ ਕਿਸਾਨੀ ਦਾ। ਕਿਸਾਨੀ ਦਾ ਕਰਜ਼ਾ ਤੇ ਖੇਤੀ ਏਜੰਡਾ ਤਾਂ ਹੈ, ਪਰ ਕੇਵਲ ਕਰਜ਼ਾ ਮਾਫੀ ਦਾ ਸਵਾਲ ਤੁਹਾਡੇ ਕੋਲ ਕਿਵੇਂ ਆਏਗਾ, ਕਿੱਥੋਂ ਪੈਸੇ ਲਓਗੇ, ਕਿਵੇਂ ਰੈਵਨਿਊ ਜਨਰੇਟ ਕਰੋਗੇ, ਇਹਦੇ ਤੋਂ ਬਿਨਾਂ ਇਹ ਕਹਿਤਾ ਵੀ ਇੱਕ ਵਾਰ ਵੋਟ ਪਾਓ। ਇਸੇ ਲਈ 31 ਮਾਰਚ ਦੀ ਜਿਹੜੀ ਇਹਨਾਂ ਨੇ ਕੱਟ ਆਫ ਡੇਟ ਰੱਖੀ ਸੀ, 31 ਮਾਰਚ 2017, ਉਦੋਂ 73,770 ਕਰੋੜ ਰੁਪਈਆ ਸੰਸਥਾਗਤ ਕਰਜ਼ਾ ਸੀ ਪੰਜਾਬ ਦੇ ਕਿਸਾਨਾਂ ਸਿਰ। ਮਾਫ ਕਿੰਨਾ ਹੋਇਆ? 4625 ਕਰੋੜ। ਹੁਣ ਮਤਲਬ ਜਿੰਨਾ ਕੁ ਵੀ ਤੁਸੀਂ ਉਹ ਕਰ ਰਹੇ ਹੋ, ਅਤੇ ਹੁਣ ਤਾਂ ਉਹ ਵੱਧ ਕੇ 1 ਲੱਖ ਕਰੋੜ ਦੇ ਨੇੜੇ ਤੇੜੇ ਹੋ ਗਿਆ। ਫਿਰ ਪੰਜਾਬ ਦੇ ਕਰਜ਼ੇ ਦਾ ਸਵਾਲ ਸੀ, ਪੰਜਾਬ ਸਿਰ ਕਰਜ਼ਾ, ਉਹਦਾ ਵੀ ਕੋਈ ਕਿਸੇ ਨੇ ਨਹੀਂ ਦੱਸਿਆ ਕਿ ਅਸੀਂ ਇਹਨੂੰ ਲਾਹਾਂਗੇ ਕਿਵੇਂ, ਕੀ ਹੋਏਗਾ ਕੀ ਨਹੀਂ ਹੋਏਗਾ। ਫਿਰ ਉਦੋਂ ਬਾਅਦ ਪੰਜਾਬ 5 ਪਾਣੀਆਂ ਦੀ ਧਰਤੀ ਜਿਹੜੀ ਤੁਸੀਂ ਦੇਖੋ ਬੰਜਰ ਹੋਣ ਵੱਲ ਜਾ ਰਹੀ ਹੈ। ਪਾਣੀ ਮੁੱਕ ਚੱਲੇ ਨੇ। ਵਿਗਿਆਨੀ ਕਹਿੰਦੇ ਨੇ 2039 ਤੱਕ ਪਾਣੀ ਪੰਜਾਬ ਦਾ ਮੁੱਕ ਜਾਏਗਾ ਜੇ ਆਹੀ ਹਾਲਤ ਰਿਹਾ। ਪੋਲਿਊਸ਼ਨ ਅਲੱਗ ਗੱਲ ਹੈ, ਆਬੋ ਹਵਾ ਖਰਾਬ ਹੈ, ਕੈਂਸਰ, ਕਾਲਾ ਪੀਲੀਆ ਘਰ ਘਰ ਮਤਲਬ ਦਿਖਾਈ ਦੇ ਰਿਹਾ ਇਸ ਸਮੇਂ ਦੇ ਵਿੱਚ। ਉਹਦਾ ਏਜੰਡਾ ਕੀ ਹੈ? ਉਹਦਾ ਏਜੰਡਾ ਕੇਵਲ ਇੰਨਾ ਹੀ ਹੈ ਕਿ ਅਸੀਂ ਲਿਖ ਦਾਂਗੇ ਜੀ ਜੋ ਵੀ ਤੁਸੀਂ ਦਿਓਗੇ, ਪਰ ਉਹਦੀ ਵਿਉਂਤਬੰਦੀ ਕੀ ਕਰਨੀ ਹੈ। ਔਰ ਸਾਡੇ ਜਿਹੜਾ ਗੰਗਾ ਐਕਸ਼ਨ ਪਲਾਨ ਸੀ, ਸਤਲੁਜ ਐਕਸ਼ਨ ਪਲਾਨ ਪੰਜਾਬ ਲਈ ਗੰਗਾ ਐਕਸ਼ਨ ਪਲਾਨ ਤੋਂ ਪਹਿਲਾਂ ਆਉਂਦਾ, ਮਤਲਬ 25 ਸਾਲ ਤੋਂ ਪੁਰਾਣਾ, 30 ਸਾਲ ਏਜੰਡਾ, ਜ਼ੀਰੋ ਹੈ ਕਾਰਗੁਜ਼ਾਰੀ, ਕੋਈ ਉਹਦੇ 'ਤੇ ਕੰਮ ਨਹੀਂ ਹੋ ਰਿਹਾ ਅਤੇ ਨਾ ਕੋਈ ਗੱਲ ਹੋਈ ਕਦੇ ਕਿਸੇ ਇਸ ਲੈਵਲ 'ਤੇ। ਔਰ ਇਸੇ ਤਰੀਕੇ ਦੇ ਨਾਲ ਜਿਹੜੇ ਬਾਕੀ ਇਸ਼ੂ ਸੀਗੇ ਹੈਲਥ ਦੇ, ਉਹ ਕਹਿੰਦੇ ਆਪਾਂ ਕੈਂਸਰ ਫੰਡ ਬਣਾ ਦਿੰਦੇ ਹਾਂ, ਉਹ ਕਹਿੰਦੇ ਆਪਾਂ ਇੱਕ ਫਲਾਨੀ ਜਗ੍ਹਾ ਹਸਪਤਾਲ ਖੋਲ੍ਹ ਦਿੰਦੇ ਹਾਂ। ਬਿਮਾਰੀਆਂ ਆ ਕਿਉਂ ਰਹੀਆਂ ਨੇ, ਪੰਜਾਬ ਬਿਮਾਰ ਹੋ ਕਿਉਂ ਰਿਹਾ ਹੈ, ਇਹਦੇ 'ਤੇ ਕੋਈ ਏਜੰਡਾ ਨਹੀਂ, ਕੋਈ ਚਰਚਾ ਨਹੀਂ, ਕਦੇ ਕਿਸੇ ਏਜੰਡੇ ਦਾ ਡਿਸਕਸ ਦਾ ਸਵਾਲ ਨਹੀਂ ਹੈ। ਐਜੂਕੇਸ਼ਨ ਦਾ ਪੱਠਾ ਬੈਠ ਕਿਉਂ ਰਿਹਾ, ਐਜੂਕੇਸ਼ਨ ਇਸ ਪਾਸੇ ਵੱਲ ਚਲੀ ਕਿਉਂ ਗਈ, ਇਹਦੀ ਕੋਈ ਗੱਲ ਨਹੀਂ ਹੈ। ਬਸ ਥੋੜ੍ਹਾ ਬਹੁਤ ਇਹ ਹੈ ਵੀ ਇੰਨਾ ਫੰਡ ਰੱਖ ਦਾਂਗੇ, ਇੰਨਾ ਆਹ ਚੀਜ਼ ਕਰ ਦਾਂਗੇ, ਮਤਲਬ ਉਹ ਖਾਸ ਥੋੜ੍ਹਾ ਜਿਹਾ ਇੱਕ ਮਕਸਦ ਜਿਹੜਾ ਹੁੰਦਾ ਕੇਵਲ ਵੋਟ ਤੱਕ ਦਾ, ਉਹਨੂੰ ਸਰਵ ਕਰਨ ਤੱਕ ਦਾ ਇੱਕ ਮੈਂ ਥੋੜ੍ਹਾ ਜਿਹਾ ਪਿੱਛੇ ਜਾਣਾਗਾ। ਇਹ ਹਾਲਾਤ ਜਿਹੜਾ ਮੈਂ ਸਵਾਲ ਕੀਤਾ, ਇਹ ਲੀਹੋਂ ਜਦੋਂ ਲਿਆ ਪੰਜਾਬ ਬਿਮਾਰ ਹੋਇਆ, ਕਦੋਂ ਹੋਇਆਗਾ? ਕਦੋਂ ਪੰਜਾਬ ਦੀ ਹਾਲਤ ਤੁਹਾਨੂੰ ਲੱਗਦਾ ਬਿਹਤਰ ਸੀਗੀ, ਕਦੋਂ ਇੰਨੀ ਜ਼ਿਆਦਾ ਵਿਗੜ ਗਈ ਹਾਲਤ? ਵੈਸੇ ਤਾਂ ਪੰਜਾਬ ਦਾ ਤੇ ਦੁਖਾਂਤ ਬਹੁਤ ਵਾਪਰੇ ਨੇ। ਜੇ ਅਸੀਂ 47 ਤੋਂ ਗੱਲ ਕਰਦੇ ਹਾਂ, ਪੰਜਾਬ ਨੂੰ ਜ਼ਖਮ ਇੰਨੇ ਲੱਗੇ ਨੇ ਕਿ ਇਹ ਬਾਰ-ਬਾਰ ਉੱਭਰਦਾ ਰਿਹਾ, ਪਰ ਉਹਨਾਂ ਜ਼ਖਮਾਂ ਦੇ ਵਿੱਚੋਂ ਉਦੋਂ ਕਈ ਚੀਜ਼ਾਂ ਦੀਆਂ ਇਖਲਾਕ ਸੀ, ਬਾਕੀ ਚੀਜ਼ਾਂ ਸੀ, ਉਹ ਅਲੱਗ ਗੱਲ ਹੈ।
ਕਿਉਂਕਿ ਦੇਸ਼ ਦੀ ਵੰਡ ਨਹੀਂ ਹੋਈ, ਐਕਚੁਅਲੀ ਪੰਜਾਬ ਤੇ ਬੰਗਾਲ ਦੀ ਵੰਡ ਹੋਈ ਹੈ। 10 ਲੱਖ ਮਰਨ ਵਾਲਿਆਂ ਚੋਂ 8 ਲੱਖ ਪੰਜਾਬੀ ਸੀ। ਅਜੇ ਤੱਕ ਉਹ ਉਜਾੜੇ ਦਾ ਦਰਦ ਪੰਜਾਬ ਸਹਿ ਰਿਹਾ ਹੈ। ਅਜੇ ਤੱਕ ਲਾਹੌਰ ਵਰਗੀ ਰਾਜਧਾਨੀ ਤੇ ਉਹਦਾ ਕਲਚਰ ਜਿਹੜਾ ਵਿਕਸਿਤ ਹੋਇਆ ਸੀ, ਜਿਹਨੇ ਬੰਬੇ ਫਿਲਮ ਇੰਡਸਟਰੀ ਤੋਂ ਲੈ ਕੇ ਬਾਕੀ ਨੂੰ ਡਿਵੈਲਪ ਕਰਤਾ ਜਾ ਕੇ, ਉਸ ਤੋਂ ਬਾਅਦ ਐਡਾ ਵੱਡਾ ਇੱਕ ਬੜਾ ਸੈਂਟਰ ਸੀ, ਉਹਦੀ ਭਰਪਾਈ ਨਹੀਂ ਹੋਈ ਔਰ ਈਵਨ ਹੋ ਵੀ ਨਹੀਂ ਸਕਦੀ ਹੁੰਦੀ। ਬਹੁਤ ਛੇਤੀ ਕੀਤੀਆਂ ਉਹ ਸਾਰੀਆਂ ਗੱਲਾਂ ਨੇ। ਪਰ ਫਿਰ ਵੀ ਜਿਹੜਾ ਇਹ ਇਲਾਕਾ ਸੀ, ਜਿਹੜਾ ਉਦੋਂ ਪੰਜਾਬ ਦਾ ਬਹੁਤਾ ਹਿੱਸਾ ਵੀ ਨਹੀਂ ਸੀ, ਪੈਪਸੂ ਰਲਾਇਆ ਗਿਆ 56 ਦੇ ਵਿੱਚ, ਤਾਂ ਜਾ ਕੇ ਥੋੜ੍ਹਾ ਜਿਹਾ ਇੱਕ ਪੰਜਾਬ ਦਾ ਮੂੰਹ ਸਿਰ ਜਿਹੜਾ ਉਸ ਪੱਧਰ ਦੇ ਉੱਤੇ ਬਣਦਾ। ਤੇ ਫਿਰ ਵੀ ਇਹਨੇ ਡਿਵੈਲਪ ਕਰਨਾ ਸ਼ੁਰੂ ਕੀਤਾ। ਫਿਰ ਵੀ ਇੱਥੇ ਪੜ੍ਹਾਈ ਵੀ ਹੋਈ, ਸਿਹਤ ਦੀ ਨੈਟਵਰਕ ਵੀ ਬਣਿਆ, ਅਤੇ ਬਾਕੀ ਖੇਤੀ ਦੇ ਵਿੱਚ ਤਾਂ ਖਾਸ ਤੌਰ 'ਤੇ ਦੇਸ਼ ਦਾ ਜਿਹੜਾ ਭੁੱਖਮਰੀ ਦੀ ਮਾਮਲਾ ਸੀ ਉਹਨੂੰ ਇਹਨੇ ਡੀਲ ਕੀਤਾ। ਪਰ 80ਵਿਆਂ ਦੇ ਵਿੱਚ ਆਉਂਦੇ ਆਉਂਦੇ ਹੀ ਇਹ ਪਤਾ ਲੱਗ ਗਿਆ ਸੀ ਕਿ ਸਾਡੀ ਗੱਡੀ ਨਾ ਕਿਸੇ ਗਲਤ ਲੀਹ 'ਤੇ ਚੜ੍ਹ ਗਈ। ਔਰ ਜਦੋਂ 80ਵਿਆਂ ਦੇ ਵਿੱਚ ਹੀ ਪਹਿਲੇ ਹੀ ਸਰਦਾਰਾ ਸਿੰਘ ਜੌਹਲ ਦੀ ਅਗਵਾਈ 'ਚ ਕਮੇਟੀ ਬਣਦੀ ਹੈ, ਉਹ ਕਮੇਟੀ ਕਹਿੰਦੀ ਹੈ ਵੀ ਜਿਹੜਾ ਝੋਨੇ ਕਣਕ ਦੇ ਰੋਟੇਸ਼ਨ 'ਚ ਅਸੀਂ ਪੈ ਗਏ ਹਾਂ, ਇਹਦੇ ਨਾਲ ਪੰਜਾਬ ਦਾ ਪਾਣੀ ਬਿਲਕੁਲ ਖਤਮ ਹੋ ਜਾਏਗਾ ਉਸ ਲੈਵਲ ਤੇ। 1 ਕਿਲੋ ਚੌਲ ਦੇ ਪਿੱਛੇ 5000 ਲੀਟਰ ਪਾਣੀ ਅਸੀਂ ਖਰਚ ਕਰਦੇ ਹਾਂ, ਨਾ ਕਿ ਇਕੱਲਾ ਚੌਲ ਦਾ ਕੁਐਸਚਨ ਹੈ ਉਹ। ਇਹ ਤੋਂ ਸਾਨੂੰ ਡਾਇਵਰਸੀਫਿਕੇਸ਼ਨ ਵੱਲ ਮੁੜਨਾ ਚਾਹੀਦਾ। 84-85 ਦੇ ਉਹ ਸਾਰੇ ਮਾਮਲੇ 'ਚ ਉਸੇ ਦੌਰਾਨ ਮਿਲੀਟੈਂਸੀ ਵੀ ਸੀ। ਪਰ ਮਿਲੀਟੈਂਸੀ, ਇੱਕ ਇੰਟਰਸਟਿੰਗ ਗੱਲ ਇਹ ਹੈ ਕਿ ਲੋਕ ਕਹਿੰਦੇ ਨੇ ਮਿਲੀਟੈਂਸੀ ਦੇ ਸਮੇਂ ਦੇ ਦੌਰਾਨ ਤਾਂ ਪੰਜਾਬ ਘੱਟੋ ਘੱਟ ਇਹ ਜਿਹੜੇ ਪੈਮਾਨੇ ਸੀ, ਜਿਹੜੇ ਵਿਕਾਸ ਦੇ ਇੰਡੈਕਸ ਦੇ, ਉਹ ਡਾਊਨ ਨਹੀਂ ਗਏ ਉਸ ਪੱਧਰ ਦੇ। ਉਦੋਂ ਬਾਅਦ ਜ਼ਿਆਦਾ ਡਾਊਨ ਗਏ ਨੇ ਸਗੋਂ ਕਿਸੇ ਵੀ ਰੂਪ ਦੇ ਵਿੱਚ। ਹਾਂ, ਮਿਲੀਟੈਂਸੀ ਦੇ ਦੌਰਾਨ ਇੱਕ ਗੱਲ ਇਹ ਹੋਈ ਕਿ ਪੰਜਾਬ 10 ਸਾਲ ਲਗਭਗ 5 ਸਾਲ ਤਾਂ ਪੱਕੇ ਇੱਕੋ ਵਾਰ 'ਚ ਗਵਰਨਰ ਰੂਲ ਦੇ ਹੇਠ ਰਿਹਾ। ਡੈਮੋਕ੍ਰੇਸੀ ਸੈਟਅਪ ਦੇ ਨਹੀਂ ਰਿਹਾ। ਜਿਸ ਤਰੀਕੇ ਦੇ ਨਾਲ ਵੀ ਚੱਲਦਾ ਗਿਆ ਕੰਮ, ਚੱਲਦਾ ਗਿਆ, ਜੋ ਮਰਜ਼ੀ ਖਰਚ ਕਰੋ, ਜੋ ਮਰਜ਼ੀ ਨਾ ਕਰੋ। ਫਿਰ ਵੰਦਨਾ ਸਿਵਾ ਨੇ ਇੱਕ ਕਿਤਾਬ ਲਿਖੀ ਸੀ 1992 ਦੇ ਵਿੱਚ, ਦ ਵਾਇਲੈਂਸ ਆਫ ਗ੍ਰੀਨ ਰੈਵੋਲੂਸ਼ਨ। ਮਤਲਬ ਗ੍ਰੀਨ ਰੈਵੋਲੂਸ਼ਨ ਸਾਡਾ ਕਿਵੇਂ ਤਬਾਹ ਕਰੇ। 85 ਤੋਂ 92 ਕੋਈ ਬਹੁਤਾ ਪੀਰੀਅਡ ਨਹੀਂ ਸੀ। ਉਹਦੇ ਤੋਂ ਬਾਅਦ ਇੰਨੀਆਂ ਸਰਕਾਰਾਂ ਆਈਆਂ, ਇੰਨੀਆਂ ਗਈਆਂ, ਨਾ ਡਾਇਵਰਸੀਫਿਕੇਸ਼ਨ ਦਾ ਕੋਈ ਪ੍ਰੋਪਰ ਏਜੰਡਾ ਬਣ ਚੱਕਿਆ, ਨਾ ਪੰਜਾਬ ਦੀ ਇਕੋਲੋਜੀ ਨੂੰ ਠੀਕ ਰੱਖਣ ਦਾ। ਪਰ ਬਲਕਿ ਉਦੋਂ ਬਾਅਦ ਫਿਰ ਕੀ ਹੋਇਆ, ਉਹ ਚੱਲਦਾ ਪਹਿਲਾਂ ਉਹ 8500 ਕਰੋੜ ਰੁਪਏ ਦਾ CRP BSF ਫੌਜ ਲਾਉਣ ਦਾ ਕਰਜ਼ਾ ਸੀ, ਜਿਹੜਾ ਉਹੀ ਬਹੁਤ ਤੇਰਾ ਏਜੰਡਾ ਰਿਹਾ ਪੰਜਾਬ ਦਾ। ਪੰਜਾਬ ਉਦੋਂ ਤੱਕ ਮਤਲਬ ਸਰਪਲਸ ਸੀਗਾ ਰੈਵਨਿਊ ਦੇ ਵਿੱਚ, ਬਜਟ ਦੇ ਵਿੱਚ ਵੀ। ਉਦੋਂ ਬਾਅਦ ਲਗਾਤਾਰ ਕੋਈ ਉਹਨੂੰ ਇੰਪਰੂਵ ਕਿਵੇਂ ਕਰਨਾ ਹੈ, ਇਹਦਾ ਕੋਈ ਠੋਸ ਏਜੰਡਾ ਨਹੀਂ ਆਇਆ। ਫਿਰ ਕੀ ਹੋ ਗਿਆ, ਮੈਨੂੰ ਇਹ ਲੱਗਿਆ ਕਿ ਮਿਲੀਟੈਂਸੀ ਦੇ ਦੌਰਾਨ ਪੰਜਾਬ ਉਦੋਂ ਬਾਅਦ ਇੰਨਾ ਮਾਰਿਆ ਗਿਆ, ਇੱਕ ਟਾਈਪ ਦੀ ਮੈਨੂੰ ਲੱਗਦਾ ਲੀਡਰਸ਼ਿਪ ਮਾਰੀ ਗਈ ਹੈ। ਹਜ਼ਾਰਾਂ ਨੌਜਵਾਨ ਮਾਰਿਆ ਗਿਆ, ਕੁਛ ਝੂਠੇ ਪੁਲਿਸ ਮੁਕਾਬਲਿਆਂ 'ਚ, ਕੁਝ ਦੂਜੇ ਮੁਕਾਬਲਿਆਂ 'ਚ, ਕੁਛ ਖਾੜਕੂਆਂ ਨੇ ਦੂਜੇ ਬੰਦੇ ਮਾਰਤੇ ਜਿਹੜੀਆਂ ਦੂਜੀਆਂ ਧਿਰਾਂ ਦੇ ਸੀ। ਕਿਉਂਕਿ ਵੱਖ-ਵੱਖ ਯੂਥ ਦੇ ਇੱਕ ਇੰਟਰੈਕਸ਼ਨ ਦੇ ਵਿੱਚੋਂ ਕੋਈ ਨਵੀਂ ਲੀਡਰਸ਼ਿਪ ਐਮਰਜ ਹੋਣੀ ਹੁੰਦੀ ਹੈ। ਅਤੇ ਉਹ ਜਿਹੜਾ ਵੀ ਬੰਦਾ ਕਿਸੇ ਮੂਵਮੈਂਟ 'ਚ ਆਉਂਦਾ, ਇਹ ਵਿਵਾਦ ਅਲੱਗ ਹੈ ਕਿ ਉਹਦੇ ਨਾਲ ਤੁਸੀਂ ਸਹਿਮਤ ਹੋ ਜਾਂ ਨਹੀਂ, ਤਾਂ ਲਾਜ਼ਮੀ ਹੈ ਕੋਈ ਦੂਜਿਆਂ ਦੇ ਮੁਕਾਬਲੇ ਇੱਕ ਲੀਡਰਸ਼ਿਪ ਦੀ ਕੁਆਲਿਟੀ ਵਾਲੇ ਬੰਦੇ ਹੁੰਦੇ ਨੇ, ਜਿਹੜਾ ਸਮਾਜ ਦੇ ਵਿੱਚ ਗਾਹਾਂ ਇੱਕ ਵਿਚਰਦੇ ਨੇ। ਉਹ ਇੱਕ ਪੀੜ੍ਹੀ ਖਤਮ ਹੋਈ ਉਸ ਸਮੇਂ, ਹਿਊਮਨ ਰਿਸੋਰਸਸ ਜਿਹਨੂੰ ਅਸੀਂ ਕਹਿੰਦੇ ਹਾਂ, ਬਰਬਾਦ ਹੋਇਆ ਉਸ ਸਾਰੇ ਮਾਮਲੇ ਦੇ ਵਿੱਚ। ਔਰ ਇਸੇ ਕਰਕੇ ਜਦੋਂ ਫਿਰ ਉਹ ਡਾਰਵੀਅਨ ਨੇ ਇੱਕ ਸਿਧਾਂਤ ਉਹ ਇਹ ਕਹਿ ਰਿਹਾ ਕਿ ਜੇ ਤੁਸੀਂ ਚੰਗੀ ਚੀਜ਼ ਨਾਲ ਨਹੀਂ ਭਰਦੇ ਤਾਂ ਖਲਾ ਨਹੀਂ ਬਚਦਾ, ਅਤੇ ਉਹ ਕੂੜੇ ਕਰਕਟ ਨਾਲ ਭਰੀ ਜਾਣਾ। ਅਤੇ ਮੈਨੂੰ ਲੱਗਦਾ ਉਹ ਪੋਲੀਟੀਕਲ ਲੀਡਰਸ਼ਿਪ ਦਾ ਕਰੈਕਟਰ ਤੋਂ ਲੈ ਕੇ ਬਾਕੀ ਚੀਜ਼ਾਂ ਵੀ ਇਸ ਪੱਧਰ 'ਤੇ ਆਈਆਂ। ਅਤੇ ਫਿਰ ਜੇ ਅਸੀਂ ਗੱਲ ਦੇਖਦੇ ਹਾਂ ਡਿਮੋਰਲਾਈਜੇਸ਼ਨ ਦੀ, 1997 ਤੋਂ ਪਹਿਲਾਂ ਪੰਜਾਬ ਦੇ ਵਿੱਚ ਕੋਈ ਕਿਸਾਨ ਤੇ ਮਜ਼ਦੂਰ ਦੀ ਖੁਦਕਸ਼ੀ ਰਿਕਾਰਡ ਨਹੀਂ ਹੁੰਦੀ। ਕਰਜ਼ਾ ਪਹਿਲਾਂ ਵੀ ਸੀ, ਕਰਜ਼ੇ ਦਾ ਇਕੱਲਾ ਕੁਐਸਚਨ ਨਹੀਂ ਹੈ, ਕਰਜ਼ਾ ਪਹਿਲਾਂ ਵੀ ਸੀ। ਕਰਜ਼ਾ ਤਾਂ ਉਦੋਂ ਵੀ ਸੀ ਜਦੋਂ ਅੰਗਰੇਜ਼ਾਂ ਦੇ ਵੇਲੇ, ਜੇ ਆਪਾਂ ਕਹੀਏ ML ਡਾਰਲਿੰਗ ਦੀ ਕਿਤਾਬ ਬਾਰ-ਬਾਰ ਕੋਟ ਹੁੰਦੀ ਹੈ, ਪੰਜਾਬ ਦਾ ਕਿਸਾਨ ਕਰਜ਼ੇ 'ਚ ਜੰਮਦਾ, ਕਰਜ਼ੇ 'ਚ ਜਿਉਂਦਾ, ਕਰਜ਼ੇ 'ਚ ਮਰ ਜਾਂਦਾ। ਉਦੋਂ ਪੰਜਾਬ ਵੱਡਾ ਵੀ ਸੀ ਸਾਰਾ। ਉਹਨਾਂ ਦਿਨਾਂ 'ਚ ਹੀ ਗਦਰੀ ਕਰਜ਼ੇ ਕਰਕੇ ਇੱਥੇ ਰੁਜ਼ਗਾਰ ਨਹੀਂ ਸੀ ਮਿਲਦਾ, ਵਿਦੇਸ਼ਾਂ ਦੇ ਵਿੱਚ ਰੁਜ਼ਗਾਰ ਲੱਭਣ ਚਲੇ ਗਏ ਸੀ ਵੱਖ-ਵੱਖ ਥਾਵਾਂ ਦੇ ਉੱਤੇ। ਕਰਜ਼ਾ ਇਕੱਲਾ ਨਹੀਂ ਸੀ, ਪਰ ਉਹਦੇ 'ਚ ਇੱਕ ਜਜ਼ਬਾ ਸੀ ਕਿ ਮਾਰ ਕੇ ਮਰੋ, ਚਾਹੇ ਜੋ ਮਰਜ਼ੀ ਕਰੋ, ਮਰਨਾ ਨਹੀਂ ਹੁੰਦਾ ਕਦੇ। ਖੁਦਕਸ਼ੀ ਦਾ ਦੌਰ ਸ਼ੁਰੂ ਹੁੰਦਾ ਡਿਮੋਰਲਾਈਜੇਸ਼ਨ ਦੇ। ਉਦੋਂ ਹੀ ਨਸ਼ੇ ਦਾ ਦੌਰ ਸ਼ੁਰੂ ਹੁੰਦਾ, ਇੱਕ ਪਲਾਨਿੰਗ ਦੇ ਤਹਿਤ ਸਾਰੇ ਪੰਜਾਬ ਦੇ ਵਿੱਚ ਸਾਡੇ ਸਾਹਮਣੇ ਦਿਖਾਈ ਦਿੰਦਾ। ਅਤੇ ਉਦੋਂ ਤੋਂ ਹੀ ਸਿਆਸਤ ਬਿਜ਼ਨਸ ਦਾ ਰੂਪ ਲੈਂਦੀ ਹੈ ਉਸੇ ਸਾਰੇ ਮਾਮਲੇ ਦੇ ਵਿੱਚ। ਇੱਕ ਤਾਂ 90 'ਚ ਇਹ ਪੰਜਾਬ ਦਾ ਇੱਕ ਸੈਟਅਪ ਆਇਆ ਸਾਡੇ ਸਾਹਮਣੇ ਸੀ। ਦੂਜਾ ਨੈਸ਼ਨਲ ਲੈਵਲ ਦਾ ਸਿਸਟਮ ਬਦਲਿਆ। ਨੈਸ਼ਨਲ ਲੈਵਲ ਦੇ ਸਿਸਟਮ ਦੇ ਵਿੱਚ ਜਿਹੜਾ ਉਹ ਫ੍ਰੀ ਮਾਰਕੀਟ ਦਾ ਸਿਧਾਂਤ, ਅਵਾਰਾ ਪੂੰਜੀ ਆ ਗਈ, ਜਿਹੜੀ ਉਹ ਪੂੰਜੀ ਅਵਾਰਾ ਜਿਹੜੀ ਉਸ ਲੈਵਲ 'ਤੇ ਆਉਣਾ ਸ਼ੁਰੂ ਹੋਈ। ਅਤੇ ਉਹਨੇ ਵੀ ਮਤਲਬ ਇੱਕ ਪੂਰਾ ਮਾਡਲ ਚੇਂਜ ਕੀਤਾ, ਪੋਲੀਟਿਕਸ ਦਾ ਵੀ, ਇਕੋਨਮੀ ਦਾ ਵੀ, ਕਲਚਰ ਦਾ ਵੀ, ਅਤੇ ਸਾਰੀਆਂ ਚੀਜ਼ਾਂ ਦੇ ਵਿੱਚ ਆਇਆ। ਇਹੀ ਉਹ ਸਮਾਂ ਵੀ ਹੈ ਜਦੋਂ ਥੋੜ੍ਹਾ ਜਿਹਾ ਖੁੱਲ੍ਹਦੀ ਹੈ ਇਕੋਨਮੀ, ਬਹੁਤ ਵੱਡੇ ਪੱਧਰ 'ਤੇ ਮਾਈਗ੍ਰੇਸ਼ਨ ਸਟਾਰਟ ਹੋਈ ਹੈ। ਪੰਜਾਬੀ ਮੋਰਲੀ ਵੀਕ ਕਿਵੇਂ ਹੋਇਆ, ਮੈਨੂੰ ਲੱਗਦਾ ਕਿ ਉਸ 'ਚੋਂ ਡਰ ਕੇ ਲੋਕਾਂ ਨੇ ਫਿਰ ਕੀ ਕੀਤਾ, ਬਹੁਤ ਲੋਕਾਂ ਨੇ ਆਪਣੇ ਬੱਚੇ ਵਿਦੇਸ਼ ਇਸ ਲਈ ਭੇਜਣੇ ਸ਼ੁਰੂ ਕੀਤੇ, ਜਾਂ ਤਾਂ ਉਹ ਨਸ਼ੇੜੀ ਨਾ ਹੋ ਜੇ, ਜਾਂ ਪੁਲਿਸ ਚੱਕ ਕੇ ਮਾਰ ਨਾ ਦੇਵੇ,
ਜਾਂ ਘੱਟੋ ਘੱਟ ਆਪਣੀ ਬਚਤ ਕਰ ਲਓ ਜਿੰਨੀ ਕੁ ਹੁੰਦੀ ਹੈ। ਪਹਿਲਾਂ ਉਸ ਇਸ ਲਈ ਪੋਲੀਟੀਕਲ ਅਸਾਈਲਮ ਦਾ ਦੌਰ ਬਹੁਤ ਵੱਡੇ ਪੱਧਰ ਤੇ ਉਦੋਂ ਸ਼ੁਰੂ ਹੋਇਆ। ਉਦੋਂ ਬਾਅਦ ਇਸੇ ਕਰਕੇ ਲੋਕਾਂ ਨੇ ਆਪਣੀਆਂ ਕੁੜੀਆਂ ਦੇ ਰਾਹੀਂ ਦੂਜੇ ਬੰਦੇ ਭੇਜਣੇ ਸ਼ੁਰੂ ਕੀਤੇ। ਪੰਜਾਬ ਦਾ ਕਿੱਡਾ ਵੱਡਾ ਇਸ਼ੂ ਰਿਹਾ ਉਹ, ਜਿਹੜਾ ਭੈਣਾਂ ਭਰਾਵਾਂ ਨਾਲ ਵੀ ਮੈਰਿਜ ਕਰਕੇ, ਪੇਪਰ ਮੈਰਿਜ ਦਾ ਸਵਾਲ, ਜਾਂ 50-50 ਸਾਲ ਦੇ ਬੰਦਿਆਂ ਨਾਲ 20-20 ਸਾਲ ਦੀਆਂ ਕੁੜੀਆਂ ਵਿਆਹ ਕੇ ਉਧਰ ਵੀ ਉਹ ਮੈਰਿਡ ਹੁੰਦਾ ਸੀ। ਇੱਥੇ ਹਜ਼ਾਰਾਂ ਕੁੜੀਆਂ ਦੀਆਂ ਚੀਕਾਂ ਜਿਹੜੀਆਂ ਆਪਣੇ ਸੁਣਾਈ ਦਿੱਤੀਆਂ ਨੇ। ਤੇ ਉਹਨੇ ਇਖਲਾਕੀ, ਜਿਹੜਾ ਪੰਜਾਬੀ ਇਹ ਕਹਿੰਦਾ ਸੀ ਮੈਂ ਇਖਲਾਕੀ ਤੌਰ ਤੇ ਸਟਰੋਂਗ ਆ, ਮੈਂ ਅਣਖ ਲਈ ਮਰਦਾ। ਤਾਂ ਜਦੋਂ ਅਣਖ ਕੰਪਰੋਮਾਈਜ਼ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹ ਕਿਸੇ ਵੀ ਪ੍ਰੈਸ਼ਰ ਤਹਿਤ ਹੋਵੇ, ਤਾਂ ਤੁਹਾਡੇ 'ਚੋਂ ਲੜਾਈ ਦਾ ਮਾਦਾ ਨਹੀਂ ਬਚਿਆ। ਇਸ ਲਈ ਕਾਫੀ ਲੰਮਾ ਸਮਾਂ ਪੰਜਾਬ ਤੋਂ ਕੋਈ ਓਡੀ ਵੱਡੀ ਐਜੀਟੇਸ਼ਨ ਨਹੀਂ ਹੋ ਪਾਈ, ਜਿਹੜੀ ਲਗਾਤਾਰ ਹਿਸਟਰੀ ਦੇ 600 ਸਾਲਾਂ ਦੇ ਵਿੱਚ 10 ਸਾਲ ਤੋਂ ਵੱਧ ਕੋਈ ਪੀਰੀਅਡ ਨਹੀਂ ਗੁਜ਼ਰਦਾ ਜਦੋਂ ਪੰਜਾਬੀ ਐਜੀਟੇਸ਼ਨ 'ਚ ਨਹੀਂ ਹੁੰਦੇ, ਇੱਕ ਵੱਡੀ ਐਜੀਟੇਸ਼ਨ 'ਚ ਨਹੀਂ। ਐਤਕੀ ਇਹ 2.5-3 ਦਹਾਕੇ ਲੱਗੇ, ਮਤਲਬ ਥੋੜਾ ਕਿਸਾਨ ਅੰਦੋਲਨ ਨੂੰ, ਜਾਂ ਜਿਹੜਾ ਵੱਡੇ ਅੰਦੋਲਨ ਦੇ ਤੌਰ ਤੇ ਵਿਚਰਿਆ, ਇਹ ਕਾਫੀ ਜ਼ਿਆਦਾ ਸਾਡੇ ਸਾਹਮਣੇ ਸਵਾਲ ਹੈ। ਫਿਰ ਜਦੋਂ ਡਰੇਨੇਜ ਹੋ ਜੇ, 3 ਬੜੀਆਂ ਸਾਡੇ ਕੋਲ ਸਿੰਪਟਮ ਨੇ ਇਹ। ਨਸ਼ੇ 'ਚ 5 ਲੱਖ ਬੰਦਾ ਹੁਣ ਵੀ ਵੋਟ ਕੇਂਦਰਾਂ 'ਚ ਬੁਪਰੋਮੋਰਫਿਨ ਦੀ ਗੋਲੀ ਖਾਣ ਦੇ ਲਈ ਲਾਈਨ 'ਚ ਲੱਗਦਾ ਅੱਜ ਵੀ, ਡੇਲੀ ਇਹ ਪੰਜਾਬ ਦੇ ਵਿੱਚ। ਤੇ ਕੋਈ ਮਰਜ਼ੀ ਕਹੀ ਜਾਵੇ ਨਸ਼ਾ ਹੈ ਨਹੀਂ, ਜੇ ਮਤਲਬ ਐਵੇਂ ਹੀ। ਤਾਂ ਇਹ ਤਾਂ ਫੈਕਟ ਸਰਕਾਰ ਦਾ ਫੈਕਟ ਹੈ। ਤੇ ਦੂਜੀ ਗੱਲ, 1.5 ਲੱਖ ਬੱਚਾ ਵਿਦੇਸ਼ ਚਲਾ ਜਾਂਦਾ ਆਈਲੈਟਸ ਕਰਨ ਤੋਂ ਬਾਅਦ। ਉਹ ਸਾਰਾ ਮਿਡਲ ਕਲਾਸ ਦਾ ਬੱਚਾ ਹੈ, ਜਿਹੜਾ ਹੁਨਰਮੰਦ ਵੀ ਹੈ, ਜਿਹੜਾ ਪੜ੍ਹ ਲਿਖ ਸਕਦਾ, ਜਿਹ 'ਚੋਂ ਆਗੂ ਵੀ ਪੈਦਾ ਹੋ ਸਕਦੇ ਨੇ, ਜਿਹ 'ਚੋਂ ਬਾਕੀ ਹੈ। ਤੇ ਮਿਲੀਟੈਂਸੀ ਦੇ ਦੌਰ ਤੋਂ ਬਾਅਦ ਫਿਰ ਅਸੀਂ ਕਾਲਜ ਯੂਨੀਵਰਸਿਟੀਆਂ ਲੀਡਰਲੈਸ ਕਰਤੇ, ਇਲੈਕਸ਼ਨ ਬੰਦ ਹੋਈ ਉਹਨਾਂ ਸਾਰੀਆਂ ਸੰਸਥਾਵਾਂ ਦੇ ਵਿੱਚ, ਨਵੀਂ ਜਨਰੇਸ਼ਨ ਆਉਣੀ ਬੰਦ ਹੋਈ। ਫਿਰ ਪਰਿਵਾਰਕ ਰਾਜਨੀਤੀ ਆਈ, ਕੇਵਲ ਪਰਿਵਾਰ ਰਾਜਨੀਤੀ ਤੇ ਕਾਬਜ ਹੋ ਜਾਣਗੇ ਤੇ ਜਾਂ ਕੁਝ ਗਿਣੇ ਚੁਣੇ ਵਿਅਕਤੀ ਕਾਬਜ ਹੋ ਜਾਣਗੇ। ਮਤਲਬ ਚੌਤਰਫਾ ਸੰਕਟ 'ਚੋਂ ਗੁਜ਼ਰਿਆ ਪੰਜਾਬ, ਕੋਈ ਇੱਕ ਸੰਕਟ ਦਾ ਕੁਐਸਚਨ ਨਹੀਂ ਹੈ। ਐਡੇ ਵੱਡੇ ਸੰਕਟ 'ਚੋਂ ਕੱਢਣ ਦੇ ਵਾਸਤੇ ਜਿਹੜਾ ਇੱਕ ਪਾਲਿਸੀ ਪ੍ਰੋਗਰਾਮ, ਜਿਹੜਾ ਏਜੰਡੇ ਦਾ ਪ੍ਰੋਗਰਾਮ, ਜਿਹੜਾ ਇੱਕ ਲੀਡਰਸ਼ਿਪ ਦੀ ਲਿਆਕਤ ਤੇ ਇੱਕ ਪੈਰਾਡਾਈਮ ਸ਼ਿਫਟ ਵਾਲੀ ਲੀਡਰਸ਼ਿਪ ਚਾਹੀਦੀ ਸੀ ਕੱਦਾਵਾਰ, ਉਹ ਬੌਨੀ ਲੀਡਰਸ਼ਿਪ ਹੁੰਦੀ ਗਈ ਹਮੇਸ਼ਾ ਹੀ। ਉਹ ਕੰਪਰੋਮਾਈਜ਼ ਜਿਹੜੀਆਂ ਪੰਜਾਬ ਨੂੰ ਸੰਬੋਧਿਤ ਹੋਣ ਵਾਲੀਆਂ ਧਿਰਾਂ ਸੀ, ਜਿਨ੍ਹਾਂ ਦਾ ਪੰਜਾਬ ਤੇ ਕਲੇਮ ਸੀ, ਖੱਬੇ ਪੱਖੀ, ਸੱਜੇ ਪੱਖੀ, ਕੇਂਦਰਵਾਦੀ ਧਿਰਾਂ, ਉਹਨਾਂ ਦਾ ਫੇਲਿਅਰ ਮੰਨਦੇ ਹੋ ਤੁਸੀਂ? ਇਹ ਸਾਰੇ ਦੇ ਪਿੱਛੇ ਉਹਨਾਂ ਦਾ ਹੀ ਫੇਲਿਅਰ ਆ? ਉਹਨਾਂ ਨੇ ਤਾਂ ਇਸ ਗੱਲ ਨੂੰ ਟਰੈਕ ਤੇ ਲੈ ਕੇ ਆਉਣਾ ਸੀ, ਜਾਂ ਉਹ ਫਿਰ ਨਹੀਂ ਆ ਸਕਦਾ ਸੀ, ਉਹਨਾਂ ਦਾ ਕੋਈ ਕਸੂਰ ਨਹੀਂਗਾ? ਹਾਂ, ਨਹੀਂ, ਕਸੂਰ ਤਾਂ ਹੁੰਦਾ ਹੀ ਹੈ। ਜਾਂ ਤੁਹਾਡੀ ਜਾਂ ਰਿਵਿਊ ਕਰਨਾ ਪੈਂਦਾ, ਤੁਹਾਡੀ ਅਪਰੋਚ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ, ਜਾਂ ਬਾਕੀ ਦੀਆਂ ਚੀਜ਼ਾਂ ਨੇ। ਜਦੋਂ ਤੁਸੀਂ ਹੁੰਦੇ ਹੋ ਫੀਲਡ 'ਚ, ਜਾਂ ਤੁਸੀਂ ਉੱਥੇ ਰਹਿ ਰਹੇ ਹੁੰਦੇ ਹੋ, ਤੁਸੀਂ ਕਹਿੰਦੇ ਹੋ ਕਿ ਸਾਡੇ ਕੋਲ ਇੱਕ ਤਰੀਕਾਕਾਰ ਹੈ ਸਮਾਜ ਨੂੰ ਬਿਹਤਰ ਬਣਾਉਣ ਦਾ। ਜੇ ਤੁਸੀਂ ਨਹੀਂ ਜਚਾ ਸਕੇ ਤਾਂ ਵੀ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਹੈ ਉਸ ਮਾਮਲੇ ਦੇ ਵਿੱਚ। ਜੇਕਰ ਤੁਸੀਂ ਨਹੀਂ ਕੰਮ ਕੀਤਾ ਤਾਂ ਵੀ ਇੱਕ ਪ੍ਰੋਬਲਮ ਹੈ ਕਿਸੇ ਨਾ ਕਿਸੇ ਰੂਪ 'ਚ। ਸਭ ਦਾ ਹੀ ਸੀ। ਦੇਖੋ, ਪ੍ਰੋ ਪੰਜਾਬ ਸਭ ਤੋਂ ਜ਼ਿਆਦਾ ਮੰਨੀ ਜਾਂਦੀ ਪਾਰਟੀ ਜਿਹੜੀ ਧਿਰ ਸੀ, ਉਹ ਅਕਾਲੀ ਦਲ ਮੰਨੀ ਗਈ ਉਦੋਂ ਸ਼ੁਰੂ ਤੋਂ ਲੈ ਕੇ। ਔਰ ਜੇ ਤੁਸੀਂ ਅਕਾਲੀ ਦਲ ਦਾ ਮੁੱਢਲਾ 69 ਦਾ ਤੇ 67 ਦੇ ਮੈਨੀਫੈਸਟੋ ਪੜ੍ਹਦੇ ਹੋ, ਉਹ ਕਮਿਊਨਿਸਟਾਂ ਨਾਲੋਂ ਵੀ ਜ਼ਿਆਦਾ ਅੱਗੇ ਨੇ ਬਹੁਤ ਮਾਮਲਿਆਂ ਦੇ ਵਿੱਚ। ਮਤਲਬ ਸਭ ਨੂੰ ਜ਼ਮੀਨਾਂ ਦੇ ਸਵਾਲ ਤੇ, ਬਾਕੀ ਦੇ ਸਵਾਲ ਤੇ, ਕੀ ਕਰਨਾ, ਕਿਰਤੀ ਵਰਗ ਨੂੰ ਕਿਵੇਂ ਇਕੱਠੇ ਦੇਣਾ, ਕੀ ਦੇਣਾ, ਉਹ ਸਾਰੇ ਜਿਹੜੇ ਪ੍ਰੋਗਰਾਮ ਨੇ ਨਾ, ਉਹ ਪ੍ਰੋਗਰਾਮ ਇਹੋ ਜਿਹੇ ਨੇ ਜਿਹੜੇ ਬਿਲਕੁਲ ਬਰਾਬਰੀ ਦੇ ਐਂਗਲ ਤੋਂ ਨੇੜੇ ਲਿਜਾਂਦੇ ਨੇ ਕਿ ਅਸੀਂ ਸੱਤਾ ਚਾਹਾਂਗੇ ਤੇ ਆਹ ਕਰਾਂਗੇ। ਤੇ ਅਨੰਦਪੁਰ ਸਾਹਿਬ ਦੇ ਮਤੇ ਤੇ ਵੀ ਲੜਾਈ ਹੋਈ, ਜਿਹਦੇ ਚੋਂ ਬਾਅਦ ਦੇ ਵਿੱਚ ਸਾਰਾ ਕੁਝ ਹੋਇਆ। ਉਹ ਵੀ ਫੈਡਰਲਿਜ਼ਮ ਦੀ ਲੜਾਈ ਸੀ, ਇੱਕ ਬੜੀ ਵੱਡੀ ਲੜਾਈ ਦੇ ਤੌਰ ਤੇ। ਉਹਨੂੰ ਜਿਹੜੀ ਖੱਬੀ ਧਿਰ ਨੇ ਦੇਖਿਆ ਉਸ ਐਂਗਲ ਨੂੰ, ਮੇਰਾ ਖਿਆਲ ਹੈ ਉਸ ਅੰਦੋਲਨ ਨੂੰ, ਉਹ ਕਿਸੇ ਨਾ ਕਿਸੇ ਰੂਪ 'ਚ ਠੀਕ ਪਰਸਪੈਕਟਿਵ 'ਚ ਨਹੀਂ ਦੇਖਿਆ। ਉਹਨੂੰ ਇਹਨਾਂ ਨੇ ਧਾਰਮਿਕ ਫੰਡਾਮੈਂਟਲਿਜ਼ਮ ਦੇ ਤੌਰ ਤੇ ਹੀ ਇਕੱਲਾ ਦੇਖਿਆ। ਉਹਨੂੰ ਐਜ ਏ ਪੰਜਾਬ ਦੀ ਨੀਡ। ਹਾਲਾਂਕਿ ਉੱਥੇ ਜੋਤੀ ਬਾਸੂ ਇਹ ਕਹਿ ਰਹੇ ਸੀ ਉੱਥੇ, ਤੇ ਇਹ ਕੇਰਲਾ ਦੇ ਵਿੱਚ ਵੀ ਕਾਮਰੇਡ CPM ਇਹ ਕਹਿ ਰਹੇ ਸੀ ਰਾਜਾਂ ਨੂੰ ਵੱਧ ਅਧਿਕਾਰ ਚਾਹੀਦੇ ਨੇ ਇੱਕ ਜ਼ਮਾਨੇ ਦੇ ਵਿੱਚ। ਇਹ ਵੀ ਤਾਂ ਰਾਜਾਂ ਨੂੰ ਵੱਧ ਅਧਿਕਾਰ ਦੀ ਉਹ ਗੱਲ ਸੀ ਨਾ ਬੇਸਿਕਲੀ ਤਾਂ। ਤੇ ਇਹਦੇ ਨਾਲ ਉਸ ਲੈਵਲ ਦਾ ਜੁੜਾਅ ਨਹੀਂ ਹੋ ਪਾਇਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਦੂਜੀ ਗੱਲ ਇਹ ਹੈ ਕਿ ਜਿਹੜਾ ਆਪਣਾ ਕਲਚਰ ਹੁੰਦਾ, ਕਲਚਰ ਦੇ ਵਿੱਚੋਂ ਤੁਹਾਡੇ ਕੋਲ ਇੱਕ ਸਪਿਰਿਟ ਹੁੰਦੀ ਹੈ। ਇਸ ਕਲਚਰ 'ਚ ਕੋਈ ਦੋ ਰਾਮਾ ਨਹੀਂ ਮੰਨਣ ਦੀ ਕਿ ਸਿੱਖ ਇਤਿਹਾਸ ਦੇ ਵਿੱਚ ਐਡੀ ਵੱਡੀ ਲੜਾਕੂ ਸਪਿਰਿਟ ਹੈ, ਤੇ ਐਡੀ ਵੱਡੀ ਇੱਕ ਵਿਜ਼ਡਮ ਵੀ ਹੈ, ਸਰਬੱਤ ਦੇ ਭਲੇ ਦਾ ਵੀ ਵਿਜ਼ਡਮ ਹੈ, ਮਾਨਸ ਕੀ ਜਾਤ ਸਭ ਇੱਕ ਪਹਿਚਾਣ ਬੋ ਦਾ ਵੀ ਬਣੇ। ਉਹਨੂੰ ਗੁਰੇਜ ਕੀਤਾ ਬਹੁਤ ਵੱਡੇ ਪੱਧਰ ਤੇ। ਆ ਜਿਹੜਾ ਕਿਸਾਨ ਅੰਦੋਲਨ 'ਚ ਹੁਣ ਨਾ ਸਾਰੇ ਇੱਕ ਲੈਵਲਿੰਗ ਹੋ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਕਿਸੇ ਨੂੰ ਕੋਈ ਬੋਲੇ ਸੋ ਨਿਹਾਲ ਕਹਿਣ ਤੇ ਕੋਈ ਪ੍ਰੋਬਲਮ ਨਹੀਂ, ਕਿਸੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਕਹਿਣ ਤੇ ਘੱਟ ਹੁਣ ਪ੍ਰੋਬਲਮ ਨਹੀਂ ਹੈ। ਤੁਸੀਂ ਦੇਖੋਗੇ ਸਾਰੀਆਂ, ਪਰ ਇਹ ਉਸ ਜ਼ਮਾਨੇ 'ਚ ਰਹੀ ਹੈ, ਉਸ ਜ਼ਮਾਨੇ 'ਚ ਇੱਕ ਰਹੀ। ਉਸ ਜ਼ਮਾਨੇ ਦੀ ਰਿਫਲੈਕਸ਼ਨ ਆ ਹੁਣ ਵੀ ਕਾਮਰੇਡ ਵਰਸਸ ਸਿੱਖ ਬਣ ਜਾਂਦਾ ਅੰਦੋਲਨ। ਹਾਂ, ਉਹ ਬਣਾਉਣ ਦੀ ਟਰਾਈ ਵੀ ਹੁੰਦੀ ਹੈ ਕਈ ਵਾਰ, ਤੇ ਬਣ ਵੀ ਜਾਂਦਾ ਬੜੀ ਵਾਰ ਜਦੋਂ ਤੁਸੀਂ ਫਿਰ ਉਸ ਲੈਵਲ ਤੇ। ਪਰ ਫਿਰ ਵੀ ਹੁਣ ਮੇਰਾ ਖਿਆਲ ਹੈ ਪਹਿਲਾਂ ਨਾਲੋਂ ਸਮਝ ਜ਼ਿਆਦਾ ਆਈ ਹੈ ਵੀ ਨਹੀਂ, ਇਹ ਨਹੀਂ ਹੈ, ਅਲੱਗ-ਅਲੱਗ ਵਿਚਾਰ, ਅਲੱਗ-ਅਲੱਗ ਚੀਜ਼ਾਂ ਹੋ ਸਕਦੀਆਂ ਨੇ। ਇਹ ਤੁਹਾਡਾ ਇੱਕ ਅਮੀਰ ਕਲਚਰ ਹੈ। ਜਦ ਤੁਸੀਂ ਕਹਿੰਦੇ ਹੋ ਕਿ ਕੁਰਬਾਨੀਆਂ ਦੀ, ਮਤਲਬ ਦੋਨੋਂ ਧਿਰਾਂ ਮੈਨੂੰ ਲੱਗਦਾ ਵਿਚਾਰਕ ਤੌਰ ਤੇ ਬਹੁਤ ਦੂਰ ਨਹੀਂ ਸੀ। ਇੱਕ ਉਹ ਅਲੱਗ ਸਵਾਲ ਹੈ, ਕੋਈ ਰਿਲੀਜੀਅਸ ਹੈ, ਕੋਈ ਦੂਜੀ ਨਹੀਂ ਹੈ। ਮੈਨੂੰ ਤਾਂ ਲੱਗਦਾ ਕਿ ਮਾਰਕਸਿਜ਼ਮ ਵੀ ਬਹੁਤੇ ਲੋਕਾਂ ਨੇ ਹੁਣ ਰਿਲੀਜਨ ਦੀ ਤਰ੍ਹਾਂ ਹੀ ਟਰੀਟ ਕਰਨਾ ਸ਼ੁਰੂ ਕਰਤਾ ਕਿ ਜੇ ਉਹਦੇ ਖਿਲਾਫ ਵੀ ਮਾੜਾ ਜਿਹਾ ਕੋਈ ਲੈਜੀਕਲ ਕਰੇ, ਉਹ ਕਹਿੰਦੇ ਵੀ ਇਹ ਵੀ
ਇਹ ਮਾਰਕਸਵਾਦ ਦਾ ਗਦਾਰ ਹੈ, ਜਿਵੇਂ ਧਰਮ ਕਹਿੰਦਾ ਉਵੇਂ ਹੀ ਤੁਸੀਂ ਇੱਕ ਨਵਾਂ ਧਰਮ ਥੋੜੀ ਖੜਾ ਕਰ ਲਓਗੇ ਨਾ। ਤਾਂ ਨਵੀਆਂ ਧਰਮ ਦੀਆਂ ਚੀਜ਼ਾਂ ਤੁਸੀਂ ਜੇ ਰੈਸ਼ਨਲ ਹੋ, ਜੇ ਵਿਗਿਆਨਕ ਹੋ, ਤਾਂ ਤੁਸੀਂ ਬਾਕੀ ਚੀਜ਼ਾਂ ਨੂੰ ਉਵੇਂ ਔਨ ਕਰੋਗੇ, ਉਵੇਂ ਚਰਚਾ ਕਰੋਗੇ। ਔਰ ਇਸ ਗੱਲ ਦੇ ਵਿੱਚ ਜਿਹੜਾ ਸੈਟਅਪ ਬਣਿਆ ਹੋਇਆ ਹੈ, ਇੱਕ ਖੇਤੀ ਦੇ ਮਾਮਲੇ ਦੇ ਵਿੱਚ ਅੰਡਰਸਟੈਂਡਿੰਗ ਦਾ ਵੀ ਸਵਾਲ ਹੈ। ਮੈਨੂੰ ਲੱਗਦਾ ਹੈ ਕਿ ਜਿਹੜਾ ਮਾਡਲ ਸੀ ਟੋਟਲ ਇਕਨੋਮਿਕ ਮਾਡਲ, ਜਿਹਨੂੰ GDP ਨਾਲ ਤੋਲਿਆ ਜਾਂਦਾ ਹੈ, ਜਿਹਨੂੰ ਇਹ ਹੈ ਕਿ ਡਿਵੈਲਪਮੈਂਟ ਉਹ ਹੁੰਦੀ ਹੈ ਜਿਹੜਾ ਪੈਮਾਨਾ ਵਿਕਸਿਤ ਦੇਸ਼ਾਂ ਨੇ ਰੱਖਤਾ ਕਿ ਜਿਹੜਾ ਇੰਡਸਟਰੀਅਲ ਕੰਟਰੀ ਹੈ ਉਹ ਨੰਬਰ 1 ਹੈ, ਉਹ ਸਭ ਤੋਂ ਵਿਕਸਿਤ ਦੇਸ਼ ਹੈ। ਜਿਹੜਾ ਸੈਮੀ ਇੰਡਸਟਰੀਅਲ ਕੰਟਰੀ ਹੈ ਤੇ ਉਹ ਵਿਕਾਸਸ਼ੀਲ ਦੇਸ਼ ਹੈ। ਜਿੱਥੇ ਇੰਡਸਟਰੀ ਬਿਲਕੁਲ ਨਹੀਂ ਹੈ ਉਹ ਮਤਲਬ ਉਹਨੂੰ ਕਹਿੰਦੇ ਆ ਕਿ ਅਸੀਂ ਵਿਕਾਸਹੀਣ ਦੇਸ਼ ਹੈ, ਜਾਂ ਅਜੇ ਵਿਕਾਸ ਦੇ ਉਹਦੇ 'ਚ ਨਹੀਂ ਪਾਇਆ, ਘੱਟ ਵਿਕਸਿਤ ਦੇਸ਼ ਕਹਿ ਦਿਓ ਉਹਨੂੰ ਵੀ ਉਹ ਘੱਟ ਵਿਕਸਿਤ ਦੇਸ਼ ਹੈ। ਤੇ ਉਹ ਜਿਹੜਾ ਇੱਕ ਪੈਮਾਨਾ, ਇਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਖੱਬੇ ਪੱਖੀ ਧਿਰ ਤੇ ਕਾਰਪੋਰੇਟ ਧਿਰ 'ਚ ਕੋਈ ਫਰਕ ਹੈ, ਕੋਈ ਵਖਰੇਵਾਂ ਇਹਨੂੰ ਮਾਪਣ ਦੇ ਵਿੱਚ ਮਟੀਰੀਅਲ ਦੇ ਐਂਗਲ ਤੋਂ। ਤੇ ਉਹ ਮਾਪਦੰਡ ਜਦੋਂ ਤੁਹਾਡਾ ਸੇਮ ਹੈ, ਜਦੋਂ ਅਰਥ ਸ਼ਾਸਤਰੀ ਉਸ ਦੇ ਵੀ ਇਹੀ ਕਹਿੰਦੇ ਨੇ ਕਿ ਖੇਤੀ 'ਚੋਂ ਤਾਂ ਬੰਦੇ ਕੱਢਣੇ ਹੀ ਪੈਣਗੇ, ਇੰਡਸਟਰੀ ਲੱਗੇ, ਇੰਡਸਟਰੀਲਾਈਜ਼ ਹੋਗਾ, ਫਿਰ ਪ੍ਰੋਲੇਤਾਰੀ ਬਣੇਗਾ, ਪ੍ਰੋਲੇਤਾਰੀ ਦੇ ਨਾਲ ਹੀ ਪ੍ਰੋਲੇਤਾਰੀ, ਹੁਣ ਇੰਡਸਟਰੀ 'ਚ ਰੁਜ਼ਗਾਰ ਨਹੀਂ ਰਿਹਾ, ਉਸ ਟਾਈਪ ਦਾ ਸਿਸਟਮ ਅਲੱਗ ਟਾਈਪ ਦਾ ਬਣ ਗਿਆ। ਤਾਂ ਖੇਤੀ ਦਾ ਜਿਹੜਾ ਇੱਕ ਕੁਐਸਚਨ ਸੀ, ਖੇਤੀ 'ਚੋਂ ਬੰਦੇ ਕੱਢਣੇ ਹੀ ਪੈਣਗੇ, ਇਹ ਮੇਰੇ ਖਿਆਲ ਹੈ ਦੋਨੋਂ ਤਰ੍ਹਾਂ ਦੇ ਦਾ ਇੱਕ ਕਿਸੇ ਨਾ ਕਿਸੇ ਤਾਂ ਕਿ ਅਨਰਿਟਨ ਜਾਂ ਅਨਲਿਖਤ ਜਿਹੜਾ ਸਮਝੌਤੇ ਵਾਂਗ ਹੀ ਇੱਕ ਟਾਈਪ ਦਾ ਲੱਗਦਾ ਸੀ ਕਿ ਜਾਣਾ ਤਾਂ ਉੱਧਰ ਹੀ ਹੈ। ਪਰ ਖੱਬੇ ਪੱਖੀ ਤੇ ਇਹ ਜ਼ਰੂਰ ਕਹਿੰਦੀ ਸੀ ਕਿ ਮਲਕੀਅਤ ਜਿਹੜੀ ਹੈ ਉਹ ਇੱਕ ਪੂੰਜੀਪਤੀ ਕੋਲ ਨਹੀਂ ਹੋਣੀ ਚਾਹੀਦੀ, ਉਹ ਸਟੇਟ ਕੋਲ ਹੋਵੇ ਜਾਂ ਇੱਕ ਕੋਆਪਰੇਟਿਵ ਜਾਂ ਲੋਕਾਂ ਕੋਲ ਹੋਵੇ। ਮਤਲਬ ਪੂੰਜੀ ਦੀ ਵੰਡ ਤੇ ਰੌਲਾ ਹੈ, ਬਾਕੀ ਰੌਲਾ ਨਹੀਂ ਸੀ ਇਹਦਾ ਮਤਲਬ ਜਿਹੜੀਆਂ ਬਾਕੀ ਦੀਆਂ ਚੀਜ਼ਾਂ ਤੇ। ਹੁਣ ਜਿਹੜੇ ਕੁਐਸਚਨ ਨਵੇਂ ਐਡਰੈਸ ਹੋ ਰਹੇ ਨੇ ਦੁਨੀਆ ਦੇ ਵਿੱਚ, ਉਹ ਕਹਿੰਦੇ ਨੇ ਨਹੀਂ ਇਕੱਲਾ ਮਟੀਰੀਅਲ ਦਾ ਰੌਲਾ ਨਹੀਂ ਹੈ, ਮਨੁੱਖੀ ਹੋਣ ਦਾ ਰੌਲਾ ਇਨਵਾਇਰਨਮੈਂਟ ਨਾਲ ਜੁੜਿਆ, ਮਨੁੱਖੀ ਹੋਣ ਦਾ ਰੌਲਾ ਕੁਦਰਤ ਦੇ ਢਾਂਚੇ ਨਾਲ ਜੁੜਿਆ, ਮਨੁੱਖੀ ਹੋਣ ਦਾ ਰੌਲਾ ਤੁਹਾਡੀ ਇਕੋਲੋਜੀ, ਤੁਹਾਡੇ ਨੇੜਲੇ ਸੱਭਿਆਚਾਰ, ਤੁਹਾਡੀ ਵਿਰਾਸਤ, ਤੁਹਾਡੇ ਕਲਚਰ ਨਾਲ ਜੁੜਿਆ। ਇਸੇ ਲਈ ਮਨੁੱਖ ਜਿੰਨੀ ਵੰਨ-ਸੁਵੰਨਤਾ ਜਿਹੜੀ ਮਨੁੱਖ ਕੁਦਰਤ ਦੇ ਵਿੱਚ, ਤਾਂ ਮਨੁੱਖੀ ਸਮਾਜ ਦੇ ਵਿੱਚ ਵੀ ਵੰਨ-ਸੁਵੰਨਤਾ ਨੂੰ ਔਨ ਕਰਨਾ ਪਏਗਾ। ਤੁਸੀਂ ਇੱਕੋ ਵਿਚਾਰਧਾਰਾ ਦੇ ਡੰਡੇ ਨਾਲ ਨਹੀਂ ਹੱਕ ਸਕਦੇ ਪੂਰੀ ਦੁਨੀਆ ਨੂੰ। ਉਹਦੇ 'ਚੋਂ ਫਿਰ ਇਹ ਡਾਇਵਰਸਿਟੀ ਨਿਕਲਦੀ ਹੈ। ਜਦੋਂ ਡਾਇਵਰਸਿਟੀ ਤੁਹਾਡੀ ਅਪਰੋਚ 'ਚ ਨਾ ਹੋਵੇ ਤਾਂ ਤੁਸੀਂ ਉਹਨੂੰ ਲਾਗੂ ਕਿਵੇਂ ਕਰੋਗੇ ਡਾਇਵਰਸਿਟੀ ਨੂੰ ਸਮਾਜਿਕ ਢਾਂਚੇ ਦੇ ਵਿੱਚ ਜਾਂ ਬਾਕੀ ਚੀਜ਼ਾਂ ਦੇ ਵਿੱਚ। ਮੈਨੂੰ ਲੱਗਦਾ ਕਿ ਅਪਰੋਚ ਦੇ ਲੈਵਲ ਤੇ ਪ੍ਰੋਬਲਮ ਹੈਗੀ ਹੈ, ਜਿਹਨੂੰ ਰੀਥਿੰਕ ਕਰਨ ਦਾ ਸਵਾਲ ਹੈ, ਦੁਬਾਰਾ ਸੋਚਣ ਦਾ ਸਵਾਲ ਹੈ। ਦੁਨੀਆ ਸੋਚ ਰਹੀ ਹੈ, ਵੈਸੇ ਸਾਰੇ ਲੋਕ ਹੀ ਸੋਚ ਰਹੇ ਨੇ। ਤੁਹਾਨੂੰ ਲੱਗਦਾ ਪੰਜਾਬ 'ਚ ਕੋਈ ਅਜਿਹੀਆਂ ਧਿਰਾਂ ਹੈਗੀਆਂ ਨੇ ਜਾਂ ਪੰਜਾਬ ਦੀਆਂ ਮੇਨ ਸਟ੍ਰੀਮ ਸਿਆਸੀ ਧਿਰਾਂ ਜਿਹੜੀਆਂ ਮੁੱਖ ਧਾਰਾ ਦੀਆਂ ਪਾਰਟੀਆਂ ਨੇ ਸਾਡੀਆਂ, ਜਾਂ ਕੋਈ ਅਲਟਰਨੇਟਿਵ ਨੇ ਬਦਲਵੀਆਂ ਧਿਰਾਂ ਕਹਿਣੋ, ਸਾਰਿਆਂ ਦੀ ਗੱਲ ਕਰਦੇ ਹਾਂ ਆਪਾਂ, ਚਾਹੇ ਉਹ ਲੈਫਟ ਹੋਣ, ਰਾਈਟ ਹੋਣ, ਸੈਂਟਰ ਹੋਣ, ਉਹ ਕੋਈ ਪੰਜਾਬ ਦਾ ਏਜੰਡਾ ਲੈ ਕੇ ਸੀਰੀਅਸ ਨੇ, ਕੰਮ ਕਰ ਰਹੀਆਂ ਨੇ, ਉਹ ਇਕੱਠੀਆਂ ਕੰਮ ਕਰ ਸਕਦੀਆਂ ਨੇ ਜਾਂ ਹੋ ਰਿਹਾ ਹੈਗਾ? ਮੈਨੂੰ ਲੱਗਦਾ ਨਹੀਂ ਮੇਨ ਸਟ੍ਰੀਮ 'ਚੋਂ ਤਾਂ ਕੋਈ ਨਹੀਂ ਦਿਖਾਈ ਦੇ ਰਿਹਾ, ਕਿਉਂਕਿ ਉਹਨਾਂ ਦੇ ਤਾਂ ਹੁਣ ਜਦੋਂ ਵੋਟਾਂ ਆ ਰਹੀਆਂ ਨੇ ਆਪਾਂ ਦੇਖਦੇ ਹਾਂ, ਕੋਈ ਕਹਿੰਦਾ 400 ਬਿਜਲੀ ਮੁਫਤ ਯੂਨਿਟ, ਕੋਈ 500 ਮੁਫਤ ਯੂਨਿਟ, ਮੈਂ ਆ ਵੀ ਮੁਫਤ, ਮੈਂ ਆ ਵੀ ਮੁਫਤ, ਕਿੱਥੋਂ ਦੇ ਦੋਗੇ? ਕੋਈ ਕਹਿੰਦਾ ਖਜ਼ਾਨਾ ਖਾਲੀ ਹੈ, ਤੇ ਹੁਣ ਚੰਨੀ ਸਾਹਿਬ ਕਹਿੰਦੇ ਨੇ ਖਜ਼ਾਨਾ ਭਰਿਆ ਹੀ ਬਹੁਤ ਹੈ, ਕੋਈ ਫਰਕ ਨਹੀਂ ਪੈਂਦਾ। ਇਹ ਜਿਹੜੇ ਇੱਕ ਟਰਪਲਬਾਜੀ ਹੁੰਦੀ ਹੈ ਨਾ, ਤਾਂ ਇਹਦੇ 'ਚੋਂ ਲੱਗਦਾ ਕਿ ਨਾਨ ਸੀਰੀਅਸ ਪੋਲੀਟੀਸ਼ੀਅਨ ਸਾਨੂੰ ਮਿਲਿਆ ਹੋਇਆ, ਕੋਈ ਸੀਰੀਅਸ ਪੋਲੀਟੀਸ਼ੀਅਨ ਉਸ ਲੈਵਲ 'ਤੇ ਨਹੀਂ ਹੈ ਜਿਹੜਾ ਘੱਟੋ ਘੱਟ ਪ੍ਰੋਬਲਮ ਨੂੰ ਪ੍ਰੋਬਲਮ ਤਾਂ ਮੰਨੇ। ਜੇ ਕੋਈ ਬੰਦਾ ਕਹੇ ਮੈਂ ਬਿਮਾਰ ਹਾਂ, ਮੈਂ ਇਹੀ ਨਹੀਂ ਫੀਲ, ਮੈਂ ਕਹਿੰਦਾ ਕਿ ਮੈਂ ਬਿਮਾਰ ਹਾਂ ਤਾਂ ਡਾਕਟਰ ਕੋਲ ਤਾਂ ਜਾਊਂ। ਜਿਹੜਾ ਬਿਮਾਰ ਬਿਮਾਰੀ ਵੀ ਨਹੀਂ ਮੰਨਦਾ, ਇਹ ਤਾਂ ਮਤਲਬ ਮੈਂਟਲ ਬਿਮਾਰੀ ਬਹੁਤ ਸੀਰੀਅਸ ਹੈ ਮਾਨਸਿਕ ਤੌਰ ਤੇ। ਉਹਨੂੰ ਮਨੋਰੋਗੀ ਨਹੀਂ ਮੰਨਦਾ ਇਹ ਗੱਲ। ਉਹ ਕਹਿੰਦਾ ਤੂੰ ਮੈਨੂੰ ਬਿਮਾਰ ਸਮਝਦਾ, ਮੈਂ ਨਹੀਂ ਤੇਰੇ ਨਾਲ ਜਾਂਦਾ। ਜਿਹੜਾ ਫਿਜ਼ੀਕਲ ਰੋਗੀ ਹੈ ਉਹ ਤਾਂ ਘੱਟੋ ਘੱਟ ਚਲੇ ਹੀ ਜਾਂਦਾ ਨਾ, ਬੰਦੇ ਦੀ ਮੰਨ ਲੈਂਦਾ ਕਿ ਹਾਂ ਮੈਨੂੰ ਰੋਗੀ ਹੈ। ਇਸ ਲਈ ਜਿਹੜੀ ਮਨੋਦਸ਼ਾ ਦਾ ਸਵਾਲ ਹੈ, ਪੰਜਾਬ ਉੱਜੜ ਰਿਹਾ ਹੈ। ਕੋਈ ਵੀ ਬੱਚਾ, ਨੌਜਵਾਨ ਬੱਚਾ, ਮੁੰਡਾ ਕੁੜੀ ਪੰਜਾਬ 'ਚ ਰਹਿਣਾ ਕਿਉਂ ਨਹੀਂ ਚਾਹੁੰਦੇ? ਸਾਡੀਆਂ ਪਾਰਟੀਆਂ ਦਾ ਹਾਲ ਦੇਖਦੇ ਹਾਂ ਅਸੀਂ। ਇੱਕ ਕਹਿੰਦਾ ਵੀ ਆਈਲੈਟਸ ਜੇ ਗਰੀਬ ਬੰਦਾ ਨਹੀਂ ਕਰ ਸਕਦਾ ਸਰਕਾਰੀ ਸਕੂਲ, ਤਾਂ ਅਸੀਂ ਸਰਕਾਰੀ ਸਕੂਲ 'ਚ ਕਰਾ ਦਾਂਗੇ। ਦੂਜਾ ਕਹਿੰਦਾ ਜੇ ਪੈਸੇ ਘੱਟ ਨੇ ਤਾਂ ਮੈਂ 10 ਲੱਖ ਰੁਪਈਆ ਬਿਨਾਂ ਵਿਆਜ ਦਵਾ ਦੂੰਗਾ, ਕੋਈ ਨਹੀਂ, ਪਰ ਜਾਓ ਬਾਹਰ। ਦੁਨੀਆ ਦਾ ਕੋਈ ਮੁਲਕ, ਜਿੰਨੇ ਵੀ ਮੁਲਕ ਡਿਵੈਲਪ ਹੋਏ ਨੇ, ਉਹਨਾਂ ਨੇ ਚੰਗੇ ਚੰਗੇ ਹੁਨਰਮੰਦ ਬੰਦੇ ਖਿੱਚੇ ਨੇ, ਲਿਆ ਪਾਲਿਸੀਆਂ ਇਹੋ ਜਿਹੀਆਂ ਬਣਾਈਆਂ, ਸਾਡੇ ਆਓ ਤੇ ਅਸੀਂ ਦੇਸ਼ ਨੂੰ ਆਪਣੇ ਨੂੰ ਵਿਕਸਿਤ ਕਰਨਾ ਕਿਸੇ ਨਾ ਕਿਸੇ। ਸਾਡੇ ਵਾਲੇ ਹੁਨਰਮੰਦ ਬੰਦਿਆਂ ਨੂੰ ਧੱਕਾ ਮਾਰ ਰਹੇ ਨੇ, ਜਾਓ ਉਜੜ ਜਾਓ, ਜਿੱਥੇ ਮਰਜ਼ੀ ਜਾਓ, ਸਾਡੇ ਕੋਲ ਤੁਹਾਡੇ ਲਈ ਕੁਛ ਨਹੀਂ ਹੈ। ਇਹਦੇ 'ਚੋਂ ਕਿਵੇਂ ਆਊਗਾ ਏਜੰਡਾ ਪੰਜਾਬ ਦਾ ਕਿ ਜੀ ਪੰਜਾਬ ਲਈ ਉਹਨਾਂ ਦਾ ਕੋਈ ਸੋਚਣ ਦੀ ਗੱਲ ਹੈ? ਔਰ ਸਾਡੇ ਬਹੁਤੇ ਲੀਡਰ ਤਾਂ ਇਹੋ ਜਿਹੇ ਹੋ ਗਏ, ਤੁਸੀਂ ਗੱਲ ਕਰਕੇ ਦੇਖੋਗੇ, ਉਹ ਕਹਿੰਦਾ ਸਾਡੇ ਕੈਨੇਡਾ ਉੱਥੇ ਹੈ, ਇੱਥੇ ਉਹ ਮੰਤਰੀ ਰਿਹਾ ਤੇ ਇੱਥੇ MLA ਵੀ ਹੈ, ਸਾਡਾ ਕੈਨੇਡਾ ਹੋ ਗਿਆ। ਇਹ ਕਿਹਦਾ ਹੋ ਗਿਆ? ਸ਼ਬਦਾਵਲੀ ਬਦਲ ਗਈ ਹੈ, ਮਤਲਬ ਟੋਟਲ ਸੈਟਅਪ ਜਿਹੜੀ ਉਸ ਪੱਧਰ ਦੇ ਉੱਤੇ ਬਦਲੀ ਹੈ। ਦੂਜੀ ਗੱਲ ਇਹ ਹੈ ਕਿ ਮੈਨੂੰ ਲੱਗਦਾ ਕਿ ਡਿਬੇਟ ਜਿਹੜੀ ਹੁੰਦੀ ਹੈ ਜਾਂ ਇੱਕ ਸੰਵਾਦ ਹੁੰਦਾ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਬੜਾ ਇੱਕ
ਗੋਸਟ ਦਾ ਇੱਕ ਕਨਸੈਪਟ ਦਿੱਤਾ ਸੀ, ਜਬ ਲਗ ਦੁਨੀਆ ਰਹੀਏ ਨਾਨਕ ਕਿਛ ਛਣੀਏ ਕਿਛ ਕਹੀਏ। ਅਸੀਂ ਹੁਣ ਆਪ ਮੁਹਾਰੇ ਆ ਕਿ ਇਹਦੀ ਸੁਣਨਾ ਤਾਂ ਹੈ ਹੀ ਨਹੀਂ, ਚੀਕ ਚਿਹਾੜਾ ਪੈਂਦਾ ਤੇ ਜੋ ਮਰਜ਼ੀ ਕਿਸੇ ਨੂੰ ਗਾਲਾਂ ਕੱਢ ਦਿਓ, ਜੋ ਮਰਜ਼ੀ ਕਰ ਦਿਓ। ਸੰਵਾਦ ਦਾ ਇੱਕ ਕਨਸੈਪਟ ਜਿਹੜਾ ਸੀ ਉਹ ਬੰਦ ਹੋ ਚੁੱਕਿਆ ਸਾਡੇ, ਇਸੇ ਲਈ ਫਿਰ ਉਸ ਤੋਂ ਸਿੱਖਿਆ ਨਹੀਂ ਜਾ ਸਕਦਾ ਕੁਝ ਵੀ। ਤੁਸੀਂ ਉਹ ਏਜ ਦੇ ਹੋ ਜਦੋਂ ਸੋਸ਼ਲ ਮੀਡੀਆ ਨਹੀਂ ਆਇਆ ਸੀਗਾ। ਅਸੀਂ ਤਾਂ ਜਦੋਂ ਮਤਲਬ ਉਮਰ ਸੰਭਾਲਣੀ ਸ਼ੁਰੂ ਕੀਤੀ ਆ ਹੀ ਗਿਆ ਸੀ ਤਕਰੀਬਨ। ਤੁਸੀਂ ਉਹਦੇ ਹੋ ਕਿ ਇਹਨੇ ਵੀ ਕੋਈ ਜਿਹੜਾ ਨਿਊ ਮੀਡੀਆ ਆਇਆ ਹੈਗਾ ਇਹਨੇ ਵੀ ਗੜਬੜ ਕਰਤੀ। ਹਰ ਬੰਦੇ ਨੂੰ ਲੱਗਦਾ ਮੈਂ ਗਿਆਨੀ ਹਾਂ, ਹਰ ਬੰਦੇ ਨੂੰ ਲੱਗਦਾ ਮੈਂ ਐਕਟਰ ਹਾਂ, ਹਰ ਬੰਦੇ ਨੂੰ ਲੱਗਦਾ ਮੇਰੀ ਇੱਕ ਆਇਡੈਂਟੀਟੀ ਆ, ਹਰ ਬੰਦੇ ਨੂੰ ਲੱਗਦਾ ਜਿਹੜਾ ਮਾਈਕ ਚੱਕ ਲੈਂਦਾ ਮੈਂ ਪੱਤਰਕਾਰ ਹਾਂ। ਨਹੀਂ, ਮੀਡੀਆ ਤਾਂ ਇੱਕ ਮਾਧਿਅਮ ਹੀ ਹੈ। ਮੇਰਾ ਖਿਆਲ ਹੈ ਕਿ ਬੇਸਿਕ ਸਾਡੀ ਅਪਰੋਚ 'ਚ ਪ੍ਰੋਬਲਮ ਹੈ। ਮਾਧਿਅਮ ਤਾਂ ਕੋਈ ਵੀ ਕਦੇ ਵੀ ਹੋ ਸਕਦਾ। ਸੋਸ਼ਲ ਮੀਡੀਆ ਨੇ ਡੀਗ੍ਰੇਡੇਸ਼ਨ ਲਿਆਂਦੀ ਹੈ। ਇਹ ਸੋਸ਼ਲ ਮੀਡੀਆ ਉਦੋਂ ਬੈਨੀਫਿਟਡ ਵੀ ਹੋ ਸਕਦਾ ਸੀ, ਬਿਲਕੁਲ। ਇਹਦੇ ਦੋਨੋਂ ਹੀ ਗੱਲਾਂ ਨੇ। ਇਹਨੇ ਪੋਜ਼ਿਟਿਵਿਟੀ ਵੀ ਇੱਕ ਦਿੱਤੀ ਹੈ ਕਿ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ। ਜਦੋਂ ਦੂਜਾ ਮੀਡੀਆ ਕਾਰਪੋਰੇਟ ਮੀਡੀਆ ਹੋ ਗਿਆ ਤੇ ਜਦੋਂ ਉਹ ਮੋਨੋਪੋਲਿਸਟਿਕ ਹੋ ਗਿਆ, 36 ਚੈਨਲ ਇੱਕ ਬੰਦਾ ਖਰੀਦ ਲੈਂਦਾ ਤੇ ਉਸ ਲਈ ਤਾਂ ਲੋਕਾਂ ਕੋਲ ਆਪਣੀ ਗੱਲ ਕਹਿਣ ਦਾ ਹੋਰ ਤਰੀਕਾ ਕੀ ਹੈ? ਉਹ ਗੱਲ ਕਹਿਣ ਦਾ ਮੌਕਾ ਵੀ ਦਿੱਤਾ, ਉਹ 'ਚ ਤਾਂ ਕੋਈ ਗੱਲ ਨਹੀਂ ਹੈ। ਪਰ ਨਾਲ ਦੀ ਨਾਲ ਇਹ ਦੂਜੀ ਗੱਲ ਵੀ ਹੈ ਕਿ ਇੰਨੀ ਜ਼ਿਆਦਾ ਇਨਫੋਰਮੇਸ਼ਨ ਫਲੱਡ ਕਰ ਦਿਓ ਤੇ ਬੰਦੇ ਨੂੰ ਰੋਲ ਨਹੀਂ, ਉਹ ਪਤਾ ਨਾ ਲੱਗੇ ਕਿ ਕੀ ਹੈ, ਕਿਹੜੀ ਗੱਲ ਠੀਕ ਹੈ, ਕਿਹੜੀ ਗੱਲ ਗਲਤ ਹੈ। ਫਿਰ ਪ੍ਰਮਾਣਿਕਤਾ ਨਹੀਂ ਹੁੰਦੀ, ਕਿਹਨੇ ਕਿੱਥੋਂ ਪਾਤੀ, ਕੀ ਹੈ ਉਹ ਠੀਕ ਹੈ ਕਿ 4 ਸਾਲ ਪੁਰਾਣੀ ਹੈ ਕਿ ਅੱਜ ਦੀ ਹੈ, ਇਹ ਲੱਭਣ 'ਚ ਹੀ ਪ੍ਰੋਬਲਮ ਆ ਜਾਂਦੀ ਹੈ। ਪਰ ਇਹ ਵੀ ਮੋਨੋਪੋਲਾਈਜ਼ ਹੋ ਰਿਹਾ, ਹੌਲੀ ਹੌਲੀ ਉਹ ਮੋਨੋਪੋਲਾਈਜ਼ ਹੋ ਜਾਊਗਾ। ਜਿਵੇਂ IT ਸੈੱਲ ਜਿਵੇਂ ਬਣਾ ਰਹੀਆਂ ਨੇ ਪਾਰਟੀਆਂ ਵੱਡੇ ਪੱਧਰ ਦੇ ਉੱਤੇ, ਤੇ ਪਤਾ ਤਾਂ ਇਹ ਲੱਗੂਗਾ ਕਿ ਫਲਾਣੇ ਬੰਦੇ ਕਹਿ ਰਹੇ ਨੇ, ਪਰ ਬੰਦੇ ਨਹੀਂ, ਉਹ ਵੀ ਇੱਕੋ ਹੀ ਬੰਦਾ ਫਲੱਡ ਕਰ ਰਿਹਾ ਇਨਫੋਰਮੇਸ਼ਨ ਉਸੇ ਲੈਵਲ ਦੀ। ਜਦੋਂ ਮੋਨੋਪੋਲੀ ਦਾ ਦੌਰ ਆਉਂਦਾ ਤਾਂ ਹਰ ਚੀਜ਼ ਥੋੜਾ ਸਮਾਂ ਲਈ ਸ਼ਾਇਦ ਰਿਲੈਕਸ ਰਹੇ, ਪਰ ਉਦੋਂ ਬਾਅਦ ਉਹ ਮੋਨੋਪੋਲਾਈਜ਼ ਹੋ ਜਾਂਦੀ ਹੈ ਤੇ ਮੀਡੀਆ ਵੀ ਮੋਨੋਪੋਲਾਈਜ਼ ਹੋ ਜਾਊਗਾ। ਔਰ ਇਹ ਵੀ ਸੋਸ਼ਲ ਮੀਡੀਆ ਵੀ ਤੁਹਾਡੇ ਸਾਹਮਣੇ ਆ, ਦੂਜਿਆਂ ਕੋਲ ਉਨੇ ਰਿਸੋਰਸਿਸ ਨਹੀਂ ਹੋਣਗੇ ਕਿ ਉਹ ਆਪਣੀ ਗੱਲ ਉੱਥੇ ਤੱਕ ਪਹੁੰਚਾ ਸਕਣ। ਉਹ ਲੱਖਾਂ ਤੱਕ ਕਿਵੇਂ ਪਹੁੰਚਾਉਣੀ ਹੈ ਸੋਸ਼ਲ ਮੀਡੀਆ ਦੇ ਥਰੂ, ਉਹਨਾਂ ਕੋਲ ਉਹ ਹਥਿਆਰ ਵੀ ਹੈ। ਤੇ ਦੂਜੇ ਬੰਦੇ ਨੂੰ ਤਾਂ ਇਕੋ ਸਿਸਟਮ 'ਚ ਮੈਨੂੰ 50 ਬੰਦੇ ਦੇਖਦੇ ਨੇ, ਮੈਨੂੰ 50 ਬੰਦੇ ਸੁਣਦੇ ਨੇ, ਉਹ ਵਾਹ ਕਹਿ ਦੇਣਗੇ, ਮੈਂ ਕਹੂੰ ਸਾਰਾ ਦੁਨੀਆ ਮੇਰੇ ਨਾਲ ਹੈ। ਤੇ ਜੇ 4 ਬੰਦਿਆਂ ਨੇ ਗਾਲਾਂ ਕੱਢਤੀਆਂ ਮੈਂ ਨਾਰਾਜ਼ ਹੋ ਜੂ ਵੀ ਨਹੀਂ, ਦੁਨੀਆ ਤਾਂ ਆਪਣੇ ਖਿਲਾਫ ਹੈ। ਇਹ ਫਿਰ ਉੱਥੇ ਇੱਕ ਉਹਦਾ ਇੱਕ ਲਾਸ ਵੀ ਹੈ ਉਸ ਪੱਧਰ ਦੇ ਉੱਤੇ। ਪਰ ਇਹਦੇ ਨਾਲ ਦੀ ਨਾਲ ਮੈਨੂੰ ਇਹ ਲੱਗਦਾ ਗਾ ਕਿ ਜਿਹੜਾ ਇੱਕ ਨਵਾਂ ਹੁਣ ਜਿਸ ਤਰ੍ਹਾਂ ਦਾ ਨਵਾਂ ਇੱਕ ਦੌਰ ਆਇਆ ਗਾ, ਉਹਨੂੰ ਜਿਹੜੀਆਂ ਵੀ ਧਿਰਾਂ ਪੰਜਾਬ ਦੇ ਉੱਤੇ ਕਲੇਮ ਆ, ਜਿਨ੍ਹਾਂ ਦਾ ਦਾਅਵਾ ਪੰਜਾਬ ਨੂੰ ਬਦਲਣ ਦਾ, ਉਹ ਇਹਦੇ ਨਾਲ ਉਸ ਲੈਵਲ 'ਤੇ ਮੈਚ ਕਰ ਰਹੀਆਂ ਨੇ। ਜਾਂ ਜੇ ਨਹੀਂ ਬਦਲ ਰਿਹਾ, ਜਿਹੜਾ ਮੈਂ ਤੁਹਾਡੇ ਤੋਂ ਪੁੱਛ ਰਿਹਾ ਸੀ ਕਿਉਂ ਨਹੀਂ ਬਦਲ ਰਿਹਾ, ਜਿਹੜਾ ਇੱਕ ਆ ਨਾ ਕਿ ਆਪਾਂ ਬਹੁਤ ਸਾਲਾਂ ਤੋਂ ਪ੍ਰੈਕਟਿਸ 'ਚ ਨੇ ਬਹੁਤ ਸਾਰੀਆਂ ਧਿਰਾਂ, ਕਿਉਂ ਨਹੀਂ ਉਹ ਚੀਜ਼ਾਂ ਸ਼ੇਪ ਲੈ ਰਹੀਆਂ ਜਿਨ੍ਹਾਂ ਨੂੰ ਉਹ ਦਿਵਾਉਣਾ ਚਾਹੁੰਦੇ ਨੇ ਉਹ ਸ਼ੇਪ? ਮੈਨੂੰ ਲੱਗਦਾ ਕਿ ਹੌਲੀ ਹੌਲੀ ਇੱਕ ਡਾਇਰੈਕਸ਼ਨ ਤਾਂ ਬਣੀ ਹੈ ਥੋੜ੍ਹੀ ਜਿਹੀ। ਡਾਇਰੈਕਸ਼ਨ ਐ ਨਹੀਂ ਕਿ ਕਿਹੜੀ ਧਿਰ ਨੇ ਬਣਾਤੀ, ਮੈਨੂੰ ਲੱਗਦਾ ਡਾਇਰੈਕਸ਼ਨ ਕਿਸਾਨ ਅੰਦੋਲਨ ਨੇ ਬਣਾਈ ਹੈ। ਕਿਸਾਨ ਅੰਦੋਲਨ ਨੇ ਸੁਭਾਵਿਕ ਤਰੀਕੇ ਨਾਲ ਕੀ ਗੱਲ ਕੀਤੀ ਹੈ, ਜਿਹੜੀ ਨਿਸ਼ਾਨਦੇਹੀ ਕੀਤੀ ਹੈ ਪ੍ਰੋਬਲਮ ਜਿਹਦੀ, ਉਹ ਕਾਫੀ ਸਟੀਕ ਕੀਤੀ ਹੈ ਮੁਕਾਬਲਤਨ। ਨੰਬਰ 1 ਤਾਂ ਉਹਨੇ ਕੀ ਕੀਤਾ, ਉਹ ਇਹ ਕਹਿ ਰਿਹਾ ਕਿ ਸਾਡੀ ਲੜਾਈ ਕਾਰਪੋਰੇਟ ਡਿਵੈਲਪਮੈਂਟ ਦੇ ਮਾਡਲ ਨਾਲ ਹੈ। ਇਹਦਾ ਮਤਲਬ ਵੱਡੀ ਲੜਾਈ ਹੈ ਦੁਨੀਆ ਜਿਹੜੀ ਗਲੋਬਲ ਲੈਵਲ 'ਤੇ, ਚਾਹੇ ਨੌਮ ਚਮਸਕੀ ਹੋਵੇ, ਚਾਹੇ ਬਾਕੀ ਲੋਕ ਕੌਣ ਕਹਿਣ ਕਿ ਬੀਕਨ ਆਫ ਲਾਈਟ ਹਾਊਸ ਹੈ ਜਿਹੜਾ ਇਹ ਸਾਰਾ ਕੁਛ ਹੈ, ਔਰ ਚਾਨਣ ਮੁਨਾਰੇ ਦਾ ਕੰਮ ਕਰ ਰਿਹਾ ਕਨਸੈਪਟ ਦੇ ਤੌਰ 'ਤੇ। ਤੇ ਬਾਕੀ ਲੋਕ ਕਹਿੰਦੇ ਸੀ ਪਰ ਉਹ ਆਪੋ ਆਪਣਾ ਸੀ, ਉਹ ਜਚਾ ਨਹੀਂ ਪਾਏ ਲੋਕਾਂ ਤੱਕ। ਮਤਲਬ ਇੰਨੀ ਕੱਲਾ ਹੁਣ ਘਰ ਜਾ ਕੇ ਕਿਸਾਨ ਵੀ ਇਹ ਕਹਿੰਦਾ ਵੀ ਇਹ ਕਾਰਪੋਰੇਟ ਹੈ, ਅਡਾਨੀ ਹੈ, ਅੰਬਾਨੀ ਹੈ, ਫਲਾਨਾ ਧਿਮਕਾ, ਉਹਨਾਂ ਦੇ ਇੱਕ ਜਹਨ ਦਾ ਹਿੱਸਾ ਬਣ ਗਿਆ, ਚੇਤਨਾ ਦਾ ਹਿੱਸਾ ਬਣ ਗਿਆ। ਦੂਜੀ ਗੱਲ ਉਹਨਾਂ ਨੇ ਇਹ ਆਇਡੈਂਟੀਫਾਈ ਕਰ ਲਈ ਹੈ ਕਲੀਅਰ ਕੱਟ ਕਿ ਇਹ ਸੈਂਟਰਲਾਈਜੇਸ਼ਨ ਆਫ ਪਾਵਰ ਜਿਹੜੀ ਹੈ ਖਤਰਨਾਕ ਹੈ ਕਿਸੇ ਵੀ ਤਰ੍ਹਾਂ ਦੀ। ਹੁਣ ਸੈਂਟਰਲਾਈਜੇਸ਼ਨ ਆਫ ਪਾਵਰ ਜੇ ਕੋਈ ਖੱਬੇ ਪੱਖੀ ਵੀ ਰੱਖੂਗਾ ਤਾਂ ਵੀ ਮਾੜੀ ਹੈ, ਇਹਦਾ ਮਤਲਬ ਲੋਕਾਂ ਦਾ ਮਨ ਹੀ ਬਣ ਰਿਹਾ। ਸੈਂਟਰਲਾਈਜੇਸ਼ਨ ਆਫ ਪਾਵਰ ਜੇ ਕੋਈ ਸੱਜੇ ਪੱਖੀ ਰੱਖੂ ਉਹਦੀ ਵੀ ਪ੍ਰੋਬਲਮ ਹੈ। ਇੱਕ ਨਵੇਂ ਡੈਮੋਕ੍ਰੇਸੀ ਦੇ ਮਾਡਲ ਦੀ ਗੱਲ ਕਰਦਾ, ਉਹ ਕਹਿੰਦਾ ਕਿ ਨਹੀਂ ਸਾਨੂੰ ਫੈਡਰਲ ਸਟਰਕਚਰ ਚਾਹੀਦਾ, ਇਹ ਅੰਦੋਲਨ ਇਹ ਕਹਿੰਦਾ। ਤੀਜੀ ਗੱਲ ਇਹ ਅੰਦੋਲਨ ਇਹ ਕਹਿੰਦਾ ਉਹਦੇ 'ਚ ਮੁਕਾਬਲਤਨ ਕਿ ਨਹੀਂ ਇੰਪਾਵਰਮੈਂਟ ਆਫ ਪੀਪਲ, ਪਾਰਦਰਸ਼ਤਾ ਤੇ ਜਵਾਬਦੇਹੀ ਵੀ ਚਾਹੀਦੀ ਹੈ। ਪਾਰਦਰਸ਼ਤਾ ਤੇ ਜਵਾਬਦੇਹੀ ਦਾ ਉਹਨੇ ਕਿੰਨੇ ਚੀਜ਼ਾਂ ਸਾਹਮਣੇ ਲਿਆਂਦੀਆਂ, ਚਾਹੇ ਵੋਟਰ ਵਿਪ ਜਾਰੀ ਕੀਤਾ ਹੋਵੇ, ਚਾਹੇ ਮਤਵਾਜੀ ਸੰਸਦ ਗੱਲ ਕੀਤੀ ਹੋਵੇ, ਚਾਹੇ ਪੋਲੀਟੀਕਲ ਪਾਰਟੀਆਂ ਨੂੰ ਬੁਲਾ ਕੇ ਕਿਹਾ ਹੋਵੇ ਤੁਸੀਂ ਭਾਈ ਇਹ ਨਾ ਕਰੋ, ਹਜੇ ਵੱਡੀਆਂ ਰੈਲੀਆਂ ਨਾ ਕਰੋ, ਤੁਹਾਨੂੰ ਆ ਉਹ ਜਵਾਬਦੇਹੀ ਹੈ। ਜਦੋਂ ਅੰਦੋਲਨ ਦੇ ਕਹੇ ਤੇ ਉੱਥੇ ਫੜ ਕੇ ਖੜ੍ਹਦੇ ਨੇ 4 ਟੈਂਪੀ ਬਾਹਰ, ਤੇ ਅੰਦਰ ਵੀ ਆਪਦੇ ਆਪ ਨੂੰ ਸਾਬਤ ਕਰਦੇ ਨੇ ਅਸੀਂ ਤੁਹਾਡੇ ਨਾਲ ਆ, ਇਸ ਤਰੀਕੇ ਦੇ ਵਿੱਚ। ਇਹਦਾ ਮਤਲਬ ਹੁਣ ਜਿਵੇਂ ਇਹ ਅੰਦੋਲਨ ਨੇ ਇੱਕ ਗੱਲ ਕਰਤੀ ਹੈ ਕਿ ਹਾਰ ਲੈ ਕੇ ਨਹੀਂ ਖੜਨਾ, ਲੀਡਰਾਂ ਦੀ ਸਵਾਲ ਲੈ ਕੇ ਖੜਨਾ। ਹਰੇਕ ਪਿੰਡ ਦੇ ਵਿੱਚ ਲੀਡਰ ਜਾਣੋਂ ਝਿਜਕਦਾ, 200 ਬੰਦਾ ਖੜਾ ਹੁੰਦਾ, ਹੁਣ ਪਹਿਲਾਂ ਤਾਂ 200 ਲਾਈਨ 'ਚ ਖੜਾ ਹੁੰਦਾ ਸੀ ਮੇਰਾ ਹਾਰ ਪੈ ਜੇ, ਹੁਣ ਉਹ ਸਵਾਲ ਲੈ ਕੇ ਖੜਦਾ। ਮੇਰੇ ਖਿਆਲ ਸਾਡੇ ਅਸਲ 'ਚ ਜਿਹੜੀ ਡੈਮੋਕ੍ਰੇਸੀ ਦਾ ਮਾਡਲ ਸੀ ਨਾ, ਸਾਨੂੰ ਐਵੇਂ ਹੀ ਮਿਲ ਗਿਆ ਉੱਪਰੋਂ ਆ ਕੇ। ਅਸੀਂ ਇੱਕ ਸੰਵਿਧਾਨ ਬਣਾ ਲਿਆ, ਇੱਕ ਚੀਜ਼ ਸਵਿਟਜ਼ਰਲੈਂਡ ਤੋਂ ਲੈ ਲਈ, ਦੂਜੀ ਚੀਜ਼ ਅਸੀਂ ਕੈਨੇਡਾ ਤੋਂ ਲੈ ਲਈ, ਤੀਜੀ ਚੀਜ਼ ਅਸੀਂ ਅਮਰੀਕਾ ਤੋਂ, ਕੁਛ ਇੰਗਲੈਂਡ ਤੋਂ ਲੈ ਲਈ, ਲਿਆ ਕੇ ਇੱਕ ਸੰਵਿਧਾਨ ਬਣ ਗਿਆ। ਸਾਡੇ ਇਵਾਲਵ ਨਹੀਂ ਹੋਈ ਡੈਮੋਕ੍ਰੇਸੀ ਹੇਠੋਂ। ਜਿਹੜੀ ਯੂਰਪੀਅਨ ਡੈਮੋਕ੍ਰੇਸੀ ਦੀ ਅਸੀਂ ਗੱਲ ਤੇ ਇੱਥੇ ਡਿਫਰੈਂਸ ਦੀ ਗੱਲ ਕਰਦੇ ਹਾਂ, ਇੱਕ ਉੱਥੋਂ ਇਵਾਲਵ ਕਰਨਾ ਹੁੰਦਾ, ਜਿਹੜੇ ਸਹਿਜ ਵਿਕਾਸ 'ਚੋਂ ਇਵਾਲਵ ਹੋ ਜਾਂਦੀ ਹੁੰਦੀ ਹੈ ਚੀਜ਼, ਉਹ 'ਚ ਇੰਸਟੀਟਿਊਸ਼ਨ 'ਚ ਵੀ ਬਿਲਡ ਹੁੰਦੀਆਂ ਨੇ,
ਉਹਦੇ 'ਚ ਬੰਦਿਆਂ ਦਾ ਲੈਵਲ ਵੀ ਚੇਤਨਾ ਦਾ ਉਹਦੇ ਨਾਲ ਬਿਲਡ ਹੁੰਦਾ ਤੇ ਉਹ ਬਾਕੀ ਦੇ ਵੀ। ਇਹ ਰਿਚੁਅਲਿਜ਼ਮ ਤੱਕ ਲੈ ਗਏ ਅਸੀਂ ਚੱਲ ਕੇ। ਸਾਡੇ ਇੱਕੋ ਹੀ ਗੱਲ ਇਵੋਲਵ ਹੋਈ ਕਿ ਅਸੀਂ ਵੋਟ ਸਾਰਿਆਂ ਨੂੰ ਹੱਕ ਦੇਤਾ ਬਸ। ਇਹ ਵੀ ਇਵੋਲਵ ਨਹੀਂ ਹੋਈ, ਮਤਲਬ ਉੱਪਰੋਂ ਹੀ ਆ ਗਿਆ ਵੀ ਸਭ ਨੂੰ ਆਪਾਂ ਵੋਟ ਦਾ। ਪਰ ਡੈਮੋਕ੍ਰੇਸੀ ਦੇ ਕਿਹੜੀਆਂ ਬਾਕੀ ਚੀਜ਼ਾਂ ਨੇ? ਹੁਣ ਸਾਡੇ ਜਿਹੜੀਆਂ ਸੰਸਥਾਵਾਂ ਨੇ ਇਸ ਮਾਹੌਲ 'ਚ ਆਪਾਂ ਦੇਖੀਏ, ਜਿਹੜੀਆਂ ਸੰਵਿਧਾਨਕ ਸੰਸਥਾਵਾਂ ਨੇ ਉਹ ਵੀ ਲਿਟ ਗਈਆਂ ਨੇ ਗੌਰਮੈਂਟ ਆਫ ਇੰਡੀਆ ਸਾਹਮਣੇ। ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਚੇਅਰਮੈਨ ਦੀ ਤੁਸੀਂ ਸਪੀਚ ਸੁਣੋ 28ਵੇਂ ਉਹਦੇ ਤੇ ਅਮਿਤ ਸ਼ਾਹ ਨੂੰ ਕਹਿ ਰਿਹਾ ਕਿ ਜੀ ਸਾਧ ਸਾਹਿਬ ਤੁਸੀਂ ਕਮਾਲ ਕਰਤੀ, ਤੁਹਾਡੇ ਹੋਣ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਇੱਕ ਨਵੇਂ ਯੁੱਗ ਦਾ ਸ਼ੁਰੂਆਤ ਹੋਈ ਹੈ। ਜੰਮੂ ਕਸ਼ਮੀਰ ਜਿਹਨੂੰ ਖੁੱਲੀ ਜੇਲ੍ਹ ਬਣਾ ਦਿਓ ਤੁਸੀਂ, ਤੇ ਖੁੱਲੀ ਜੇਲ੍ਹ ਬਣਾ ਕੇ 2 ਸਾਲਾਂ ਤੇ ਇੱਕ ਵੀ ਬੰਦੇ ਦੀ ਗੱਲ ਨਾ ਸੁਣੋ। ਜਿੱਦਣ ਇਹ ਤੋੜਿਆ ਉਦੋਂ 7000 ਸ਼ਿਕਾਇਤਾਂ ਸਟੇਟ ਹਿਊਮਨ ਰਾਈਟਸ ਕਮਿਸ਼ਨ ਦੇ ਕੋਲ ਪਈਆਂ ਸੀ, ਬੰਦੇ ਗਾਇਬ ਦੀਆਂ। ਉਦੋਂ ਬਾਅਦ ਕਮਿਸ਼ਨ ਭੰਗ ਹੈ, ਨਵੀਂ ਕਿਤੇ ਜਾ ਨਹੀਂ ਸਕਦੀ, ਤੇ ਕਿੰਨੇ ਬੰਦੇ ਗਾਇਬ ਹੋਣਗੇ ਕਿਹਨੂੰ ਕੀ ਪਤਾ। ਤੇ ਉਹਨੂੰ ਹਿਊਮਨ ਰਾਈਟਸ ਕਮਿਸ਼ਨ ਜਿਹਦੇ ਕੋਲ ਜਾਣਾ ਹੈ ਬੰਦਿਆਂ ਨੇ, ਉਹ ਇਹ ਕਹਿ ਰਿਹਾ ਨਵੇਂ ਯੁੱਗ ਦੀ ਸ਼ੁਰੂਆਤ ਆ ਗਈ, ਤਾਂ ਕਿੱਥੋਂ ਜਸਟਿਸ ਦੀ ਉਮੀਦ ਰੱਖੂਗਾ ਕੋਈ ਅੰਨਾ। ਤੇ ਇਸ ਤਰ੍ਹਾਂ ਜਿੰਨੇ ਵੀ ਜਦੋਂ ਫਲੋਇਡ ਅਮਰੀਕਾ 'ਚ ਹੋਇਆ ਤੇ ਉੱਥੇ ਦਾ ਤਾਂ ਇੱਕ ਪੁਲਿਸ ਅਫਸਰ ਤੱਕ ਇਹ ਕਹਿੰਦਾ ਰਾਸ਼ਟਰਪਤੀ ਨੂੰ ਕਿ ਜੇ ਮਤਲਬ ਚੰਗਾ ਨਹੀਂ ਬੋਲ ਸਕਦਾ, ਜ਼ੁਬਾਨ ਤਾਂ ਬੰਦ ਰੱਖ ਸਕਦਾ। ਇਹ ਜਿਹੜੀਆਂ ਸੰਵਿਧਾਨਕ ਸੰਸਥਾਵਾਂ ਬਿਲਡ ਹੋਣੀਆਂ ਹੁੰਦੀਆਂ ਨੇ ਸਾਡੇ, ਜਿਹੜੀਆਂ ਖੜੀਆਂ ਰਹਿੰਦੀਆਂ ਨੇ ਡੈਮੋਕ੍ਰੇਸੀ ਨੂੰ ਬਚਾ ਕੇ, ਉਹ ਨਹੀਂ ਬਿਲਡ ਹੋਈਆਂ। ਇਸੇ ਦੇ ਵਿੱਚੋਂ ਨਿਕਲਿਆ ਪਾਵਰ ਜਿਹੜਾ ਸਾਡੇ ਪੋਲੀਟੀਕਲ ਸੈਟਅਪ ਦੇ ਵਿੱਚ ਇਹੋ ਜਿਹਾ ਸਿਸਟਮ ਜਿਹੜਾ ਸਾਡੇ ਹੁਣ ਆ ਰਿਹਾ। ਔਰ ਇਸ ਕਰਕੇ ਜ਼ਰੂਰੀ ਚੀਜ਼ ਸੀਗੀ ਮੇਰਾ ਖਿਆਲ ਹੈ ਕਿ ਅਸੀਂ ਡੈਮੋਕ੍ਰੇਸੀ ਨੂੰ ਨੀਚਿਓਂ ਫੜਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਔਰ ਨੀਚਿਓਂ ਫੜ ਕੇ ਲੋਕਾਂ ਨੂੰ ਇੱਕ ਜਾਗਰੂਕ ਮਾਹੌਲ ਦਿੰਦੇ। ਇਹ ਮੋਰਚਾ ਇੱਕ ਲੈਵਲ ਦਾ ਕੰਮ ਉਸ ਲੈਵਲ। ਪਰ ਆਰਗੂਮੈਂਟ ਕਰਨ ਵਾਲੇ ਤੇ ਤਾਂ ਕਹਿੰਦੇ ਕਿ ਡੈਮੋਕ੍ਰੇਸੀ ਤਾਂ ਕੋਈ ਚੀਜ਼ ਨਹੀਂ ਹੁੰਦੀ, ਨਾ ਕਦੇ ਬੰਦਾ ਡੈਮੋਕ੍ਰੇਟਿਕ ਹੁੰਦਾ, ਨਾ ਕਦੇ ਇੰਸਟੀਟਿਊਸ਼ਨ ਹੁੰਦੇ ਨੇ। ਇਹ ਤਾਂ ਇੱਕ ਕਹਿਣ ਦੀ ਗੱਲ ਹੈਗਾ, ਇੱਕ ਵੈਸਟਰਨ ਥਾਟ ਸੀ, ਤੁਹਾਨੂੰ ਜਚਾ ਦਿੱਤਾ ਗਿਆ ਪੂਰੀ ਦੁਨੀਆ ਨੂੰ। ਨਾ ਕਿਤੇ ਨਹੀਂ ਜਚਾ ਦਿੱਤਾ ਗਿਆ। ਮੈਨੂੰ ਲੱਗਦਾ ਸਾਡੇ ਕਲਚਰ 'ਚ ਵੀ ਅਸੀਂ ਮੰਨਦੇ ਹੀ ਨਹੀਂ। ਜੇ ਉਹ ਅਲੱਗ ਗੱਲ ਹੋ ਸਕਦੀ ਹੈ। ਜੇ ਸਿੱਖ ਫਿਲਾਸਫੀ ਦੀ ਮੈਂ ਗੱਲ ਕਰਾਂ, ਗੁਰੂ ਨੇ 5 ਪ੍ਰਧਾਨੀ ਦਾ ਕਨਸੈਪਟ ਦਿੱਤਾ, 5 ਪਿਆਰਿਆਂ ਦਾ। ਜੇ ਚਮਕੌਰ ਦੀ ਗੜੀ 'ਚ ਗੁਰੂ ਲੜ ਰਿਹਾ ਤੇ ਉਹਨੂੰ ਨਹੀਂ ਲੱਗ ਰਿਹਾ ਇਹ ਗੱਲ ਕਿ ਮੈਂ ਨਹੀਂ ਜਾਣਾ, ਮੈਂ ਇੱਥੇ ਲੜਨਾ ਚਾਹੁੰਦਾ, ਤੇ ਜੇ ਜਿੰਨੇ ਬੰਦੇ ਉੱਥੇ ਮੌਜੂਦ ਨੇ 5 ਪਿਆਰੇ ਹੋ ਕੇ ਕਹਿੰਦੇ ਤੁਹਾਨੂੰ ਜਾਣਾ ਪਏਗਾ ਤੇ ਇਹ ਸਾਡਾ ਹੁਕਮ ਹੈ, ਤਾਂ ਗੁਰੂ ਨੂੰ ਮੰਨ ਕੇ ਅੱਗੇ ਤੁਰਦਾ। ਤੇ ਇਸ ਕਰਕੇ ਜਦੋਂ ਇਹ ਇੱਕ ਕਲਚਰ ਆਉਂਦਾ, ਫਿਰ ਸਰਬੱਤ ਖਾਲਸੇ ਦਾ ਕਲਚਰ ਆਉਂਦਾ। ਜਿੰਨੀਆਂ ਮਿਸਲਾਂ ਸੀ, ਮਿਸਲਾਂ ਦੇ ਹਥਿਆਰ ਬਾਹਰ ਰਖਾ ਕੇ ਅੰਦਰ ਬੈਠ ਕੇ ਗੱਲ ਹੁੰਦੀ ਸੀ। ਅਲੱਗ-ਅਲੱਗ ਲੜਨ ਦੇ ਬਾਵਜੂਦ ਜਦੋਂ ਸਾਂਝੀਆਂ ਲੜਦੀਆਂ ਸੀ ਤਾਂ ਉਹਦੇ 'ਚੋਂ ਇੱਕ ਸਿੱਖ ਰਾਜ ਇਵਾਲਵ ਹੁੰਦਾ ਉਸ ਪੱਧਰ ਦੇ ਉੱਤੇ। ਤੇ ਉਸ ਤੋਂ ਬਾਅਦ ਫਿਰ ਇੱਕ ਮੁਹਾਵਰਾ ਬਣਦਾ ਕਿ ਸਾਡੇ ਸਿਧਾਂਤ ਦੇ ਵਿੱਚ ਸੰਗਤ 21 ਵਿਸਵੇ ਤੇ ਗੁਰੂ 20 ਵਿਸਵੇ ਹੈ। ਸੰਗਤ ਉਦੋਂ ਵੱਡਾ ਰੂਪ ਹੈ, ਤੇ ਜੇ ਬੈਠ ਕੇ ਸਿਆਣੇ ਲੋਕ ਜਿਹੜੇ ਫੈਸਲਾ ਕਰਦੇ ਨੇ ਉਹਦੀ ਗੱਲ ਹਰ ਇੱਕ ਨੂੰ ਮੰਨਣੀ ਪਏਗੀ। ਸਾਡੇ ਕਲਚਰ 'ਚ ਵੀ ਇਨਬਿਲਟ ਹੈ। ਜਿਹੜੇ ਲੋਕੋ ਕਹਿੰਦੇ ਨੇ ਉਹ ਅਲੱਗ ਗੱਲ, ਬੜਾ ਲੰਮਾ ਸਮਾਂ ਰਹੀ, ਐ ਨਹੀਂ ਕਿ ਇੱਕ ਵਾਰ ਰਹੀ, ਕਾਫੀ ਲੰਮਾ ਸਮਾਂ। ਤੇ ਇਹਦੇ 'ਚ ਵਿਗਾੜ ਪੈਦਾ ਹੋਇਆ ਹੌਲੀ ਹੌਲੀ ਚੱਲ ਕੇ। ਈਵਨ ਰਣਜੀਤ ਸਿੰਘ ਵੇਲੇ ਵੀ ਥੋੜ੍ਹਾ ਵਿਗਾੜ ਆਇਆ ਉਹਦੇ 'ਚ, ਪਰ ਉਹ ਵੀ ਇੱਕ ਲੈਵਲ 'ਤੇ ਅਕਾਲ ਤਖਤ 'ਤੇ ਜੁੱਤੀਆਂ ਖਾ ਲੈਂਦਾ ਆ ਕੇ, ਜੇਕਰ ਉਸ ਲੈਵਲ 'ਤੇ ਨਹੀਂ ਹੁੰਦਾ। ਫਿਰ ਵੀ ਲੋਕ ਲੜਦੇ ਰਹੇ, ਚਾਹੇ ਆਜ਼ਾਦੀ ਦੀ ਮੂਵਮੈਂਟ, ਚਾਹੇ ਬਾਕੀ ਦੀਆਂ ਮੂਵਮੈਂਟਾਂ ਦੇ ਵਿੱਚ। ਇੱਥੇ ਆ ਕੇ ਜਦੋਂ ਸਵਾਰਥੀ ਮਨੁੱਖ ਪੈਦਾ ਕਰਤਾ ਉਸੇ ਪੱਧਰ ਦਾ, ਤੇ ਉਹੀ ਗੱਲ ਮਤਲਬ ਸਾਡੇ ਸਾਹਮਣੇ ਆਉਂਦੀ ਹੈ। ਜੇ ਤੁਸੀਂ ਇਦੋਂ ਪਹਿਲਾਂ ਜਾਤ ਦੇ ਕੁਐਸਚਨ ਦੀ ਗੱਲ ਕਰੋ, 12 ਅਕਤੂਬਰ 1920 ਦਾ ਉਹ ਮੌਕਾ, ਜਦੋਂ ਦਲਿਤਾਂ ਦੀ ਪ੍ਰਸਾਦ ਨਹੀਂ ਸੀ ਲੈਂਦੇ ਪੁਜਾਰੀ ਜਾ ਕੇ, ਉਸ 'ਚ ਸਾਰੇ ਲੋਕ ਗਏ, ਦਲਿਤ ਖਾਲਸਾ ਕਾਲਜ ਦੇ ਪ੍ਰੋਫੈਸਰ ਗਏ, ਤੇ ਬਾਕੀ ਦੇ ਲੋਕ ਜਥੇਦਾਰ ਪੁੱਛਰ ਵਰਗੇ ਬੰਦੇ ਮੂਹਰੇ ਲੱਗੇ, ਪੁਜਾਰੀਆਂ ਨੂੰ ਭਜਾਇਆ। ਉੱਥੋਂ SGPC ਜਨਮ ਲੈਂਦੀ ਹੈ, ਤੇ ਉੱਥੋਂ ਬਾਕੀ ਦੀਆਂ ਚੀਜ਼ਾਂ ਅਕਾਲ ਤਖਤ ਦਾ ਜਿਹੜਾ ਸੰਚਾਲਨ ਇੱਕ ਸਹਿਮਤੀ ਨਾਲ ਹੋਏਗਾ ਉਹ ਜਨਮ ਲੈਂਦਾ। ਮਤਲਬ ਉਹ ਜਿਹੜੀ ਸਾਡੇ ਕਲਚਰ ਤੋਂ, ਸਾਡੇ ਸੱਭਿਆਚਾਰ 'ਚੋਂ ਵਿਕਸਿਤ ਕਰਨ ਵਾਲੀ ਡੈਮੋਕ੍ਰੇਸੀ ਦਾ ਰੂਪ ਸੀ, ਉਹ ਨਹੀਂ ਅਸੀਂ ਕੰਟੀਨਿਊ ਕਰ ਪਾਏ। ਸਾਡੇ ਕੋਲ ਉਸ ਲੈਵਲ ਦੇ ਉਸ ਪਾਏ ਦੇ ਬੰਦੇ ਸਾਨੂੰ। ਪਰ ਇਹੀ ਕਿਹਾ ਗਿਆ ਨਾ, ਚਾਹੇ SGPC ਆ ਜਾਂ ਸਾਡਾ ਹੋਰ ਸਿਸਟਮ ਜਿਹੜਾ ਵੈਸਟਰਨ ਥਾਟ ਆਇਆ, ਇਹ ਰਵਾਇਤ ਸਿੱਖਾਂ 'ਚ ਵੀ ਇਹ ਕਿਹਾ ਜਾਂਦਾ, ਰਵਾਇਤ ਵਾਲਾ ਵੀ ਵੈਸਟਰਨ ਥਾਟ ਨੇ ਹੁਣ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਆਲੋਚਨਾ ਹੁੰਦੀ ਹੈਗੀ, ਹੈ ਨਾ। ਮਾਰਕਸਿਜ਼ਮ ਦੇ ਅੰਦਰ ਵੀ ਨਿਊ ਮਾਰਕਸਿਸਟ ਪੈਦਾ ਹੋ ਗਏ, ਜਿਹੜੇ ਚੀਜ਼ਾਂ ਦੀ ਵਿਆਖਿਆ ਹੋਰ ਤਰ੍ਹਾਂ ਕਰ ਰਹੇ ਨੇ। ਉਹਦੀ ਬਹੁਤ ਵੱਡੀ ਆਲੋਚਨਾ ਅੱਗੇ ਪੋਸਟ ਮਾਡਰਨਿਜ਼ਮ, ਉਹਦੀ ਇੱਕ ਪੂਰਾ ਕ੍ਰਿਟੀਕ ਆਗਾ ਮਾਡਰਨਿਟੀ ਦਾ, ਕਿ ਆਧੁਨਿਕਤਾ ਨੇ ਤਾਂ ਬੇੜਾ ਗਰਕ ਕਰਤਾ ਦੁਨੀਆ ਦਾ। ਨਹੀਂ, ਬਿਲਕੁਲ। ਆਧੁਨਿਕਤਾ ਕੀ ਹੈ? ਇਹ ਅਲੱਗ-ਅਲੱਗ ਚੀਜ਼ਾਂ ਨੇ। ਆਧੁਨਿਕਤਾ ਕਿਹਨੂੰ ਕਹਿੰਦੇ ਹੋ ਤੁਸੀਂ? ਕੀ ਆਧੁਨਿਕਤਾ ਦੇ ਵਿੱਚ ਤਾਂ ਬਹੁਤ ਚੀਜ਼ਾਂ ਬਾਕੀ ਆ ਗਿਆ। ਕੀ ਸੋਚ ਪ੍ਰਣਾਲੀ ਜਿਹੜੀ ਹੈ, ਵੱਖ-ਵੱਖ ਕਲਚਰ ਨੇ। ਮੈਨੂੰ ਲੱਗਦਾ ਪ੍ਰੋਬਲਮ ਉੱਥੇ ਆਉਂਦੀ ਹੈ ਕਿ ਜਦੋਂ ਸਾਰੀ ਦੁਨੀਆ ਦੇ ਵਿੱਚ ਇੱਕ ਡਾਇਰੈਕਸ਼ਨ ਤੈਅ ਹੋ ਜਾਂਦੀ ਹੈ ਕਿ ਦੁਨੀਆ ਐਵੇਂ ਹੀ ਚੱਲਣੀ ਚਾਹੀਦੀ ਹੈ, ਇੱਕੋ ਟਾਈਪ ਦੀ ਭਾਸ਼ਾ ਸਭ 'ਤੇ ਬਲਡੋਜ਼ ਹੋ ਜਾਏ, ਇੱਕੋ ਟਾਈਪ ਦਾ ਕਲਚਰ, ਇੱਕੋ ਟਾਈਪ ਦਾ ਪਹਿਰਾਵਾ, ਇੱਕੋ ਟਾਈਪ ਦੀ ਬੋਲੀ, ਇੱਕੋ ਟਾਈਪ ਦਾ ਸਾਰਾ ਕੁਝ, ਇਹ ਅਨਨੈਚੁਰਲ ਹੈ। ਇਸੇ ਕਰਕੇ ਅੱਜ ਕੱਲ੍ਹ ਡਿਬੇਟ ਇਹ ਵੀ ਹੋ ਰਹੀ ਹੈ ਨੋਰਮਲੀ, ਕੀ ਕੋਈ ਇਹੋ ਜਿਹਾ ਮਾਡਲ ਹੋ ਸਕਦਾ ਜਿਹੜਾ ਸਾਰੀ ਦੁਨੀਆ 'ਚ ਇੱਕੋ ਤਰ੍ਹਾਂ ਲਾਗੂ ਹੋਵੇ? ਜੇ ਨੇਚਰ 'ਚ ਨਹੀਂ ਹੈ ਤਾਂ ਉਹ ਸਮਾਜ 'ਚ ਕਿਵੇਂ ਹੋ ਸਕਦਾ?
ਤੇ ਜੇ ਨੇਚਰ ਨੂੰ ਹੀ ਤੁਸੀਂ ਫੋਲੋ ਕਰਦੇ ਹੋ ਨਾ ਸਾਰੇ, ਸਾਡਾ ਸਿਧਾਂਤ ਵੀ ਬਲਿਹਾਰੀ ਕੁਦਰਤ ਤੇ ਵਸੀਏ ਦਾ ਸਾਰੀ ਦੁਨੀਆ ਦੇ ਵਿੱਚ ਵੀ, ਜਿਹਨੂੰ ਤੁਸੀਂ ਮਾਡਰਨ ਕਲਚਰ ਯੂਰਪ ਨੇ ਤਾਂ ਠੀਕ ਹੈ ਮਾਡਰਨਿਟੀ ਉਹ ਤਾਂ ਆਈ ਕਿਉਂਕਿ ਉਹਨੇ ਸੈਂਕੜੇ ਸਾਲ, ਸਾਡੇ ਤਾਂ ਉਹਨੇ ਕਤਲ ਨਹੀਂ ਕੀਤੇ ਨਾ ਅਸੀਂ ਉਹਨੇ ਬੰਦੇ ਮਾਰੇ ਨੇ ਜਿੰਨੇ ਉਹਨਾਂ ਨੇ ਮਾਰੇ ਨੇ ਬੰਦੇ। ਉਹਨਾਂ ਨੇ ਤਾਂ ਬਹੁਤ ਬੰਦੇ ਮਾਰੇ, ਗਲਬੱਡ ਬੈਰ ਹੈ ਯੂਰਪ ਦੇ ਆਪਸੀ ਦੇਸ਼ਾਂ ਦਾ, ਮਤਲਬ 400 ਸਾਲ ਲੜਦੇ ਰਹੇ ਤੇ 400 ਸਾਲ ਦੇ ਵਿੱਚ ਬੰਦੇ ਟੋਕਰਿਆਂ 'ਚ ਵੱਡ ਸੜਦੇ ਰਹੇ ਤੇ ਫਿਰ ਵੀ ਕੋਈ ਪ੍ਰੋਬਲਮ ਨਹੀਂ ਸੀ। ਪਰ ਉਹਨਾਂ ਨੇ ਇੱਕ ਕੰਮ ਕੀਤਾ ਕਿ ਆਪਣੇ ਹਾਲਾਤ ਦੇ ਮੁਤਾਬਕ ਮੰਥਨ ਕੀਤਾ, ਬਹੁਤ ਜ਼ਿਆਦਾ ਸੰਵਾਦ ਕੀਤਾ, ਬਹੁਤ ਜ਼ਿਆਦਾ ਇੰਸਟੀਟਿਊਸ਼ਨਸ ਬਿਲਡ ਕੀਤੀਆਂ, ਵੱਡੀਆਂ ਯੂਨੀਵਰਸਿਟੀਆਂ, ਵੱਡੀਆਂ ਸੰਸਥਾਵਾਂ, ਜਿਨ੍ਹਾਂ ਨੇ ਉੱਥੇ ਇੱਕ ਮਾਹੌਲ ਉੱਥੇ ਦੇ ਲੋਕਾਂ ਲਈ ਦੇਤਾ, ਜਾਗਰੂਕਤਾ ਦਾ ਮਾਹੌਲ ਵੀ ਆਇਆ, ਇੱਕ ਪ੍ਰੋਟੈਕਸ਼ਨ ਵੀ ਆਈ ਤੇ ਸਾਰੀਆਂ ਚੀਜ਼ਾਂ ਆਈਆਂ। ਅਸੀਂ ਅਜੇ ਮੇਰੇ ਖਿਆਲ ਹੈ ਉਸ ਮਾਹੌਲ 'ਚ ਨਹੀਂ ਵਿਚਰੇ, ਪਰ ਸਾਡੇ ਕੋਲ ਸਾਡੇ ਵਰਗਾ ਮਾਹੌਲ ਤਾਂ ਸਾਡੇ ਵਰਗੀ ਆਧੁਨਿਕਤਾ, ਵਿਚਾਰਕ ਆਧੁਨਿਕਤਾ, ਜੇ ਗੁਰੂ ਗ੍ਰੰਥ ਸਾਹਿਬ ਉਦੋਂ ਤੋਂ ਆਧੁਨਿਕਤਾ ਦੀ ਜਿਹੜੀ ਗੱਲ ਕਰਦਾ, ਜਿਹੜੀਆਂ ਗੱਲਾਂ ਅਜੇ ਵੀ ਨਹੀਂ ਅਸੀਂ ਕਰ ਰਹੇ, ਜਿਹੜੀਆਂ ਗੱਲਾਂ ਈਵਨ ਯੂਰਪ ਨਹੀਂ ਬਹੁਤ ਚੀਜ਼ਾਂ ਦੇ ਵਿੱਚ ਕਰ ਰਿਹਾ। ਆਧੁਨਿਕਤਾ ਦਾ ਮਤਲਬ ਕੇਵਲ ਨਗੇਜ ਨਹੀਂ ਹੈ, ਆਧੁਨਿਕਤਾ ਦਾ ਮਤਲਬ ਸਭ ਚੀਜ਼ਾਂ ਦਾ ਨਗੇਸ਼ਨ ਨਹੀਂ ਹੈ। ਆਧੁਨਿਕਤਾ ਦਾ ਮਤਲਬ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਇੱਕ ਗੁਲਦਸਤੇ ਦੇ ਰੂਪ ਦੇ ਵਿੱਚ ਇੱਕ ਦੂਜੇ ਦੀ ਗੱਲ ਸੁਣਨਾ ਤੇ ਕਹਿਣਾ ਵੀ ਹੈ। ਤੇ ਉਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਕਿ ਅਸੀਂ ਅਸਲ 'ਚ ਇਹ ਕਰ ਲਿਆ, ਸਾਡੀ ਗੌਰਮੈਂਟ ਭਾਵੇਂ ਹੋਵੇ, ਸਾਡਾ ਕੋਈ ਬੁੱਧੀਜੀਵੀ ਵੀ ਹੋਵੇ, ਉਹ ਨਾਰਮਲੀ ਨਕਲ ਜ਼ਿਆਦਾ ਕਰਨ ਲੱਗ ਗਿਆ। ਓਰੀਜਨਲ ਰਿਸਰਚ ਅਸੀਂ ਬਹੁਤ ਘੱਟ ਕਰਤੀ ਕਿ ਸਾਡੇ 'ਚੋਂ ਵੀ ਅਸੀਂ ਕੀ ਕਰ ਸਕਦੇ ਹਾਂ, ਕਿਸ ਲੈਵਲ ਦੀ ਗੱਲ ਕਰ ਸਕਦੇ ਹਾਂ। ਪਰ ਇਹ ਵੀ ਤਾਂ ਇੱਕ ਗੱਲ ਕਰਨੀ ਪਏਗੀ ਨਾ, ਜੇ ਮਹਾਰਾਜਾ ਰਣਜੀਤ ਸਿੰਘ ਦਾ ਦੌਰ ਕਿੰਨਾ ਕੁ ਪੁਰਾਣਾ, ਜੇ ਫਰਾਂਸੀਸੀ ਆ ਕੇ ਤੇ ਬਾਕੀ ਦੇ ਵੈਸਟ ਦੇ ਲੋਕ ਆ ਕੇ ਇੱਥੇ ਨੌਕਰੀਆਂ ਕਰਦੇ ਨੇ, ਇਹਦਾ ਮਤਲਬ ਇੱਥੇ ਕੋਈ ਪ੍ਰਬੰਧ ਜਾਂ ਇੱਥੇ ਕੋਈ ਦੌਲਤ ਜਾਂ ਇੱਥੇ ਕੋਈ ਉਹ ਸਮਰੱਥਾ ਜ਼ਿਆਦਾ ਹੋਣੀ ਹੈ ਮੁਕਾਬਲਤਨ। ਜੇ 47 'ਚ ਵੀ, ਔਰ ਉਹਦੇ 'ਚ ਉਤਸ਼ਾ ਪਟਨਾਇਕ ਦਾ ਆਪਣੀ ਰਿਸਰਚ ਹੈ 100 ਸਾਲ ਦੀ ਅੰਗਰੇਜ਼ਾਂ ਦੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਪ੍ਰੋਫੈਸਰ, ਉਹ ਇਹ ਕਹਿੰਦੇ ਕਿ 45 ਟ੍ਰਿਲੀਅਨ ਡਾਲਰ ਲੈ ਗਿਆ ਅੰਗਰੇਜ਼ ਇੱਥੋਂ 100 ਸਾਲ ਦੇ ਵਿੱਚ, ਉਸ ਲੈਵਲ ਦੇ ਉੱਤੇ ਡਰੇਨ ਹੋਈ ਹੈ। ਪਿਕੈਟੀ ਵੀ ਇਹੀ ਕਹਿੰਦਾ ਕਿ ਡਰੇਨ ਹੋਈ ਹੈ ਸਾਰੀ ਦੀ ਸਾਰੀ ਦੌਲਤ, ਲੁੱਟੇ ਤੋਂ ਬਿਨਾਂ ਕੋਈ ਦੇਸ਼ ਨਹੀਂ। ਗੁਰੂ ਨਾਨਕ ਸਾਹਿਬ ਉਦੋਂ ਪਹਿਲਾਂ ਇਹੀ ਕਹਿ ਰਹੇ ਨੇ, ਹੋਰ ਕੀ ਪਾਪਾਂ ਬਾਝੋਂ ਹੋਵੇ ਨਹੀਂ ਮੋਇਆ ਸਾਥ ਨਾ ਜਾਏ। ਤੇ ਮਲਕ ਭਾਗੋ ਦਾ ਤੇ ਜੇ ਭਾਈ ਲਾਲੋ ਦੀ ਉਹ ਇੱਕ ਸਾਖੀ ਜੇਕਰ ਦਿੰਦੇ ਨੇ ਤਾਂ ਇਹੀ ਹੈ ਕਿ ਅਮਨ ਮੱਤੀ ਦੌਲਤ ਲੁੱਟੇ ਬਿਨਾਂ ਨਹੀਂ ਆ ਸਕਦੀ। ਉਹਨੂੰ ਤੁਸੀਂ ਧਾਰਮਿਕ ਐਂਗਲ ਤੋਂ ਕਹਿ ਦਿਓ ਜੋ ਮਰਜ਼ੀ ਹੈ, ਤੇ ਬਾਕੀ ਦੀਆਂ ਚੀਜ਼ਾਂ ਉਹ ਉਸ ਐਂਗਲ ਤੋਂ ਉਹ ਗੱਲ ਕਰ ਰਹੇ, ਕਿਉਂਕਿ ਹੁਣ ਫੈਕਟ ਆ ਗਏ, ਫੈਕਟ ਦੇ ਰੂਪ 'ਚ ਅਸੀਂ ਦੱਸ ਰਹੇ ਹਾਂ, ਜੇ ਉਹਨੂੰ ਹੀ ਸਾਬਤ ਕਰ ਰਹੇ ਨੇ ਕਿ ਇਸ ਤਰੀਕੇ ਨਾਲ ਤੁਸੀਂ ਚੱਲਦੇ ਹੋ। ਤੇ ਫਿਰ ਵੀ 47 ਤੱਕ ਵੀ ਇੰਨਾ ਲੁੱਟਣ ਤੋਂ ਬਾਅਦ ਵੀ ਡਾਲਰ ਦੀ ਕੀਮਤ 3 ਰੁਪਏ 30 ਪੈਸੇ ਸੀ। ਅੱਜ 80 ਤੇ 83 ਤੇ ਜਾਂ 75 ਤੇ ਕਿਉਂ ਰਹਿੰਦਾ? ਇਹਦਾ ਮਤਲਬ ਸਾਡੇ 'ਚ ਪਲਾਨਿੰਗ 'ਚ ਵੀ ਕੋਈ ਪ੍ਰੋਬਲਮ ਹੋਣੀ ਹੈ, ਸਾਡੀ ਵਿਉਂਤਬੰਦੀ 'ਚ ਕੋਈ ਪ੍ਰੋਬਲਮ ਹੋਣੀ ਹੈ। ਇਕੱਲਾ ਇਹ ਕਹਿ ਕੇ ਤਾਂ ਨਹੀਂ ਕੰਮ ਚੱਲ ਸਕਦਾ ਕਿ ਉਹ ਸਾਡੇ ਨਾਲ ਮਾਡਰਨ ਹੋ ਗਏ, ਅਸੀਂ ਕੁਛ ਹੋਰ ਨਹੀਂ ਕੀਤਾ, ਜਾਂ ਅਸੀਂ ਸਾਨੂੰ ਕਿਸੇ ਨੇ ਰੋਕਿਆ ਥੋੜ੍ਹੀ ਹੈ। ਸਾਡੀਆਂ ਯੂਨੀਵਰਸਿਟੀਆਂ, ਸਾਡੇ ਬੁੱਧੀਜੀਵੀ, ਸਾਡਾ ਸਰਕਾਰਾਂ ਕੀ ਕਰਦੀਆਂ ਸੀ ਹੁਣ ਤੱਕ, ਕਿਸ ਲੈਵਲ ਦੇ ਬੰਦੇ ਅਸੀਂ ਪੈਦਾ ਕਰਨੇ ਸੀ, ਕਿਉਂ ਹੁਣ ਪੈਦਾ ਕਰਨੇ ਛੱਡ ਗਏ ਹਾਂ? ਇਹ ਬਹੁਤ ਵੱਡਾ ਕੁਐਸਚਨ ਹੈ। ਜੇ ਪੰਜਾਬ ਦੇ ਵੀ ਏਜੰਡੇ ਦੀ ਅਸੀਂ ਗੱਲ ਕਰਦੇ, ਬਹੁਤ ਬੜਾ ਕੁਐਸਚਨ ਹੈ ਸਾਡੇ ਸਾਹਮਣੇ ਕਿ ਅਸੀਂ ਪੰਜਾਬ ਨੂੰ ਦੇਖਦੇ ਹੋਏ ਇਹਦੇ ਭਵਿੱਖ ਦੀ ਸਿਰਜਣਾ ਕਿਸ ਲੈਵਲ ਤੇ, ਸਾਡਾ ਆਈਡੀਅਲ ਕੀ ਹੋਏਗਾ। ਸਾਡੇ ਬੁੱਧੀਜੀਵੀ, ਸਾਡੇ ਯੂਨੀਵਰਸਿਟੀ ਫੇਲ ਹੋਈਆਂ ਨੇ ਇਸ ਮਸਲੇ, ਯਾਨੀ ਸਾਡੀਆਂ ਯੂਨੀਵਰਸਿਟੀਆਂ ਦਾ ਰੋਲ ਨਹੀਂ ਰਿਹਾ ਉਸ ਤਰ੍ਹਾਂ ਦਾ ਸਾਡੇ ਬੁੱਧੀਜੀਵੀਆਂ ਦਾ ਰੋਲ ਨਹੀਂ, ਮੈਨੂੰ ਉਹ ਨਹੀਂ ਰਿਹਾ ਕਿਉਂਕਿ ਡਾਇਰੈਕਸ਼ਨ ਹੀ ਬਦਲ ਗਈ ਟੋਟਲ ਸਾਰੇ ਸਿਸਟਮ ਦੀ, ਔਰ ਗੌਰਮੈਂਟਾਂ ਦੀ ਪਾਲਿਸੀ ਬਦਲ ਗਈ। ਯੂਨੀਵਰਸਿਟੀਆਂ ਕੋਲ ਤੁਸੀਂ ਕਹਿਤਾ ਵੀ ਤਨਖਾਹ ਦੇਣ ਜੋਗੇ ਹੀ ਪੈਸੇ ਨੇ ਤੇ ਇਸ ਤੋਂ ਵੱਧ ਕੋਈ ਰਿਸਰਚ ਨਹੀਂ ਹੋਏਗੀ। ਰਿਸਰਚ ਇੰਸਟੀਚਿਊਟ ਹੁੰਦੇ ਨੇ ਤਾਂ ਰਿਸਰਚ ਕਰਨੀ ਹੁੰਦੀ ਹੈ, ਉਹਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ। ਆ PhD ਕੋਲ ਮੈਂ 20 ਸਾਲ ਦਾ ਦੇਖ ਰਿਹਾ ਕਿ ਜਿੰਨਾ ਬਜਟ ਹੁੰਦਾ 300 ਕਰੋੜ ਹੈ ਜੀ, ਉਹ ਤਨਖਾਹ ਆਉਂਦਾ ਬਸ। ਬਾਕੀ ਤਾਂ ਕੋਈ ਪ੍ਰੋਜੈਕਟ ਉੱਥੋਂ ਮਿਲ ਜੇ ਫਿਰ ਉਹ ਦੂਜਾ ਹੀ ਕੰਮ ਚਲਾ ਦਿੰਦੇ ਨੇ। ਪ੍ਰੋਜੈਕਟ ਮਿਲਦਾ ਹੈ ਕੇਂਦਰ ਸਰਕਾਰ ਤੋਂ, ਇੱਥੇ ਯੂਨੀਵਰਸਿਟੀ ਪ੍ਰਚਾਰ ਤੇ ਲੱਗ ਜਾਂਦੀ ਹੈ ਪੰਜਾਬ ਦੇ ਵਿੱਚ। ਸਾਦੇ ਵਿਆਹ, ਸਾਦੇ ਭੋਗ, ਨਾ ਚਿੰਤਾ, ਪਤਾ ਨਹੀਂ ਨਾ ਕਿਹੜਾ ਰੋਗ ਜਿਹੜਾ ਉਹ ਨਹੀਂ ਲੱਗਦਾ। ਕੀ ਇਹੀ ਕਾਰਨ ਹੈ? ਇਹਦਾ ਮਤਲਬ ਤੁਸੀਂ ਇਹ ਪ੍ਰਚਾਰੋਗੇ PhU ਦਾ ਹੁਣ ਇਹ ਕੰਮ ਹੈ ਇਕੱਲਾ ਕਿ ਇਹ ਕਾਰਨ ਹੈ ਖੁਦਕਸ਼ੀਆਂ ਦਾ, ਇਹ ਕਾਰਨ ਹੈ ਕਰਜ਼ੇ ਦਾ, ਇਹ ਕਾਰਨ ਹੈ ਸਾਰਾ ਕੁਛ? ਤੁਸੀਂ ਰੋਂਗ ਸਾਈਡ ਤੋਂ ਉਹ ਪੈਸਾ ਕੰਮ ਕਰਾਉਂਦਾ, ਫਿਰ ਉਹ ਪ੍ਰੋਜੈਕਟ ਹੈ ਕਿਉਂਕਿ ਉਹਨਾਂ ਨੇ ਇਹ ਦੇਣਾ, ਤੁਸੀਂ ਕੋਈ ਰਿਸਰਚ ਲਈ ਕੰਮ ਦੇ ਨਹੀਂ ਰਹੇ। ਉਹ ਵੀ ਇੱਕ ਬੜਾ ਵੱਡਾ ਕੁਐਸਚਨ ਹੈਗਾ ਸਾਡੇ ਕੋਲ। ਔਰ ਨਹੀਂ ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਜੇ ਤੁਸੀਂ ਵਾਕਈ ਚਾਹੁੰਦੇ ਹੋ ਤਾਂ ਪੈਸਾ ਚਾਹੇ ਬਾਹਰੋਂ ਵੀ ਲਿਆਓ, ਇੰਟੈਲੈਕਚੁਅਲ ਕੋਈ ਫਰਕ ਨਹੀਂ ਪੈਂਦਾ। ਅਗਲੇ ਨੂੰ ਲਿਆਉਂਦੇ ਰਹੇ ਨੇ ਦੇਸ਼ ਕਿ ਸਾਡੇ ਲਈ ਇਹਦੇ ਤੇ ਆਪਾਂ ਬੈਠ ਕੇ ਰਿਸਰਚ ਕਰਨੀ ਹੈ, ਇਹਦੇ ਤੇ ਦੱਸੋ ਕੀ ਕੀਤਾ ਜਾਏ ਕੀ ਨਾ ਕੀਤਾ ਜਾਏ। ਔਰ ਅਗਲੀ ਗੱਲ ਇੱਕ ਇਹ ਵੀ ਹੈ, ਮੈਨੂੰ ਲੱਗਦਾ ਕਿ ਕਮਿਟਮੈਂਟ ਜਿਹੜੀ ਆਪਣੀ ਧਰਤੀ ਨਾਲ, ਆਪਣੇ ਲੋਕਾਂ ਨਾਲ, ਆਪਣੇ ਸੱਭਿਆਚਾਰ ਨਾਲ, ਉਹ 'ਚ ਸਿਆਸਤਦਾਨ ਦੀ ਵੀ, ਉਹ 'ਚ ਅਰਥਸ਼ਾਸਤਰੀਆਂ ਦੀ ਵੀ, ਬੁੱਧੀਜੀਵੀਆਂ ਦੀ ਵੀ, ਸਭ ਦੀ ਜਿਹੜੀ ਹੁੰਦੀ ਹੈ। ਤੇ ਜਦੋਂ ਤੁਹਾਡੇ ਬੱਚਿਆਂ ਦੇ ਦਿਮਾਗ ਦੇ ਵਿੱਚ ਬਹੁ ਗਿਣਤੀ 'ਚ ਇਹੀ ਆ ਗਿਆ ਕਿ ਆਪਾਂ ਇੱਥੇ ਰਹਿਣਾ ਹੀ ਨਹੀਂ, ਤਾਂ ਕਮਿਟਮੈਂਟ ਉਹ ਕਿਵੇਂ ਹੋ ਸਕਦੀ ਹੈ ਫਿਰ? ਜਿਹੜੀ ਜਦੋਂ ਤੁਸੀਂ ਰਹਿਣਾ ਨਹੀਂ ਦਾ ਦੋ ਪਾਤੇ, ਜਿਹੜੇ ਲੋਕਾਂ ਦੀ ਕਮਿਟਮੈਂਟ ਸੀ ਆਪਣੇ ਬੱਚਿਆਂ ਨੂੰ ਨਹੀਂ ਸਮਝਾ ਸਕੇ, ਹਾਂ, ਧਰਤੀ ਦੀਆਂ ਗੱਲਾਂ ਕਿੱਧਰ ਤੇ ਉਹ ਹੋ ਨਹੀਂ ਸਕਦੀਆਂ। ਕਿ ਜੇ ਗਦਰੀਆਂ ਨੂੰ ਲੱਗਿਆ ਸੀ ਅਸੀਂ ਦਿਹਾੜੀ ਕਰਨ ਜਾ ਰਹੇ ਹਾਂ, ਮੁੜ ਕੇ ਇੱਥੇ ਹੀ ਆਉਣਾ ਹੈ,
ਜਦ ਉਹਨਾਂ ਨੇ ਉੱਥੋਂ ਦਾ ਰਾਜ ਪ੍ਰਬੰਧ ਦੇਖਿਆ ਕਿ ਇੱਥੇ ਰੂਲ ਆਫ ਲਾ ਹੈ ਤਾਂ ਆਪਾਂ ਕਿਉਂ ਨਹੀਂ ਕਰ ਸਕਦੇ। 8000 ਗਦਰੀ ਇਕੱਠਾ ਹੁੰਦਾ, ਜਿਹ 'ਚ ਸਭ ਤੋਂ ਪੜ੍ਹਨ ਗਏ ਕਰਤਾਰ ਸਿੰਘ ਸਰਾਭੇ ਵਰਗੇ ਵੀ ਬੰਦੇ ਹੁੰਦੇ ਨੇ, ਬਾਬੇ ਭਖਰੇ ਵਰਗੇ ਵੱਡੇ ਬੰਦੇ ਵੀ ਹੁੰਦੇ ਨੇ ਜਿਹੜੇ ਉਸ ਲੂਪ 'ਚ ਆਏ ਨੇ, ਆਉਂਦੇ ਨੇ ਤੇ ਇੱਥੇ ਆ ਕੇ ਆਪਣੀ ਜੀਵਨ ਲਾ ਦਿੰਦੇ ਨੇ ਇਸ ਕੰਮ ਦੇ ਲਈ ਕਿ ਮੈਂ ਆਪਣੀ ਧਰਤੀ ਆਪਣੇ ਰਾਜ ਦੀ ਇੱਕ ਇਹੋ ਜਿਹੀ ਸਿਰਜਣਾ ਕਰਨੀ ਆ ਜਿੱਥੇ ਸਾਰੇ ਲੋਕਾਂ ਨੂੰ ਸੁੱਖ ਸਹੂਲਤਾਂ ਬਾਕੀ ਮਿਲਣ। ਤੇ ਨਾਅਰਾ ਅਸੀਂ ਭਗਤ ਸਿੰਘ ਦਾ, ਕਰਤਾਰ ਸਰਾਭੇ ਦਾ, ਸਭ ਦਾ ਲਾਉਂਦੇ ਆ। ਤੇ ਸਾਰੀਆਂ ਧਿਰਾਂ ਦੇ ਬੰਦੇ ਤੁਸੀਂ ਪੁੱਛ ਕੇ ਦੇਖੋ ਜਿੰਨੇ ਵੀ ਲੋਕ ਨੇ ਕਿ ਕੀ ਕਰਦੇ ਨੇ ਬੱਚੇ, ਕਿੱਥੇ ਜਾ ਰਹੇ ਨੇ, ਜਾਂ ਤੁਹਾਡਾ ਕੀ ਹੈ। ਸਾਰੇ ਬੁੱਧੀਜੀਵੀਆਂ ਦੇ ਸਾਰਿਆਂ ਦੇ ਬੱਚੇ ਬਾਹਰ, ਮਤਲਬ ਉਹ ਇੱਕ ਪ੍ਰਤਿਗਿਆ ਤਾਂ ਲੈਣੀ ਪੈਂਦੀ ਹੈ ਨਾ। ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮੱਥਾ ਟੇਕ ਕੇ ਉੱਥੋਂ ਬੈਠ ਕੇ ਇਹ ਦੂਜਿਆਂ ਦੇ ਬੱਚਿਆਂ ਨੂੰ ਕਹੋ ਇਨਕਲਾਬ ਕਰੋ, ਆਪਣੇ ਬੱਚੇ ਸਾਰੇ ਬਾਹਰ। ਗੁਰੂ ਨੇ ਤਾਂ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਸਾਡੇ ਸਾਹਮਣੇ ਝੋਕੇ ਨੇ ਨਾ ਬੱਚੇ, ਤੇ ਕੱਲਾ ਗੱਲ ਕਰਨ ਨਾਲ ਤਾਂ ਨਹੀਂ ਕੁਝ ਹੋਏਗਾ ਨਾ। ਉਹਦੇ ਦੇ ਕਰੈਕਟਰ ਦੇ ਵੀ ਕੁਐਸਚਨ ਨੇ ਜਿਹੜੇ ਨਾਲ ਜੁੜਨਦੇ ਨੇ, ਜਿਹੜੀਆਂ ਚੀਜ਼ਾਂ ਨੇ। ਉਹ ਜਦੋਂ ਉਹ 'ਚ ਆ ਜਾਂਦਾ ਬੰਦਾ, ਮੇਰੇ ਖਿਆਲ ਹੈ ਬੁੱਧੀ ਵੀ ਉਧਰ ਚੱਲਣ ਲੱਗ ਜਾਂਦੀ ਆ ਆਪੀ। ਇੱਕ ਅਪਰੋਚ ਦੀ ਉਹ ਗੱਲ ਹੁੰਦੀ ਹੈ, ਜੇ ਮੈਂ ਕਹਿਣਾ ਹੋਵੇ ਮੈਂ ਤਾਂ ਇਸ ਗੱਲ ਤੇ ਜਾਣਾ ਹੀ ਨਹੀਂ, ਆਹ ਬਿਲਡਿੰਗਾਂ ਛੱਡ ਦੇਣੀਆਂ, ਇਹਨੂੰ 10 ਦਿਨ ਸਾਫ਼ ਨਾ ਕਰੋ ਖੰਡਰ ਬਣ ਜਾਂਦੀ ਹੈ ਬਿਲਡਿੰਗ। ਜਦ ਤੁਸੀਂ ਸੋਚਣਾ ਹੀ ਨਹੀਂ, ਕਿਰਾਏ ਦਾ ਮਕਾਨ ਬਦਲਣਾ ਹੋਵੇ 4 ਦਿਨ ਪਹਿਲਾਂ ਬੰਦਾ ਛੱਡ ਦਿੰਦਾ, ਤੇ ਉੱਥੇ ਧੂੜ ਬਾਕੀ ਹੁੰਦਾ। ਜੇ ਰਹਿਣਾ ਚਾਹੁੰਦਾ ਤਾਂ ਸਫਾਈ ਕਰਦਾ ਨਾ। ਤੇ ਜੇ ਬਹੁਤੀ ਜੂਥ ਦਾ ਅਸੀਂ ਮਨ ਇਹ ਬਣਾਤਾ ਕਿ ਉਹਨੇ ਇੱਥੇ ਰਹਿਣਾ ਹੀ ਨਹੀਂ ਹੈ, ਤਾਂ ਉਹ ਇੱਥੇ ਤਬਦੀਲੀ ਲਈ ਜਦੋਜਹਿਦ ਕਿਵੇਂ ਕਰੇ। ਤਾਂ ਉਹ ਤਾਂ ਸਗੋਂ ਡਰਦਾ ਹੈ ਵੀ ਕੱਲ੍ਹ ਨੂੰ ਕੋਈ ਕੇਸ ਨਾ ਪੈ ਜੇ ਤੇ ਬਾਹਰ ਵੀਜ਼ਾ ਨਹੀਂ ਲੱਗਣਾ। ਜੇ ਬਾਈ ਚਾਂਸ ਜਿਹੋ ਜਿਹੇ ਪੁਲਿਸ ਦਾ ਸੈਟਅਪ ਆ, ਸਾਡੇ ਕੇਸ ਪਾ ਕੇ ਤੇ ਮੁੜ ਕੇ ਕਹੂ ਵੀ ਆਪਾਂ ਕੀ ਲੈਣਾ ਜੀ, ਆਪਾਂ ਇੱਧਰ ਚਲੋ। ਤੇ ਕਿਸਾਨ ਅੰਦੋਲਨ ਨੇ, ਮੈਂ ਤਾਂ ਇਹ ਗੱਲ ਕਰ ਰਿਹਾ ਸੀ ਕਿ ਵੱਡਾ ਦਾਇਰਾ ਸਿਰਜਿਆ, ਬੁੱਧੀਜੀਵੀਆਂ ਨੂੰ ਵੀ ਤੇ ਬਾਕੀ ਲੋਕਾਂ ਨੂੰ ਵੀ ਇੱਕ ਮੈਸੇਜ ਦਿੱਤਾ ਹੈ ਕਿ ਨਹੀਂ, ਪੰਜਾਬ ਦੀ ਮਿੱਟੀ 'ਚ ਅਜੇ ਤੰਤ ਹੈ, ਲੜਿਆ ਜਾ ਸਕਦਾ। ਔਖੇ ਹਾਲਾਤ 'ਚ ਵੀ ਜਦੋਂ ਕੰਟਰੀ 'ਚ ਮੋਦੀ ਨੂੰ ਚੈਲੰਜ ਕੋਈ ਨਹੀਂ ਸੀ ਕਰਦਾ, ਹਿੰਦੂਤਵ ਪੋਲੀਟਿਕਸ ਨੂੰ ਚੈਲੰਜ ਨਹੀਂ ਸੀ ਹੋ ਰਿਹਾ ਵਿਰੋਧੀ ਕਿਸੇ ਵੀ ਧਿਰ ਵੱਲੋਂ। ਤੇ ਮੈਨੂੰ ਲੱਗਦਾ ਜੇ ਹਿੰਦੂਤਵੀ ਪੋਲੀਟਿਕਸ ਨੂੰ ਕਿਸੇ ਨੇ ਚੈਲੰਜ ਕੀਤਾ ਵੱਡੇ ਪੱਧਰ ਤੇ ਤਾਂ ਉਹ ਕਿਸਾਨ ਅੰਦੋਲਨ। ਔਰ ਯੂਪੀ 'ਚ ਜਾ ਕੇ ਨਾਅਰਾ ਦੇਣਾ, ਇਹ ਤੋੜਨਗੇ ਅਸੀਂ ਜੋੜਾਂਗੇ, ਇਹ ਛੋਟੀ ਗੱਲ ਨਹੀਂ ਹੈ। ਮੇਰੇ ਖਿਆਲ ਹੈ ਯੂਪੀ ਵਰਗੇ ਮਾਹੌਲ 'ਚ, ਜਿੱਥੇ ਰਾਹੁਲ ਗਾਂਧੀ ਜਨੇਊ ਪਾ ਕੇ ਮੰਦਰਾਂ 'ਚ ਪੁਰਨ ਲੱਗ ਗਿਆ ਸੀ, ਜਿੱਥੇ ਬਾਕੀ ਦੇ ਲੋਕ ਵੀ ਸਾਰੇ ਉਸੇ ਇੱਕ ਪੈਰਾਡਾਈਮ 'ਚ ਆ ਕੇ ਸ਼ਿਫਟ ਹੋ ਗਏ ਸੀ ਵੀ ਇਹੀ ਗੱਲ ਕਹਿ ਕੇ ਵੋਟ ਲੈ ਲਓ, ਤੇ ਉਹਦੇ ਸਾਹਮਣੇ ਧੜੱਲੇ ਨਾਲ ਖੜਨਾ, ਇਹ ਵੱਡੀ ਚੇਂਜ ਦਾ ਇੱਕ ਕੁਐਸਚਨ ਹੈ। ਇਹ ਸੰਕੇਤ ਦੇ ਰਿਹਾ ਕਿ ਬਹੁਤ ਕੁਝ ਬਦਲ ਸਕਦਾ ਹੈ ਜੇ ਥੋੜੀ ਜਿਹੀ ਸੀਰੀਅਸਨੈਸ। ਤੁਹਾਨੂੰ ਇਹ 5-7 ਗੱਲਾਂ ਕਿਹੜੀਆਂ ਲੱਗਦੀਆਂ ਜਿਨ੍ਹਾਂ ਤੇ ਬਹੁਤ ਇਮੀਡੀਏਟਲੀ ਕੰਮ ਹੋਣ ਦੀ ਲੋੜ ਹੈ, ਜਿਹੜੀਆਂ ਇਸ ਟਾਈਮ ਪੰਜਾਬ ਦਾ ਏਜੰਡਾ ਹੋਣ, ਪੰਜਾਬ ਦਾ ਪ੍ਰਾਇੋਰਟੀ ਵਾਲਾ ਏਜੰਡਾ ਹੋਣ, ਜਾਣੀ ਮੁੱਖ ਚੀਜ਼ਾਂ ਕਿਹੜੀਆਂ ਨੇ? ਮੈਨੂੰ ਲੱਗਦਾ ਕਿ ਪੰਜਾਬ ਦਾ ਸਭ ਤੋਂ ਪਹਿਲੀ ਗੱਲ ਪੰਜਾਬੀਆਂ ਨੂੰ ਮਿਲ ਬੈਠ ਕੇ ਸੋਚਣਾ ਚਾਹੀਦਾ, ਉਹਨਾਂ ਬੰਦਿਆਂ ਨੂੰ ਜਿਹੜੇ ਡਰੇਨ ਹੋ ਰਹੇ ਮਾਈਂਡ ਨੇ, ਜਿਹੜਾ ਉਜਾੜਾ ਹੋ ਰਿਹਾ ਪੰਜਾਬ ਦਾ, ਉਹਨੂੰ ਉਮੀਦ ਕਿਵੇਂ ਦੇਣੀ ਹੈ। ਪਹਿਲਾਂ ਇਹ ਮਾਨਸਿਕਤਾ ਹੋਣੀ ਚਾਹੀਦੀ ਹੈ। ਉਸ ਉਮੀਦ ਦੇ ਵਿੱਚੋਂ ਫਿਰ ਅਗਲਾ ਨਾਲ ਜੁੜਿਆ ਹੋਇਆ ਏਜੰਡਾ ਇਹ ਹੋਏਗਾ। ਇੱਕ ਤਾਂ ਫੈਡਰਲਿਜ਼ਮ ਦੀ ਲੜਾਈ ਪੰਜਾਬ ਨੂੰ ਲੜਨੀ ਓ ਪੈਣੀ, ਅੱਜ ਲੜੇ ਕੱਲ੍ਹ ਲੜੇ, ਬਾਕੀ ਸਭ ਨੂੰ ਨਾਲ ਲੈ ਕੇ, ਜਿੰਨੇ ਵੀ ਦੇਸ਼ ਦੇ ਵਿੱਚ ਬਾਕੀ ਸੂਬੇ ਨੇ, ਫੈਡਰਲਿਜ਼ਮ ਦੀ ਲੜਾਈ ਲੜਨੀ ਪਏਗੀ। ਤੇ ਅਗਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਐਗਰੀਕਲਚਰ ਬੇਸਡ ਇਹ ਸੈਟਅਪ ਹੈ, ਐਗਰੀਕਲਚਰ ਦਾ ਟੋਟਲ ਡਿਜ਼ਾਈਨ ਤੇ ਟੋਟਲ ਪਾਲਿਸੀ ਚੇਂਜ ਕਰਨ ਦਾ ਕੁਐਸਚਨ ਹੈ। ਤੇ ਇਹ ਇਕੱਲਾ ਪੈਚ ਵਰਕ ਦਾ ਸਵਾਲ ਨਹੀਂ ਹੈ, ਉਹਦਾ ਇੱਕ ਅਲਟਰਨੇਟਿਵ ਮਾਡਲ ਵੀ ਸਿਰਜਣਾ ਪਏਗਾ, ਤਾਂ ਉਸ ਪਾਸੇ ਵੱਲ ਚੱਲਣ ਦਾ ਸਵਾਲ ਹੈ। ਤੇ ਉਦੋਂ ਨਾਲ ਦੀ ਨਾਲ ਇਹ ਗੱਲ ਹੈ ਕਿ ਇਮੀਡੀਏਟ ਜਿਹੜਾ ਇੱਕ ਬਾਕੀ ਦੇ ਇੰਪਲਾਇਮੈਂਟ ਦੇ ਕੁਐਸਚਨ ਨੇ, ਜਿਹੜੇ ਇੱਥੇ ਅਸੀਂ ਦੇ ਸਕਦੇ ਹਾਂ, ਬਹੁਤ ਵਸੀਲੇ ਇਹੋ ਜਿਹੇ ਪਏ ਨੇ। ਜਿਵੇਂ ਮੈਂ ਤਾਂ ਕਈ ਵਾਰ ਮਨਰੇਗਾ, ਮੈਂ ਬਾਰ-ਬਾਰ ਗੱਲ ਕਰਦਾ ਕਿ ਲਗਭਗ 1 ਲੱਖ ਰੁਜ਼ਗਾਰ ਬਿਨਾਂ ਉਹਨਾਂ ਤੋਂ ਲੇਬਰ ਤੋਂ ਮਿਲ ਸਕਦਾ। ਤੁਹਾਨੂੰ ਪਤਾ ਕਿ ਰੁਜ਼ਗਾਰ ਦਾ ਕੀ ਹਾਲ ਹੈ, 20,58,000 ਜੌਬ ਕਾਰਡ ਬਣ ਚੁੱਕੇ ਆ ਪੰਜਾਬ 'ਚ, ਜਿਹੜਾ ਮਨਰੇਗਾ 'ਚ ਕੰਮ ਕਰਨਾ ਚਾਹੁੰਦਾ। 32 ਲੱਖ ਪਰਿਵਾਰ ਹੈ ਸਾਰੇ ਪਿੰਡਾਂ ਦੇ ਵਿੱਚ, ਤਾਂ ਕਿੰਨੇ ਪਰਿਵਾਰ ਇਸ ਕੰਡੀਸ਼ਨ 'ਚ ਨੇ ਕਿ ਜਿਹੜੇ ਮਨਰੇਗਾ 'ਚ ਜੌਬ ਕਰਨਾ ਚਾਹੁੰਦੇ ਨੇ। ਇਹ ਪਰਿਵਾਰ ਦਾ ਜੌਬ ਕਾਰਡ ਹੈ, ਇੱਕ ਬੰਦੇ ਦਾ ਨਹੀਂ ਹੈ। ਇਹਦਾ ਮਤਲਬ 1 ਕਰੋੜ ਆਬਾਦੀ ਤੋਂ ਵੱਧ ਆਬਾਦੀ ਉਸ 'ਚ ਚਾਹੁੰਦੀ ਹੈ। ਤੁਸੀਂ 22 ਦਿਨ ਐਵਰੇਜ ਕੰਮ ਦੇ ਰਹੇ ਹੋ, ਤਾਂ 100 ਦਿਨ ਕੰਮ ਵੀ ਨਹੀਂ ਦੇ ਰਹੇ ਬੰਦਿਆਂ ਨੂੰ। ਤੇ ਤੁਸੀਂ এনवायरमेंट ਵੀ ਜੇਕਰ ਬਚਾਉਣਾ ਤਾਂ ਮਨਰੇਗਾ 'ਚ ਤਾਂ ਹਰ 200 ਬੂਟੇ ਪਿੱਛੇ ਤੁਸੀਂ 4 ਪਰਿਵਾਰਾਂ ਨੂੰ ਸਾਲ 'ਚ ਐਡਜਸਟ ਕਰ ਸਕਦੇ ਹੋ। ਕਿਉਂ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ 2-4 ਹਜ਼ਾਰ ਬੂਟਾ ਨਹੀਂ ਲੱਗ ਸਕਦਾ ਤੇ 100-100 ਬੰਦੇ ਨੂੰ ਰੁਜ਼ਗਾਰ ਨਹੀਂ ਮਿਲ ਸਕਦਾ ਲਗਾਤਾਰ। ਤੇ ਫਿਰ ਵਾਈਟ ਕਾਲਰ ਜੌਬ ਹਰ 40 ਦੇ ਪਿੱਛੇ ਇੱਕ ਮੇਟ ਭਰਤੀ ਹੋਣਾ। ਇਹਨਾਂ ਨੇ ਭਰਤੀ ਉਹ ਨਹੀਂ ਕੀਤੇ। 50,000 ਮੇਟ ਬਣਦਾ 20 ਲੱਖ ਜੌਬ ਕਾਰਡ ਦੇ ਪਿੱਛੇ, ਜਿਹਨੂੰ ਸੈਮੀ ਸਕਿਲਡ ਵਰਕਰ ਦੀ ਤਨਖਾਹ ਮਿਲਣੀ ਹੈ। ਤੇ ਉਸ ਤੋਂ ਬਾਅਦ ਹਰ ਪਿੰਡ 'ਚ ਰੁਜ਼ਗਾਰ ਸੇਵਕ ਤੇ ਬਾਕੀ ਪੰਜਾਬ ਸਰਕਾਰ ਦੱਸੇ ਤਾਂ ਸਹੀ ਨਾ, ਕੋਈ ਵੀ ਪਾਰਟੀ ਇਹਨਾਂ ਦੇ ਵਿੱਚੋਂ ਕਿ ਕਿਸੇ ਨੇ ਉਹ ਐਕਟ ਵੀ ਪੜ੍ਹਿਆ, ਕਿਸੇ ਦੀ ਜ਼ੁਬਾਨ ਤੇ ਹੈ, ਕਿਸੇ ਦੇ ਏਜੰਡੇ ਤੇ ਹੈ। ਤੁਹਾਡਾ ਪੈਸਾ ਨਹੀਂ ਲੱਗਦਾ ਇੱਕ ਵੀ, ਸਾਰਾ ਪੈਸਾ ਗਵਰਨਮੈਂਟ ਆਫ ਇੰਡੀਆ ਦਾ ਆਉਣਾ। ਫੰਡਾਮੈਂਟਲ ਰਾਈਟ ਦਾ ਕੁਐਸਚਨ ਹੈ ਉਹ, ਤੇ ਜਿਹੜਾ ਬੰਦਿਆਂ ਨੂੰ ਦੇਣਾ ਹੀ ਦੇਣਾ ਪਊਗਾ ਜੇਕਰ ਤੁਸੀਂ ਉਹਨੂੰ ਇੰਪਲੀਮੈਂਟ ਕਰਦੇ ਹੋ। ਤੇ ਸਾਡੀ ਅਪਰੋਚ ਨਹੀਂ, ਇੰਪਲਾਇਮੈਂਟ ਦਾ ਜਿਹੜਾ ਕੁਐਸਚਨ ਹੈ ਉਹ ਹੁੰਦਾ। ਔਰ ਮੈਨੂੰ ਲੱਗਦਾ ਕਿ ਜੇ ਪਿੰਡ 'ਚ ਬੰਦੇ ਨੂੰ ਤੁਸੀਂ 15,000 ਦੇ ਦਿੰਦੇ ਨਾ, ਚੰਡੀਗੜ੍ਹ ਸ਼ਹਿਰ 'ਚ 30,000 ਵੀ ਦਿੰਦੇ, ਉਹ ਬਰਾਬਰ ਜਾਈ ਹੈ। ਉਹਨੂੰ ਘਰੋਂ ਰੋਟੀ ਖਾ ਕੇ ਖਰਚਾ ਤਾਂ ਕੋਈ ਨਹੀਂ, ਉਹ 15,000 ਬਚਣ ਨੂੰ ਹੈ। ਸ਼ਹਿਰ 'ਚ 30,000 ਦੇ ਵੀ ਦਿਓਗੇ, ਉਦੋਂ ਜ਼ਿਆਦਾ ਖਰਚਾ ਹੁੰਦਾ। ਤੇ ਜੇ ਉੱਥੇ ਦੇ ਰੁਜ਼ਗਾਰ ਉੱਥੇ ਦਿਓਗੇ ਤਾਂ ਇੱਕ ਪਲਾਨਿੰਗ ਉਸ ਲੈਵਲ ਦੀ ਬਣੇਗੀ, ਤਾਂ ਅਲੱਗ ਗੱਲ ਹੈ। ਖੇਤੀ ਦੇ ਵਿੱਚ ਬੜਾ ਸਿੱਧਾ ਮਾਮਲਾ ਹੈ
ਕਿ ਤੁਸੀਂ ਸੈਕਸ਼ਨਲ ਵੰਡ ਕਰੋ, ਖੇਤਰ ਵਾਈਜ਼ ਕਰ ਲਓ ਜਾਂ ਜ਼ਿਲ੍ਹਾ ਵਾਈਜ਼ ਕਰ ਲਓ। ਪੰਜਾਬ ਦੀ ਗੌਰਮੈਂਟ ਇਹ ਸੋਚੇ ਕਿ ਇੱਥੇ ਆਹ ਫਸਲਾਂ ਚਾਹੀਦੀਆਂ, ਇੱਥੇ ਸਰੋਂ ਹੈ, ਆਹ ਇਹਦਾ MSP ਹੋਏਗੀ, ਅਸੀਂ ਇਹਨੂੰ ਖਰੀਦ ਲਾਂਗੇ, ਝੋਨਾ ਨਹੀਂ ਲਾਉਣਾ, ਇੱਥੇ ਆਹ ਹੋਏਗਾ ਬਾਗਬਾਨੀ, ਇੱਥੇ ਆਹ ਹੋਏਗਾ, ਸੈਗਮੈਂਟਾਈਜ਼ ਕਰ ਦਿਓ। ਔਰ ਮੈਨੂੰ ਲੱਗਦਾ ਉਹ ਰੇਟ ਉਦੋਂ ਨੀਚੇ ਜਾਣਾ ਹੀ ਨਹੀਂ। ਵੈਸੇ ਹੀ ਗੌਰਮੈਂਟ ਆਫ ਇੰਡੀਆ ਜ਼ਬਰਦਸਤ ਤੁਹਾਡੇ ਕੋਲ ਆਏਗੀ ਬਾਰ-ਬਾਰ, ਜਦੋਂ ਥੋੜ੍ਹੀ ਰਹਿ ਜਾਏਗੀ ਝੋਨਾ, ਉਹਦਾ ਢਿੱਡ ਚੱਲ ਨਹੀਂ ਸਕਣਾ ਕੰਮ ਕਿ ਇਹ ਤਾਂ ਸਾਨੂੰ ਦੇ ਦਿਓ ਜ਼ਰੂਰ। ਪਰ ਅਸੀਂ ਕਮਿਟਮੈਂਟ ਕਰੀਏ ਉਹੋ ਜਿਹੇ ਲਾਅ ਦੇ ਤਹਿਤ ਕਿਸਾਨ ਦੇ ਨਾਲ, ਮਤਲਬ ਵੀ ਤੂੰ ਇੰਨੀ ਇੱਥੇ ਬੀਜੇਗਾ, ਹੋਰ ਕੁਝ ਨਹੀਂ, ਅਸੀਂ ਲਵਾਂਗੇ ਇੰਨੇ ਦੀ, ਤਾਂ ਜਿੰਨੇ ਦੀ ਮਰਜ਼ੀ ਹੋਏਗੀ, ਜਾਂ ਜਿੰਨਾ ਘਾਟਾ ਹੋਏਗਾ ਉਹ ਅਸੀਂ ਪੂਰਾ ਕਰਾਂਗੇ, ਵੱਧ ਜਿੰਨੇ ਦੀ ਮਰਜ਼ੀ ਵੇਚਣੀ। ਤੇ ਇਹਦੇ 'ਚ ਕੀਤਾ ਜਾ ਸਕਦਾ, ਕੋਈ ਬਹੁਤ ਬੜਾ ਕੁਐਸਚਨ ਨਹੀਂ ਹੈ। ਫਿਰ ਸਾਨੂੰ ਇਹ ਇੱਥੇ ਆਵਾਜ਼ ਉਠਾਉਣੀ ਓ ਪਏਗੀ ਪੰਜਾਬ ਨੂੰ, ਤਾਂ ਕਿ ਚਾਹੇ BSF ਦੇ ਥਰੂ ਉੱਠ ਰਹੀ ਹੈ, ਚਾਹੇ ਬਾਕੀ ਹੈ, ਕਿ ਪਾਕਿਸਤਾਨ ਤੇ ਗੁਆਂਢੀ ਰਾਜਾਂ ਨਾਲ ਸਾਨੂੰ ਬਾਰਡਰ ਖੋਲ੍ਹਣੇ ਹੀ ਪੈਣਗੇ। ਜੇ ਯੂਰਪ ਦੀ ਨਕਲ ਬਾਕੀ ਦੇਸ਼ਾਂ 'ਚ ਮਾਰਦੇ ਹੋ, ਘੱਟੋ ਘੱਟ ਯੂਰਪ ਇਕਨੋਮਿਕ ਯੂਨੀਅਨ ਦੀ ਤਰ੍ਹਾਂ ਇੱਥੇ ਵੀ ਮਾਰ ਲਓ। ਸਾਊਥ ਏਸ਼ੀਆ ਨੂੰ ਵੀ ਥੋੜ੍ਹਾ ਬਹੁਤ ਮੋਕਲਾ ਕਰ ਲਓ, ਸਾਊਥ ਏਸ਼ੀਆ 'ਚ ਸਾਰਾ ਕੁਝ ਮੋਕਲਾ ਹੋ ਜਾਏਗਾ। ਪੰਜਾਬ ਦਾ ਤਾਂ ਬਿਜ਼ਨਸ ਬਹੁਤ ਵੱਡੇ ਪੱਧਰ 'ਤੇ, ਕਿੰਨੀਆਂ ਚੀਜ਼ਾਂ ਪਾਕਿਸਤਾਨੀਆਂ ਨੂੰ ਤਾਂ ਇੱਧਰ ਉੱਧਰ ਚਾਹੀਦੀਆਂ ਨੇ, ਤੇ ਜਿੱਥੇ ਇੱਕ ਇੰਪਲਾਇਮੈਂਟ ਬਹੁਤ ਵੱਡੇ ਪੱਧਰ 'ਤੇ ਜਨਰੇਟ ਹੋਏਗੀ, ਤੇ ਖੇਤੀ ਵੀ ਤੇ ਵਪਾਰ ਵੀ, ਸਾਰਾ ਕੁਝ ਹਿਲਜੁਲ ਤਾਂ ਹੋਏਗੀ, ਨਹੀਂ ਉਦੋਂ ਬਿਨਾਂ ਸੰਭਵ ਨਹੀਂ ਹੈ ਕਿਸੇ ਵੀ ਨੂੰ। ਅਗਲੀ ਇੰਪਾਵਰਮੈਂਟ ਆਫ ਪੀਪਲ ਦਾ ਕੁਐਸਚਨ ਹੈ। 29 ਦੇ 29 ਡਿਪਾਰਟਮੈਂਟ ਟਰੇਡ ਕਰਕੇ ਪੰਚਾਇਤਾਂ ਰਾਜ ਦੇ ਹਵਾਲੇ ਕਰੋ, ਉਹਦੇ ਮੁਲਾਜ਼ਮ ਹਵਾਲੇ ਕਰੋ, ਤੇ ਉਹਦੀਆਂ ਵਿੱਤ ਜਿਹੜਾ ਕਨਸਟੀਟਿਊਸ਼ਨਲ ਓਬਲੀਗੇਸ਼ਨ ਹੈ ਉਹਨੂੰ ਪੂਰੀ ਕਰੋ। 18 ਦੇ 18 ਡਿਪਾਰਟਮੈਂਟ ਲੋਕਲ ਲਾਵਡੀ ਦੇ ਹਵਾਲੇ ਕਰੋ। ਤੇ ਕੋਈ ਮਿਨਿਸਟਰ ਤੇ ਕੋਈ ਸੈਕਟਰੀ ਕਿਉਂ ਚਲਾਏਗਾ ਸਾਰੇ ਮਾਮਲੇ ਨੂੰ, ਕੋਈ DC ਕਿਉਂ ਚਲਾਏਗਾ ਸਾਰੀਆਂ ਚੀਜ਼ਾਂ ਨੂੰ? ਇਹ ਬ੍ਰਿਟਸਰਜ ਦਾ ਸਵਾਲ ਹੈ। ਅਸਲ 'ਚ ਸਾਡੇ ਸਲੇਵਰੀ ਹੈ ਅਜੇ ਤੱਕ, 1935 ਦਾ ਐਕਟ ਚੱਲ ਰਿਹਾ। DC ਖੁਦਾ ਹੈ ਉਸੇ ਤਰੀਕੇ ਨਾਲ। ਗੁਲਾਮ ਦੇਸ਼ਾਂ ਦੇ ਵਿੱਚ ਇਹ ਚੀਜ਼ਾਂ ਨੇ, ਕਿਸੇ ਆਜ਼ਾਦ ਦੇਸ਼ 'ਚ ਕੋਈ ਅਧਿਕਾਰੀ ਇੰਨਾ ਪਾਵਰਫੁਲ ਨਹੀਂ ਹੋ ਸਕਦਾ। ਸਟਰਕਚਰਲ ਚੇਂਜ ਦਾ ਸਾਡੇ ਕੋਲ ਕੋਈ ਸਿਸਟਮ ਹੀ ਨਹੀਂ ਅਸੀਂ ਲਿਆ ਰਹੇ। ਪੁਲਿਸ ਰਾਜ ਕਰਤਾ ਪੰਜਾਬ ਦੇ ਵਿੱਚ। ਖਾੜਕੂਬਾਦ ਦੇ ਜਿਹੜੇ ਜ਼ਿਲ੍ਹੇ ਸੀ, ਉਹ ਜ਼ਿਲ੍ਹੇ ਤਾਂ ਪੁਲਿਸ ਵਾਲੇ ਕੀ ਹਟਾਉਣੇ ਸੀ, ਉਦੋਂ ਬਾਅਦ ਤੇ ਅਸੀਂ ਹੋਰ ਨਵੇਂ ਜ਼ਿਲ੍ਹੇ ਪਾ ਕੇ ਇੰਨਾ ਪ੍ਰਸ਼ਾਸਨਿਕ ਬੋਝ ਪਾ ਰਹੇ ਹਾਂ। ਜਿੱਥੇ ਤੁਸੀਂ ਨਵਾਂ ਜ਼ਿਲ੍ਹਾ ਬਣਾਤਾ, DC ਦੇ ਨਾਲ ਕਿੰਨੇ ADC, ਕਿੰਨੇ ਬਾਕੀ। ਜਿੱਥੇ ਪੁਲਿਸ ਜ਼ਿਲ੍ਹਾ ਬਣਾਤਾ, ਉੱਥੇ ਕਿੰਨੇ SP ਤੇ ਕਿੰਨੇ। ਸਭ ਤੋਂ ਹੈਵੀ ਪਾਪੂਲੇਸ਼ਨ ਦੇ ਹਿਸਾਬ ਨਾਲ ਸਾਡੇ ਕੋਲ ਪ੍ਰਸ਼ਾਸਨਿਕ ਢਾਂਚਾ ਹੈ। ਕਿਉਂ ਹੈ ਇਹ? ਇਹਦਾ ਜਵਾਬ ਤਾਂ ਕਿਸੇ ਨੂੰ ਦੇਣਾ ਹੀ ਪਏਗਾ। ਬਾਰ-ਬਾਰ ਸਗੋਂ ਨਵੇਂ ਬਣਾਈ ਜਾਂਦੇ ਆ ਤੇ ਨਵੀਆਂ ਚੀਜ਼ਾਂ ਬਣਾਈ ਜਾਂਦੇ ਆ। ਮਤਲਬ ਉਹ ਸਾਰੀਆਂ ਚੀਜ਼ਾਂ ਦੇ ਆ। ਇਸੇ ਲਈ ਉਹ ਪੰਚਾਇਤੀ ਰਾਜ 'ਚ ਮੈਂ ਇਹ ਕਹਿੰਦਾ ਕਿ ਜਦੋਂ ਡੈਮੋਕ੍ਰੇਸੀ ਇਵੋਲਵ ਹੋਏਗੀ, ਗ੍ਰਾਮ ਸਭਾ ਇੰਪਲੀਮੈਂਟ ਪਿੰਡ ਤੋਂ ਹੋ ਜਾਏਗੀ, ਵਾਰਡ ਸਭਾ ਸ਼ਹਿਰਾਂ ਦੇ ਵਿੱਚੋਂ ਹੋ ਜਾਏਗੀ, ਤਾਂ ਜਿਹੜਾ ਆ ਸਵਾਲ ਕਰਨ ਦਾ ਇੱਕ ਤਰੀਕਾ, ਉਹਦੇ ਨਾਲ ਸਭ ਕੁਝ ਨਹੀਂ ਬਦਲ ਜਾਂਦਾ ਹੁੰਦਾ, ਪਰ ਬੰਦਿਆਂ ਦਾ ਮਾਈਂਡ ਬਦਲਦਾ। ਜਦੋਂ ਮਨੁੱਖੀ ਮਾਈਂਡ ਬਦਲਦਾ, ਮਨੁੱਖੀ ਮਨ ਚਾਰਜਡ ਹੁੰਦਾ, ਉਹ ਫੈਸਲਾ ਕਰਨ ਦੇ ਵਿੱਚ ਆਪਣੇ ਆਪ ਨੂੰ ਹਿੱਸੇਦਾਰ ਸਮਝਦਾ, ਤਾਂ ਚੀਜ਼ਾਂ ਬਦਲਦੀਆਂ। ਤੁਹਾਨੂੰ ਲੱਗਦਾ ਕਿਸੇ ਸੋਸ਼ਲ ਪੋਲੀਟੀਕਲ ਮੂਵਮੈਂਟ ਤੋਂ ਬਿਨਾਂ ਜੋ ਤੁਸੀਂ ਕੁਝ ਕਹਿਤਾ ਇਹ ਹੋ ਸਕਦਾ ਹੈਗਾ? ਕੋਈ ਮਤਲਬ ਰਿਫਾਰਮਿਸਟ ਚੀਜ਼ਾਂ ਦੇ ਨਾਲ, ਜਾਂ ਕੋਈ ਬੰਦੇ ਕਹਿਣ, ਲਿਖਣ, ਬੋਲਣ, ਉਹ ਤਾਂ ਬੋਲੇ ਹੀ ਜਾ ਰਿਹਾ, ਲਿਖੇ ਹੀ ਜਾ ਰਿਹਾ, ਜਾਂ ਬਹੁਤ ਸਾਰਾ ਤੁਹਾਨੂੰ ਲੱਗਦਾ ਐਂ ਕਿ ਹੋ ਕਿਵੇਂ ਸਕਦਾ ਹੈਗਾ? ਮੰਨ ਸਕਦੀਆਂ ਨੇ ਸਰਕਾਰਾਂ? ਮੈਨੂੰ ਲੱਗਦਾ ਕਿ ਐਂ ਤਾਂ ਬੋਲ ਵੀ ਨਹੀਂ ਰਿਹਾ ਅਜੇ ਤਾਂ ਬਹੁਤੇ। ਅਜੇ ਤਾਂ ਜਿਹੜੀਆਂ ਮੇਨ ਸਟ੍ਰੀਮ ਜਿਹੜੀਆਂ ਦਾਅਵੇਦਾਰ ਬੰਦੇ ਨੇ ਉਹਨਾਂ 'ਚੋਂ ਕੋਈ ਨਹੀਂ ਬੋਲ ਰਿਹਾ, ਨਾ ਕੋਈ ਇੱਥੇ ਕਮਿਟਡ ਹੈ ਕਿਸੇ ਟਾਈਪ ਦਾ। ਦੂਜੀਆਂ ਧਿਰਾਂ 'ਚੋਂ ਵੀ ਮੈਂ ਬਹੁਤ ਜ਼ਿਆਦਾ ਰਿਹਾ। ਅਜੇ ਤਾਂ ਬੋਲਣ ਦਾ ਹੀ ਸਵਾਲ ਹੈ। ਅਗਲੀ ਗੱਲ ਇਹ ਹੈ ਕਿ ਮੂਵਮੈਂਟ ਤੋਂ ਬਿਨਾਂ ਸੰਭਵ ਹੀ ਨਹੀਂ ਹੁੰਦਾ ਜਿੰਨਾ ਚਿਰ ਲੋਕਾਂ ਦੀ ਜਾਗਰੂਕਤਾ ਨਹੀਂ ਹੈ। ਜੇ ਇੱਕ ਵਾਰ ਕਰ ਵੀ ਦੇ ਕੋਈ, ਮੰਨ ਲਓ ਕਰਤਾ ਜੀ, ਹੁਣ ਇੱਥੇ 50% ਔਰਤਾਂ ਦੀ ਰਿਜ਼ਰਵੇਸ਼ਨ ਹੈ ਪੰਚਾਇਤਾਂ 'ਚ ਤੇ ਇਹਦੇ 'ਚ ਲੋਕਲ ਬਾਡੀ 'ਚ। ਕਿੰਨੀਆਂ ਔਰਤਾਂ ਨੇ ਜਿਨ੍ਹਾਂ ਦੀ ਕੋਈ ਸਪੇਸ ਹੈ ਕਿ ਉਹ ਆਪ ਸਰਪੰਚੀ ਕਰੇ ਤੇ ਉਹ ਆਪ ਚੇਅਰਮੈਨੀ ਕਰੇ, ਆਪ ਕਿਤੇ ਹੈ। ਮਤਲਬ ਮਾਹੌਲ ਤਾਂ ਹਿਊਮਨ, ਤਾਂ ਹੀ ਤਾਂ ਮੈਂ ਹਿਊਮਨ ਰਿਸੋਰਸ ਦੀ ਜਿਹੜੀ ਗੱਲ ਕਰਦਾ, ਜਿੰਨਾ ਚਿਰ ਉਹ ਐਕਟੀਵੇਟ ਨਹੀਂ ਕੀਤੇ ਜਾਂਦੇ, ਉਹ ਮੂਵਮੈਂਟ 'ਚ ਨਹੀਂ ਆਉਂਦੇ। ਆਹੀ ਅੰਦੋਲਨ ਨੇ ਉਹੀ ਬੰਦੇ ਸਵਾਲ ਕਰਨ ਲਾਤੇ ਜਿਹੜੇ ਬੰਦੇ ਕਦੇ ਮੈਂ ਕਹਿੰਦਾ ਸੀ ਹਾਰ ਪਾ ਕੇ ਖੜ੍ਹਦੇ ਸੀ, ਜਿਹੜੇ ਚਾਪਲੂਸ ਸੱਭਿਆਚਾਰ ਦੇ ਵਿੱਚ ਵਿਕਸਿਤ ਸੀ। ਇਸੇ ਕਰਕੇ ਨਵਾਂ ਅੰਦੋਲਨ ਜਿਹੜਾ ਹੈ, ਨਵੀਂ ਮੂਵਮੈਂਟ ਹੀ ਪੰਜਾਬ ਦੇ ਵਿੱਚੋਂ ਨਿਕਲਿਆ, ਕੋਈ ਨਵਾਂ ਪੋਲੀਟੀਕਲ ਸੈਟਅਪ ਹੀ ਪੰਜਾਬ ਦੇ ਭਵਿੱਖ ਨੂੰ ਕੋਈ ਗੱਲ ਕਰ ਸਕਦਾ। ਇਹਦੇ 'ਚ ਨਹੀਂ ਹੈ। ਹਾਂ, ਜਾਂ ਇਹ ਆਪਣੇ ਆਪ ਨੂੰ ਬਦਲ, ਮੈਨੂੰ ਲੱਗਦਾ ਆਪਣੇ ਆਪ ਨੂੰ ਬਦਲਣ ਦੀ ਕਪੈਸਿਟੀ 'ਚ ਨਹੀਂ ਹੈ ਹੁਣ ਪਾਰਟੀਆਂ। ਉਹ ਇੰਨਾ ਜ਼ਿਆਦਾ ਸਟਰਕਚਰਲ ਹੋ ਜਾਂਦੀਆਂ ਨੇ, ਇੰਨਾ ਜ਼ਿਆਦਾ ਸਿਸਟਮ ਹੋ ਜਾਂਦੇ ਨੇ, ਉਹ ਇੱਕ ਲਛਮਣ ਰੇਖਾ ਉਹ ਲੰਘਣਾ ਉਹਨਾਂ ਲਈ ਬਹੁਤ ਲੱਗਦੀ ਹੈ। ਤੁਹਾਨੂੰ ਬਦਲੇਗਾ ਪੰਜਾਬ? ਮੈਨੂੰ ਲੱਗਦੀ ਹੈ। ਮੈਨੂੰ ਇਸ ਕਰਕੇ ਉਮੀਦ ਲੱਗਦੀ ਹੈ ਕਿ ਜਿਹੜਾ ਪੰਜਾਬੀ 1 ਸਾਲ ਪਹਿਲਾਂ ਨਿਰਾਸ਼ ਸੀ ਨਾ, ਇੱਥੇ ਹੁਣ ਕੁਝ ਨਹੀਂ ਹੋ ਸਕਦਾ। ਇਸ ਅੰਦੋਲਨ ਨੇ ਉਹਨੂੰ ਉਮੀਦ ਦਿੱਤੀ ਹੈ। ਉਸ ਅੰਦੋਲਨ ਨੇ ਉਮੀਦ ਇਕੱਲੀ ਪੰਜਾਬ ਨੂੰ ਨਹੀਂ ਦਿੱਤੀ, ਦੇਸ਼ ਨੂੰ ਤੇ ਦੁਨੀਆ ਨੂੰ ਦਿੱਤੀ ਹੈ। ਤੇ ਜੇ ਉਹ ਅੰਦੋਲਨ ਦੇ ਜਿਹੜੇ ਹੁਣ ਬੰਦੇ ਚੇਤਨ ਹੋਏ ਨੇ ਪਿੰਡਾਂ 'ਚ, ਆਪਾਂ ਨੂੰ ਪਤਾ ਹੈ ਹਜ਼ਾਰਾਂ ਬੰਦਾ ਆਗੂ ਬਣ ਗਿਆ, ਛੋਟੇ ਛੋਟੇ ਲੈਵਲ ਦਾ, ਹਰੇਕ ਪਿੰਡ ਲੈਵਲ ਦਾ ਘੱਟੋ ਘੱਟ ਗੱਲ ਕਰਦਾ, ਬੰਦੇ ਇਕੱਠੇ ਕਰਕੇ ਲਿਜਾਂਦਾ, ਆਰਗੂਮੈਂਟ ਕਰਦਾ ਲੋਕਲ ਅਧਿਕਾਰੀਆਂ ਨਾਲ। ਜਦੋਂ ਐਡੀ ਕੁ ਚੇਤਨਾ ਦੀ ਚਿੜਗ ਲੱਗ ਜੇ ਤਾਂ ਮੈਨੂੰ ਲੱਗਦਾ ਉਹ ਅਜਾਈ ਨਹੀਂ ਜਾਂਦੀ। ਐਤਕੀ ਨਹੀਂ ਹਰੀ ਹੋ ਰਹੀ, ਉਹ ਤਾਂ ਅਗਲੇ ਮੌਸਮ 'ਚ ਹੋ ਜਾਏਗੀ, ਔਰ ਹਰੀ ਹੋਏਗੀ ਔਰ ਤਬਦੀਲੀ ਆਏਗੀ। ਧੰਨਵਾਦ ਹਮੀਰ ਜੀ, ਬਹੁਤ ਬਹੁਤ ਤੁਹਾਡਾ। ਇਹ ਸਨ ਹਮੀਰ ਸਿੰਘ। ਹਮੀਰ ਸਿੰਘ ਹੋਰਾਂ ਨੇ ਕਿਹਾ ਕਿ ਬਹੁਤ ਸਾਰੇ ਏਜੰਡੇ ਨੇ ਪੰਜਾਬ ਦੇ, ਉਹਨਾਂ ਏਜੰਡਿਆਂ ਦੇ ਉੱਤੇ ਕੰਮ ਕਰਨ ਦੀ ਲੋੜ ਆ। ਉਹਨਾਂ ਨੂੰ ਉਮੀਦ ਹੈ ਕਿ ਪੰਜਾਬ ਬਦਲੇਗਾ। ਜਿਨ੍ਹਾਂ ਧਿਰਾਂ ਦਾ ਪੰਜਾਬ 'ਤੇ ਕਲੇਮ ਹੈ, ਦਾਵਾ,
ਉਹ ਵੀ ਉਸ ਤਰੀਕੇ ਨਾਲ ਇਹਨਾਂ ਦਾ ਕਹਿਣਾ ਕੰਮ ਕਰਨ, ਤਾਂ ਹੀ ਪੰਜਾਬ ਬਿਹਤਰ ਭਵਿੱਖ ਵੱਲ ਜਾ ਸਕਦਾ ਹੈ।